नगरी दे विच तेजा सिंह समुंदरी हाल जो श्रोमणी कमेटी का दफ्तर है ਉਹਦੇ सामने सिख संगत इन्हों तो गज रही है हिसाब लैन वास्ते और जिन्ना चर हिसाब नहीं देंगे इतने सिख संगत उठ के नहीं जाएगी भावें गोलियां वजन भावें तेल वागे चंडा ना बन के साड़न असी सड़न वास्ते तैयार बैठे हैं और निरा सड़न वास्ते तैयार भी नहीं बैठे 21 ਦੇ 50 पा के जावे इन्हों के नक्श दाव कर देवे इन्हों दसांगे सिख संगत किवें हिसाब लैंदी है इस तरह लैंदी है दस के जावांगे नवा इतिहास सिरज के जावांगे वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। ये सन कौम का पंथ का गुरु ग्रंथ साहब जी महाराज का दर्द रखने वाले बापू शेर सिंह जी। अगला हुण समाचार बाबा राजा राज सिंह जी तुहाडे सामने अपने गुरु ग्रंथ साहब प्रति दर्द के विचार रखणगे। बाबा राजा राज सिंह जी। वाहिगुरू जी का खालसा वाहिगुरू जी की फतेह। गुरु रूप गुरु खालसा शासन जी गज के बुलाओ। वाहिगुरू जी का खालसा वाहिगुरू जी की फतेह। आप सारिਆਂ ਨੂੰ पता है कि ये मोर्चा ਧੰਨ श्री गुरु ग्रंथ साहिब महाराजियां दे 328 ਸਰੂਪ ਜਿਹੜੇ ਸਮੇਂ ਦੀ ਹੁਕਮਰਾਨ ਕਮੇਟੀ ਪੰਥ ਦੀ ਪਹਿਰੇਦਾਰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਰੱਖਣ ਵਾਸਤੇ ਬਣਾਈ। ਪੰਥ ਨੇ ਆਪੋ ਆਪਣੇ ਇਲਾਕਿਆਂ ਦੇ ਵਿੱਚੋਂ ਚੁਣ ਕੇ ਮੈਂਬਰਾਂ ਨੂੰ ਭੇਜਿਆ ਕਿ ਉੱਥੇ ਗੁਰੂ ਗ੍ਰੰਥ ਦੇ ਪੰਥ ਦੀ ਗੱਲ ਕਰੋ। ਕਮੇਟੀ ਦੇ ਵਿੱਚ ਜਾ ਕੇ ਜਿੱਥੇ ਗੁਰੂ ਸਾਹਿਬ ਦੀ ਗੱਲ ਕਰਨੀ ਹੈ ਗੁਰੂ ਗ੍ਰੰਥ ਦੀ ਗੱਲ ਕਰਨੀ ਹੈ ਉੱਥੇ ਨਾਲ ਹੀ ਪੰਥ ਦੀ ਵੀ ਗੱਲ ਕਰਨੀ ਹੈ। श्रोमणी कमेटी का तो ये काम है क्योंकि धर्म है। धर्म बिना ना राज बिना ना धर्म चला है। धर्म बिना सब गले मला है। राज तो बिना धर्म नहीं चलता ते धर्म तो बिना जे धर्म छड्डदी फिर रहिंदा भी कख नहीं। ये सिख पंथ की सिरमौर कमेटी है। गुरु ग्रंथ साहिब महाराज ने सत्कार बहाल इन्हें करवाना सी ते करना सी संगतां तो पर आप ही इन्होंने गुरु ग्रंथ साहिब महाराज जी की बेअदबी भाव 328 ਸਰੂਪ इन्हों की देख दे विच गुम हो गए। 450 ਸਰੂਪ गुरु ग्रंथ साहिब महाराज जी का जिहड़ा इन्होंने कनेडा की धरती से भेजिया वो बंदरगाह के उत्ते ही गुरमुख प्यारे कोई जिन्होंने भेजिया ना वो ਸਰੂਪ लैन आया ना वापस इन्होंने लियाते। वो 450 ਸਰੂਪ उत्थे ही गुरु ग्रंथ साहिब महाराज जी का बंदरगाह के बस दे विच सिला हो गया खराब हो गया। वो बेअदबी ने जो इन्हों के पहरे दे विच होई आ। इन्होंने बस भेजी गुरु ग्रंथ साहिब महाराजियां की 450 गुरु ग्रंथ साहिब महाराज। फिर गुरमुख प्यारे राम सार गुरमुख प्यारे उत्थे गुरु ग्रंथ साहिब महाराजियां के ਸਰੂਪਾਂ ਨੂੰ अगन भेट होए। अग लगी वो 80 ਸਰੂਪ गुरु ग्रंथ साहिब महाराजियां के उत्थे अगन भेट हो गए।
ਇਹਨਾਂ ਦੀ ਰੇਖ ਰੇਖ ਦੇ ਵਿੱਚ ਅਜੇ ਤੱਕ ਉਹਦਾ ਪਛਤਾਪ ਨਹੀਂ ਇਹਨਾਂ ਨੇ ਕਰਿਆ। ਉਹ ਵੀ ਗੁਰਮੁਖ ਪਿਆਰਿਓ ਵਿੱਚ ਹੀ ਖੁਰਦ ਬੁਰਦ ਕਰਤਾ ਕੰਮ ਇਹਨਾਂ ਨੇ ਵੀ ਇਹਨੂੰ ਲੁਕੋ ਦਿਓ। ਜੇ ਅੱਜ ਪੰਜਾਬ ਦੇ ਵਿੱਚ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੁੰਦੀ ਹੈ, ਉੱਥੇ ਪੰਥ ਦੀਆਂ ਗੁਰਮੁਖ ਪਿਆਰਿਓ ਸਿਰਮੌਰ ਜਥੇਬੰਦੀਆਂ ਪਹੁੰਚ ਕੇ ਅਸੀਂ ਰੌਲਾ ਪਾਉਂਦੇ ਹਾਂ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋਈ, ਕਿਵੇਂ ਹੋਈ, ਕੀ ਕਾਰਨ ਹੋਇਆ, ਦੋਸ਼ੀਆਂ ਦੇ ਉੱਤੇ ਪਰਚੇ ਦਰਜ ਕਰਾਓ। ਉਹਨਾਂ ਚਿਰ ਅਸੀਂ ਇੱਥੋਂ ਜਾਂਦੇ ਨਹੀਂ, ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ। ਇਹ ਅਸੀਂ ਜਾ ਕੇ ਉੱਥੇ ਕਹਿੰਦੇ ਆ, ਧਰਨੇ ਲਾਉਣੇ ਆ। ਕਈ ਥਾਵੇਂ ਦੋਸ਼ੀ ਫੜੇ ਗਏ, ਗੁਰਮੁਖ ਪਿਆਰਿਓ ਜੇਲਾਂ ਹੋਈਆਂ, ਪਰ ਇੱਥੇ ਨਾ ਕੋਈ ਪਰਚਾ ਨਾ ਕੋਈ ਪਛਤਾਪ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪਾਂ ਨੂੰ ਖੁਰਦ ਬੁਰਦ ਇਸ ਸ਼੍ਰੋਮਣੀ ਕਮੇਟੀ ਨੇ ਕੀਤਾ। ਇਹ ਪਾਪੀ ਬਖਸ਼ੇ ਨਹੀਂ ਜਾਣਗੇ, ਤੂੰ ਵੱਡਾ ਪਾਪ ਹੋਰ ਕੀ ਹੋਵੇਗਾ। ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਉੱਤੇ ਰਹਿਣ ਦਾ ਕੋਈ ਅਧਿਕਾਰ ਨਹੀਂ, ਇਹਨਾਂ ਨੂੰ ਛੱਡ ਕੇ ਪਰੇ ਹੋ ਜਾਣਾ ਚਾਹੀਦਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਬਹਾਲ ਨਹੀਂ ਇਹ ਲੋਕ ਰੱਖ ਸਕਦੇ, ਫਿਰ ਇਹਨਾਂ ਨੂੰ ਗੁਰੂ ਦੀ ਮਾਰ ਪਵੇ। ਆਹ ਜਿਹੜੇ ਕੱਪੜ ਵੇਚ ਮੈਂ ਕਹਿੰਦਾ ਇਹਨਾਂ ਨੂੰ, ਜਿਹੜੇ ਮਗਰ ਤੁਰੇ ਫਿਰਦੇ ਇਹਨਾਂ ਦੇ ਬਾਣੇ ਪਾ ਕੇ ਇਹਨਾਂ ਦੇ ਤਲਵੇ ਚੱਟਦੇ ਫਿਰਦੇ ਨੇ ਰਸਤਾ ਲੈਣ ਦੇ ਮਾਰੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਐਡਾ ਇਹਨਾਂ ਨੇ ਗੁਰਮੁਖ ਪਿਆਰਿਓ ਨਿਰਾਦਰ ਕੀਤਾ ਹੋਵੇ, ਅਜੇ ਵੀ ਆ ਚਬਲ ਇਹਨਾਂ ਦੇ ਮਗਰ ਤੁਰੇ ਫਿਰਦੇ ਹੋਣ। ਇਹ ਗੁਰੂ ਕੇ ਸਿੱਖ ਨਹੀਂ ਹੋ ਸਕਦੇ, ਇਹ ਚਬਲ ਲੋਕ ਨੇ, ਇਹ ਦੁਸ਼ਟ ਨੇ, ਇਹ ਵੀ ਪਾਪਾਂ ਦੇ ਭਾਗੀ ਨੇ। ਇਹਨਾਂ ਨੂੰ ਵੀ ਹੋਰ ਨਹੀਂ ਸਜ਼ਾ ਮਿਲੇਗੀ ਜਿਹੜੇ ਇਹਨਾਂ ਦੇ ਜੁੱਤੀਆਂ ਚੱਟਦੇ ਫਿਰਦੇ ਨੇ। ਆ ਲੌਂਗੋਵਾਲ ਵਰਗਿਆਂ ਦੀਆਂ ਆ ਸ਼੍ਰੋਮਣੀ ਕਮੇਟੀ ਜਿਹੜੀ ਅਖੌਤੀ ਕਮੇਟੀ ਹੈ, ਜੇ ਗੁਰੂ ਦੀ ਕਮੇਟੀ ਹੁੰਦੀ ਆ ਦਿਨ ਨਹੀਂ ਸੀ ਸਾਨੂੰ ਦੇਖਣੇ ਪੈਂਦੇ, ਆ ਮੋਰਚਾ ਨਹੀਂ ਸੀ ਇੱਥੇ ਲੱਗਦਾ। 328 ਸਰੂਪ ਇਹਨਾਂ ਦੀ ਦੇਖ ਰੇਖ ਹੇਠ ਗੁੰਮ ਹੋ ਗਏ। ਜੇ ਸਾਬਣ ਦੀ ਟਿੱਕੀ ਵੀ ਕੋਈ ਲਵੇ, ਉਹ ਵੀ 50 ਥਾਵੇਂ ਆ ਲੰਡੂ ਦੇ ਮੈਨੇਜਰ ਨੇ ਜਿਹੜੇ ਇਹਨਾਂ ਦੇ, ਉਹ 50 ਥਾਵੇਂ ਰਜਿਸਟਰ ਤੇ ਕਰਵਾਉਂਦੇ ਨੇ ਦਸਤਖਤ, ਫੇਰ ਉਹ ਸਾਬਣ ਦੀ ਟਿੱਕੀ ਦਿੰਦੇ ਨੇ ਫਲਾਣਾ ਬੰਦਾ ਲੈ ਗਿਆ, ਜਦੋਂ ਮਰਜ਼ੀ ਕੱਢ ਕੇ ਦੇਖ ਲਿਓ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 328 ਸਰੂਪ ਉਹ ਕਿਸੇ ਰਜਿਸਟਰ ਦੇ ਵਿੱਚ ਨਹੀਂ, ਜੇ ਬਗੈਰ ਭੇਟਾ ਦੇ ਕਿਸੇ ਨੂੰ ਦਿੱਤਾ ਫਿਰ ਉਹ ਜਨਤਕ ਕਿਉਂ ਨਹੀਂ ਕਰਦੇ, ਕਿਉਂ ਨਹੀਂ ਦੱਸ ਰਹੇ ਸਾਨੂੰ ਵੀ ਫਲਾਣੇ ਪਿੰਡ ਨੂੰ ਇਹਨੇ ਸਰੂਪ ਦੇਤੇ। ਇਹਨਾਂ ਦੇ ਵਿੱਚ ਗੜਬੜ ਹੈ, ਇਹਨਾਂ ਨੇ ਖੁਰਦ-ਬੁਰ ਕੀਤੇ ਹਨ, ਇਹ ਵੱਡੇ ਦੋਸ਼ੀ ਹਨ। ਮੈਂ ਤਾਂ ਕਹਿੰਦਾ ਇਹਨਾਂ ਨੂੰ ਪੰਥ ਚੁਰਾਹੇ ਦੇ ਵਿੱਚ ਖੜੇ ਕਰਕੇ ਗਲਾਂ ਦੇ ਵਿੱਚ ਰੱਸੇ ਪਾ ਕੇ ਇਹਨਾਂ ਦੇ ਗੋਲੀਆਂ ਮਾਰਨੀਆਂ ਚਾਹੀਦੀਆਂ ਨੇ। ਇਹਨਾਂ ਨੂੰ ਤਖਤਾਂ ਤੇ ਫਾਂਸੀ ਦੇ ਤਖਤ ਤੇ ਲਟਕਾਉਣਾ ਚਾਹੀਦਾ ਹੈ। ਇਹ ਐਡੇ ਵੱਡੇ ਦੋਸ਼ੀ ਹਨ, ਇਹਨਾਂ ਨੂੰ ਪੰਥ ਦੇ ਵਿੱਚੋਂ ਸੇਕ ਦੇਣਾ ਚਾਹੀਦਾ ਹੈ। ਅੱਜ ਸਾਡਾ ਜਥੇਦਾਰ ਇਹਨਾਂ ਨੂੰ ਖੰਡ ਪਾਠ ਦੀ ਸੇਵਾ ਲਾਉਂਦਾ, ਜੁੱਤੀਆਂ ਝਾੜਨ ਦੀ ਸੇਵਾ ਲਾਉਂਦਾ ਹੈ। ਗੁਰਮੁਖ ਪਿਆਰਿਓ ਇਹ ਸਜ਼ਾ ਜਿਹੜੇ ਹੋਰ ਜਿੱਥੇ ਥਾਵੇਂ ਬੇਅਦਬੀਆਂ ਹੋਈਆਂ ਨੇ ਪਿੰਡਾਂ ਦੇ ਵਿੱਚ, ਅਸੀਂ ਉਹਨਾਂ ਨੂੰ ਤਾਂ ਕਹਿੰਦੇ ਇਹਨੂੰ ਫਾਂਸੀ ਲਾ ਦਿਓ, ਇਹਨੂੰ ਸਖਤ ਤੋਂ ਸਖਤ ਸਜ਼ਾ ਦੇ ਦਿਓ। ਉੱਥੇ ਕਿਉਂ ਜਾ ਕੇ ਕਹਿੰਦੇ ਆ ਉਹਨਾਂ ਨੂੰ ਕਿਉਂ ਫੜਾਉਣੇ ਥਾਣੇ ਦੇ ਵਿੱਚ, ਕਿਉਂ ਜੇਲ੍ਹਾਂ ਦੇ ਵਿੱਚ ਫੜਾਉਣੇ ਆ? ਇਹਨਾਂ ਕਮੇਟੀਆਂ ਨੇ ਕਿਉਂ ਨਹੀਂ ਜਿਹੜੀਆਂ ਅੱਜ ਪੰਥ ਦੀਆਂ ਸਰਮਾਇਆ ਜਥੇਬੰਦੀਆਂ ਵੱਡੀਆਂ ਸਾਡੇ ਨਿਹੰਗ ਸਿੰਘ ਹੋ ਗਏ, ਦਮਦਮੀ ਟਕਸਾਲਾਂ ਹੋ ਗਈਆਂ, ਸੰਤ ਸਮਾਜ ਹੋ ਗਿਆ, ਕੀ ਉਹਨਾਂ ਦੇ ਮੂੰਹ ਦੇ ਵਿੱਚ ਕਿਉਂ ਜਿੰਦੇ ਲੱਗੇ, ਕਿਉਂ ਨਹੀਂ ਉਹ ਬੋਲਦੇ? ਕਿਉਂਕਿ ਇਹ ਸ਼੍ਰੋਮਣੀ ਕਮੇਟੀ ਤੋਂ ਡਰਦੇ ਨੇ, ਅਕਾਲ ਤਖਤ ਤੋਂ ਡਰ ਰਹੇ ਨੇ। ਇਹ ਗੁਰਮੁਖ ਪਿਆਰੇ ਨਹੀਂ ਹੋਣਾ ਚਾਹੀਦਾ। ਵੱਡੇ ਜੋ ਦਿਸਾ ਲੋਕ ਗੁਰਮੁਖ ਪਿਆਰੇ ਵੱਡੇ ਜਿਹੜੇ ਲੋਕ ਦਿਸਦੇ ਨੇ, ਵੱਡੀਆਂ ਜਥੇਬੰਦੀਆਂ ਨੇ, ਅੱਜ ਇਹਨਾਂ ਦੇ ਪਿੱਠ ਲੱਗੂ ਬਣ ਕੇ ਬਹਿ ਗਈਆਂ, ਅੱਜ ਇਹਨਾਂ ਦੇ ਹੱਥ ਠੋਕੇ ਬਣ ਗਏ। ਇਹ ਲੋਕ ਪਤਾ ਨਹੀਂ ਕੀ ਚਾਹੁੰਦੇ ਨੇ, ਪਤਾ ਨਹੀਂ ਗੁਰੂ ਨਾਲ ਇਹਨਾਂ ਦਾ ਪਿਆਰ ਨਹੀਂ, ਕਿ ਗੁਰੂ ਨਾਲ ਇਹਨਾਂ ਦਾ ਪਿਆਰ ਨਹੀਂ, ਕਿ ਗੁਰੂ ਇਹਨਾਂ ਦਾ ਨਹੀਂ ਹੈ। ਆਹ ਲੋਕਾਂ ਦਾ ਆਹ ਸੰਗਤ ਦਾ ਗੁਰੂ ਹੈ, ਗੁਰੂ ਸਭ ਦਾ ਹੈ। ਪਰ ਜਿਹੜੇ ਅੱਜ ਇਹਨਾਂ ਦੇ ਕਟਹਿਰੇ ਦੇ ਵਿੱਚ ਖੜਦੇ ਨੇ, ਅੱਜ ਇਹਨਾਂ ਦੀ ਬੋਲੀ ਬੋਲ ਰਹੇ ਨੇ, ਉਹ ਵੀ ਦੋਸ਼ੀ ਨੇ। ਖਾਲਸਾ ਜੀ ਦੋਸ਼ੀ। ਇੱਕ ਦਿਨ ਖਾਲਸੇ ਦੀ ਸਰਕਾਰ ਆਊਗੀ, ਅਸੀਂ ਗਿਣ ਕੇ ਇਹਨਾਂ ਤੋਂ ਹਿਸਾਬ ਕਿਤਾਬ ਜਿਹੜੇ ਵੱਡੀਆਂ ਜਥੇਬੰਦੀਆਂ ਵਾਲੇ ਨੇ ਨਾ, ਇਹਨਾਂ ਦੇ ਪਿੱਠ ਲੱਗੂ ਬਣੇ ਫਿਰਦੇ ਨੇ, ਇਹਨਾਂ ਤੋਂ ਰਸਤਾ ਲੈ ਕੇ ਖਾਂਦੇ ਨੇ, ਇਹਨਾਂ ਦੇ ਚਮਚੇ ਬਣੇ ਹੋਏ ਨੇ, ਕਲਸ਼ ਬਣੇ ਹੋਏ ਨੇ, ਉਹਨਾਂ ਨੂੰ ਵੀ ਅਸੀਂ ਕਟਹਿਰੇ ਦੇ ਵਿੱਚ ਦੋਸ਼ੀਆਂ ਦੇ ਵਿੱਚ ਖੜੇ ਕਰਾਂਗੇ। ਉਹ ਵੀ ਵੱਡੇ ਦੋਸ਼ੀ ਨੇ। ਜੇ ਸ਼੍ਰੋਮਣੀ ਕਮੇਟੀ ਵੱਡੀ ਦੋਸ਼ੀ ਹੈ ਤਾਂ ਜਿਹੜੇ ਇਹਨਾਂ ਦੇ ਮਗਰ ਟੁੱਟੇ ਵੋਟ ਕਰੇ ਫਿਰਦੇ ਨੇ ਉਹ ਵੀ ਵੱਡੇ ਦੋਸ਼ੀ ਹਨ। ਹੁਣ ਅੰਦੋਲਨ ਚੱਲ ਰਿਹਾ ਹੈ ਗੁਰਮੁਖ ਪਿਆਰੇ, ਇਹ ਆਰ ਪਾਰ ਦੀ ਲੜਾਈ ਹੈ। ਇੱਥੋਂ ਅਸੀਂ ਮੋਰਚਾ ਨਹੀਂ ਛੱਡ ਕੇ ਜਾਂਦੇ। ਕੱਲ ਲੌਂਗੋਵਾਲ ਪ੍ਰਧਾਨ ਸਟੇਟਮੈਂਟ ਦੇ ਰਿਹਾ ਸੀ
ਪੱਤਰਕਾਰਾਂ ਨੂੰ ਕਹਿੰਦਾ ਇੱਥੇ ਮੋਰਚਾ ਨਹੀਂ ਲੱਗਣਾ ਚਾਹੀਦਾ। ਕਿਉਂ ਨਹੀਂ ਮੋਰਚਾ ਲੱਗਣਾ ਚਾਹੀਦਾ? ਇੱਥੇ ਗੁਰੂ ਦੀ ਬੇਅਦਬੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਰੂਪ ਤੁਸੀਂ ਨੇ ਗੁੰਮ ਕੀਤੇ ਹਨ। ਸਾਨੂੰ ਹਿਸਾਬ ਕਿਤਾਬ ਦੇ ਦਿਓ ਇੱਕ ਇੱਕ ਸਰੂਪ ਦਾ, ਫੇਰ ਜਾਵਾਂਗੇ। ਉਹਨਾਂ ਚਿਰ ਜਾਂਦੇ ਨਹੀਂ, ਸਾਡੇ ਗੋਲੀਆਂ ਮਾਰ ਦਿਓ, ਗੁਰਮੁਖ ਪਿਆਰੇ ਸਾਨੂੰ ਡਾਂਗਾ ਮਾਰੋ, ਜਿਹੜਾ ਕੁਛ ਮਰਜ਼ੀ ਕਰੋ, ਪਰ ਇਹ ਸ਼ਾਂਤਮਈ ਸੰਘਰਸ਼ ਹੈ। ਇੱਥੇ ਬੈਠ ਕੇ ਲੜਾਂਗੇ, ਪੁੱਛਾਂਗੇ। ਜੇ ਇੱਥੋਂ ਸਾਨੂੰ ਹੁਕਮ ਹੋ ਗਿਆ ਫਿਰ ਅਸੀਂ ਇੱਟ ਦੇ ਨਾਲ ਇੱਟ ਵੀ ਖੜਕਾਉਣੀ ਜਾਣਦੇ ਆ। ਪਾਵਰ ਗੁਰੂ ਗ੍ਰੰਥ ਦੇ ਪੰਥ ਦੀ ਹੈ। ਇਹ ਪੰਥ ਨਹੀਂ, ਇਹ ਮਲੇਸ਼ ਨੇ। ਇਹ ਗੁਰੂ ਦਾ ਪੰਥ ਆ ਬੈਠਾ ਜਿਨ੍ਹਾਂ ਦੇ ਮਨਾਂ ਦੇ ਵਿੱਚ ਦਰਦ ਹੈ। ਪੰਥ ਜਦੋਂ ਆਪਣੀ ਆਈ ਦੇ ਆ ਜਾਂਦਾ ਫਿਰ ਸਾਰਾ ਕੁਝ ਕਰਨਾ ਪੈਂਦਾ ਹੈ। ਆ ਜਿਹੜੇ ਸ਼੍ਰੋਮਣੀ ਕਮੇਟੀ ਦੇ ਟੁਕੜਮੋਚ ਲੋਕ ਨੇ, ਇਹਨਾਂ ਦੀਆਂ ਹਾਮੀਆਂ ਭਰਦੇ ਨੇ, ਇਹਨਾਂ ਦੀ ਜੁੱਤੀਆਂ ਚੜਦੇ ਨੇ। ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਤੁਹਾਨੂੰ ਵੀ ਮੌਕਾ ਹਜੇ ਸੰਭਲ ਜਾਓ, ਗੁਰੂ ਗ੍ਰੰਥ ਦੇ ਪੰਥ ਦੀ ਗੱਲ ਕਰ ਲਓ। ਕੀ ਗੱਲ ਤੁਹਾਡਾ ਇਹਨਾਂ ਦੇ ਸਿਰ ਤੇ ਰੋਟੀ ਪਾਣੀ ਚੱਲਦਾ ਨਹੀਂ? ਗੁਰਮੁਖ ਪਿਓ ਜਿਹਨੇ ਸਾਨੂੰ ਸਾਜਿਆ, ਜੀਓ ਪਾਏ ਪਿੰਡ ਸਾਜਿਆ, ਦਿੱਤਾ ਪਹਿਨਣ ਖਾਣ, ਜਿਹਨੇ ਸਾਨੂੰ ਸਾਜਿਆ ਹੈ ਉਹਨੇ ਸਾਨੂੰ ਪਹਿਨਣ ਤੇ ਖਾਣ ਵੀ ਉਹਨੇ ਦਿੱਤਾ ਹੈ। ਗੁਰਮੁਖ ਪਿਆਰਿਓ, ਅਸੀਂ ਨਹੀਂ ਮਰਦੇ। ਇਸ ਕਰਕੇ ਭਰਾਵੋ ਜਾਗ ਜੋ, ਪੰਥ ਵਾਲੇ ਜਾਗ ਜੋ। ਜਿਹੜੀਆਂ ਵੱਡੀਆਂ ਵੱਡੀਆਂ ਜਥੇਬੰਦੀਆਂ ਦੇ ਜਥੇ ਨਾਲ ਟਾਲਾ ਮਾਰਦੇ ਫਿਰਦੇ ਨੇ ਵੀ ਪੰਥ ਸਾਡੇ ਸਿਰ ਤੇ ਚੱਲਦੇ ਨੇ, ਇਹਨਾਂ ਦੇ ਟੁਕੜ ਮੋਚਾਂ ਦੇ ਗੁਲਾਮ ਹੋਏ ਬੈਠੇ ਨੇ, ਬਾਦਲਕਿਆਂ ਦੇ, ਸ਼੍ਰੋਮਣੀ ਕਮੇਟੀ ਦੇ। ਉਹ ਵੀ ਇਹਨਾਂ ਦੇ ਚੁੰਗਲ ਚੋਂ ਬਾਹਰ ਆ ਜਾਓ, ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਪੰਥ ਨੇ ਮਾਫ ਨਹੀਂ ਕਰਨਾ। ਜਿੱਡੀ ਦੋਸ਼ੀ ਇਹ ਸ਼੍ਰੋਮਣੀ ਕਮੇਟੀ ਹੈ, ਜਿੱਡਾ ਦੋਸ਼ੀ ਇਹ ਪ੍ਰਧਾਨ ਹੈ, ਉਹਨਾਂ ਦੋਸ਼ੀ ਤੁਸੀਂ ਹੋ ਜਿਹੜੇ ਇਹਦੇ ਮਗਰ ਤੁਰੇ ਫਿਰਦੇ ਹੋ, ਜਿਹੜੇ ਪ੍ਰਧਾਨ ਜੀ ਕਰਦੇ ਫਿਰਦੇ ਹੋ, ਇਹਨਾਂ ਦੇ ਤਲਵੇ ਚੜਦੇ ਫਿਰਦੇ ਹੋ। ਇਸ ਕਰਕੇ ਮੈਂ ਬੇਨਤੀਆਂ ਕਰੂੰਗਾ ਗੁਰੂ ਗ੍ਰੰਥ ਦੇ ਪੰਥ ਨੂੰ, ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ, ਉਹ ਆ ਜਾਣ। ਦੱਸ ਦੇਣ ਹਿਸਾਬ ਕਿਤਾਬ ਕਿੱਥੇ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿੱਥੇ ਨੇ? ਜੇ ਇਹਨਾਂ ਨੂੰ ਪਤਾ ਹੋਵੇ ਫੇਰ ਹੀ ਹੈ। ਇਹਨਾਂ ਦੀਆਂ ਜ਼ਮੀਰਾਂ ਮਰ ਗਈਆਂ, ਇਹ ਆਪ ਮਰੇ ਹੋਏ ਨੇ, ਇਹਨਾਂ ਦੀ ਜ਼ਮੀਰ ਕੋਈ ਨਹੀਂ ਜਾਗਦੀ। ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਹੋਏ ਨੇ, ਇਹਨਾਂ ਨੂੰ ਪੰਥ ਨੇ ਚੁਣ ਕੇ ਭੇਜਿਆ, ਪਰ ਇਹ ਪੰਥ ਦੀ ਗੱਲ ਨਹੀਂ ਕਰਦੇ, ਇਹ ਕੂੜ ਦੀ ਗੱਲ ਕਰ ਰਹੇ ਨੇ। ਇਹ ਦੋਸ਼ੀ ਨੇ, ਇਹ ਕਾਲੇ ਮੂੰਹ ਲੈ ਕੇ ਇਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪੰਥ ਦੇ ਵਿੱਚੋਂ ਜਾਣਗੇ, ਇਹਨਾਂ ਦੇ ਕਾਲੇ ਮੂੰਹ ਹੋ ਜਾਣਗੇ। ਹੁਣ ਬਹੁਤੀ ਦੇਰ ਨਹੀਂ, ਜਦੋਂ ਸ਼੍ਰੋਮਣੀ ਕਮੇਟੀ ਵਾਲੇ ਸੁਣ ਲਓ, ਪ੍ਰਧਾਨੋ ਜਿਹੜੇ ਤੁਰੇ ਜਾਂਦੇ ਹੋ ਮੈਂਬਰ, ਤੁਹਾਡੇ ਕਾਲੇ ਮੂੰਹ ਕਰ ਕਰਕੇ ਇਹ ਲੋਕਾਂ ਨੇ ਤੁਹਾਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ। ਸਮਾਂ ਆ ਜਾਣਾ ਹੈ, ਸਮਝ ਜਾਓ। ਜੇ ਤੁਸੀਂ ਹਿਸਾਬ ਕਿਤਾਬ ਦੇਣਾ ਦੇ ਦਿਓ, ਨਹੀਂ ਫਿਰ ਉਹ ਦਿਨ ਦੂਰ ਨਹੀਂ। ਜੇ ਤੁਹਾਡੇ ਜੁੱਤੀਆਂ ਦੇ ਹਾਲ ਪਾ ਪਾ ਕੇ ਇੱਥੋਂ ਤੋਰਾਂਗੇ, ਪਿੰਡਾਂ ਦੇ ਵਿੱਚੋਂ ਤੋਰਾਂਗੇ, ਤੁਹਾਨੂੰ ਹਿਸਾਬ ਕਿਤਾਬ ਦੇ ਦਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਇੱਕ ਇੱਕ ਸਰੂਪ ਦਾ ਹਿਸਾਬ ਕਿਤਾਬ ਦੇ ਦਿਓ। ਇੰਨੀਆਂ ਬੇਨਤੀਆਂ ਕਰਦਾ ਹੋਇਆ ਭੁੱਲਾਂ ਚੁੰਗਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਿੰਘ ਸਾਹਿਬ ਬਾਬਾ ਰਾਜਾ ਰਾਜ ਸਿੰਘ ਜੀ ਅਰਦਾ ਖੜਪਾ ਦਲ ਪੰਥ ਵੱਲੋਂ, ਜਿਨ੍ਹਾਂ ਨੇ ਕਿ ਆਪਣਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਪਣਾ ਦਰਦ ਰੱਖਿਆ। ਹੁਣ ਅਕਾਲ ਚੈਨਲ ਵਾਲੇ ਵੀਰ ਆ ਚੁੱਕੇ ਨੇ ਸਾਡੇ ਕੋਲ, ਤੇ ਭਾਈ ਸੁਖਜੀਤ ਸਿੰਘ ਜੀ ਖੋਸਾ, ਜਿਨ੍ਹਾਂ ਦਾ ਕਿ ਹੁਣ ਸਟੇਜ ਤੇ ਆਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੋ ਗਿਆ। ਤੇ ਵੀਰ ਜੀ ਨੂੰ ਬੇਨਤੀ ਆ ਭਾਈ ਸੁਖਜੀਤ ਸਿੰਘ ਜੀ ਨੂੰ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ ਸੰਗਤ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਗੁਰੂ ਦਾ ਦਰਦ ਦਿਲ ਵਿੱਚ ਸੁਣੋ ਕੇ 27ਵੇਂ ਦਿਨ ਸਬੰਧੀਆਂ ਲਾ ਕੇ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਵਗਾੜਦੇ ਹੋਏ ਗੁਰੂ ਪਿਆਰੇ ਖਾਲਸਾ ਜੀ ਆਓ ਇੱਕ ਵਾਰੀ ਫੇਰ ਰਸਮਾਂ ਨੂੰ ਕਰੋ ਪਵਿੱਤਰ, ਝੁਕਾਓ ਸੀਸ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਰੋਜ਼ ਹੀ ਬੋਲਦੇ ਆ ਤੇ ਮਹਾਰਾਜ ਕਹਿੰਦੇ ਬਹੁਤਾ ਬੋਲਣਾ ਝੱਖੜ ਹੋਏ।
मैं बोले जाने सब कोई, परंतु मजबूरी है बोलना पैंदा, की करिए, क्योंकि इन्ना बोलने के बावजूद भी सामने ताजमहल वाले जू नहीं सरकती कन्ना दे। पता नहीं उन्होंने केड़ी कंपनी के शीशे लाए आ ते की समान अंदर फिट किया भी उन्होंने कन्ना दे पर्दे ही खड़िया वाटर प्रूफ है, उन्होंने गल ही नहीं, सच की गल ही नहीं जाती। जे कदे साडी इस जथेबंदी नूं पता लग जाए भी 500 किला पैड़ी का नाम कराता यूपी च, तो फिर ताकत स्पोर्ट्स वाले भी हिड़कते जाते हैं ते प्रधान की गड्डी भी मोड़े मोड़े भजी जाती है। जे कदे पता लग जाए भी लाला वाले की कवर का कब्जा दे देना श्रोमणी कमेटी नूं, ते फिर केसरी निशान साहब भी लेके भाई तुरते हैं ते हरा भी उत्थे गड्डिया रहिंदा। क्यों इन्होंने पैसों का मतलब आ। मैं हौली हौली कल्ले कल्ले थावां दी तुहानूं निशानदेही भी कराऊंगा जिथे जिथे श्रोमणी कमेटी ने चंद चाढ़े आ। साडे बाजवा कला शाहपुर दे विच सुखचैन दास की जगह आ जिहड़ी गुरु ग्रंथ साहब दे ऐन सामने आ, ते अकाल तख्त साहब तो 2001 हुक्मनामे होए आ भी जगह दे खंड पाठ नहीं करना। प्रधान साहब ते PhD साहब सुखचैन दास की समाज दे उत्ते गुरु ग्रंथ साहब का प्रकाश तुसीं कीता होया। पहला अपने गुरुद्वारे जिथे जिथे समाधां बनिया ने ते सवेरे मैं देख के आया घिओ दियां जोतां ते गुरुद्वारे मैं जगदियां देखियां ने, पर अटल राय साहब तेल चढ़ाया जांदा, तेल ते पीरां दे चढ़दा सी। हैप्पी जी तुसीं अज आए होए हो, वेख लो अटल राय साहब दे तेल काहदे चढ़दा, आ बाबा गरजा सिंह बोता सिंह शहीदां दे तेल क्यों चढ़दा, सिੱਖੀ ਵਿੱਚ ਸਰੋਂ ਦੇ ਤੇਲ ਦਾ ਕੀ ਕੰਮ ਹੈ, ਕਿੱਥੇ ਮਰ ਗਈ ਤੁਹਾਡੀ ਜ਼ਮੀਰ, ਤੁਸੀਂ ਰਹਿਤ ਮਰਿਆਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੀ ਲਾਗੂ ਕਰਾ ਦਿਓ, ਹੋਰ ਪਾਸੇ ਤੇ ਤੁਸੀਂ ਰਹਿਤ ਮਰਿਆਦਾ ਕੀ ਲਾਗੂ ਕਰਾਉਣੀ ਹੈ। ਮਹਾਰਾਜ ਕਹਿੰਦੇ ਜੇ ਜੀਵੇ ਪੱਤ ਲੱਥੀ ਜਾਏ ਸਭ ਹਰਾਮ ਜੇਤਾ ਕਰ ਖਾਏ। ਮੈਂ ਸਵੇਰ ਦਾ ਦੇਖਦਾ अंदरों पंडा दियां पंडा के ड्रिच दियां पईयां आउंदियां कि ਉਹਦੇ ਵਿੱਚ ਗੁਰਬਾਣੀ नहीं लिखी कि ਉਹਦੇ ਉੱਤੇ ਉਹ ਜਿਹੜਾ ड्रिच ਤੁਸੀਂ ਵੰਡਦੇ ਹੋ ਉਹਦੇ ਵਿੱਚ ਇਹ नहीं लिखिया होया भी सच बोलना, नाम जपना, धर्म की किरत करनी, कि तुहाडी किरत यही है गुरु ग्रंथ साहब के स्वरूप छापने ते बेचने, चोरियों दसना नहीं किसी को, कि तुहाडी दसना की किरत यही है। डुब के क्यों नहीं मर जाते, तुहानू शर्म नहीं है कि चप्पड़ी बाजार विचों चप्पड़ियां ले लो लिहारा बाजार तो अमृतसर चो, जे नहीं तो संगत नूं बेनती करते हैं कल नूं आउंदे होए एक चप्पड़ी खरीद के लिआओ, इन्हां दी जमीन इन्नी मर गई आ भी आ तेजा सिंह समुंदरी हाल दे मोहरे चप्पड़ियां दा ढेर ला दईए ते उधर काल तख्त दे सकत्तरदार दे मोहरे ढेर लाउणा पैना चप्पड़ियां दा, फिर नक डोबणगे। इन्हां नूं शर्म नहीं आउंदी। 328 ਸਰੂਪ गुरु ग्रंथ साहब महाराज के अज 27वें दिन हो गया खालसा पंथ इत्थे मोर्चा ला के बैठा, परंतु वो जिहड़ा 4.5 पौने 5 फुट का जथेदार आ, 4.5 फुट ही आ मेरा ख्याल, 4.5 फुट का जथेदार है, मंजी साहब तो होके मुड़ गया। ओदी जमीर इन्नी मरी सी भी अगे आके संगत के दर्शन नहीं कर सकिया। की गल तेरिया रगा तेरा खून बड़ा खौरदा, जदों तेरे गुलाब के फुल सिट होंदे आ ते उदों तू है उन्ना होर चौड़ा हो जाना भी खरिया मैं काली फूला सिंह ही आ, तैनूं भुलेखा पै गया मैं काली फूला सिंह आ। ओ सज्जणा जे काली फूला सिंह हुंदा ਉਹ ਅੱਜ ਮੰਜੀ ਸਾਹਿਬ ਤੋਂ नहीं मुड़ के जाता सी, गुरु की संगत को जरूर होता। तू काली फूला सिंह नहीं है, तू कला फूला ही है, तू फूला ही है, कला फूला। ते मैनू तो लगता तू फूलन देवी का चेला है, क्योंकि तेरी मर गई जमीर, तैनू सच का पता ही नहीं लग्या। तू PhD भी की
ਉਹ ਵੀ ਕਰਾਉਣਗੇ। ਵੈਸੇ ਬੇੜਾ ਕਰਾਉਣ ਤੇ ਕਿਉਂ ਕੀਤੀ PhD? ਗੁਰੂ ਗ੍ਰੰਥ ਸਾਹਿਬ ਤੇ ਕਰਨ ਲੱਗਿਆ ਡਰ ਲੱਗਦਾ ਸੀ, 10ਵੇਂ ਪਾਤਸ਼ਾਹ ਦੇ ਬਾਣੀ ਤੇ PhD ਕਰਨ ਨੂੰ ਡਰ ਲੱਗਦਾ ਸੀ, ਸੂਰਜ ਪ੍ਰਕਾਸ਼ ਤੇ PhD ਕਰਨ ਲੱਗਿਆ ਡਰ ਲੱਗਦਾ ਸੀ। ਹੋਰ ਇੰਨੀਆਂ ਧਰਮ ਨੇ, ਹੋਰਨਾਂ ਤੇ ਕਿਉਂ ਕੁਰਾਨ ਤੇ ਕਿਉਂ ਕੀਤੀ? ਜੇ ਕੁਰਾਨ ਤੇ ਕੀਤੀ ਆ ਫਿਰ ਮੱਕੇ ਕਿਉਂ ਨਹੀਂ ਚਲੇ ਜਾਂਦਾ? ਜਾ ਚਲੇ ਜਾ ਮੱਕੇ, ਨਾਲੇ ਤੈਨੂੰ ਪਤਾ ਲੱਗੂ ਜਦੋਂ ਪੈਣਗੇ ਧੱਕੇ। ਕਿਉਂ ਕੌਮ ਦਾ ਸਿਰ ਨੀਵਾਂ ਕਰਨ ਲੱਗਿਆ ਜੇ? ਨਾਲੇ ਚੋਪੜੀਆਂ ਨਾਲੇ ਦੋ ਹੱਦ ਹੋ ਗਈ। ਆ ਜਿਹੜੇ ਤੇਰੇ 200 ਬੰਦਾ 170 ਦੇ ਤੁਹਾਡੇ ਜਿਹੜੇ ਜਿੱਤੇ ਹੋਏ ਆ, ਤੇ ਦੋਵੇਂ ਬੇਪੁੱਤ, ਤੇ ਤੀਜੀ ਉਹਨਾਂ ਦੀ ਇੱਕ ਦੀ ਘਰ ਵਾਲੀ ਤੇ ਇੱਕ ਦੀ ਨੌ, 3 ਜਣੇ ਉਹ ਚੌਥਾ ਮਜੀਠੀਆ ਤੇ ਪੰਜਵਾਂ ਮਹਿਤਾ, ਆ 6 ਪੂਰਾ 200 ਮਸੇ ਬਣਨਾ ਸਾਰੇ। ਇਹ 200 ਬੰਦੇ ਦੇ ਜਥੇਦਾਰ 2 ਕਰੋੜ ਕੌਮ ਤੱਕੋਂ ਹਿਸਾਬ ਮੰਗਦੀ ਆ, ਲੈ ਕੇ ਦੇ 328 ਰੁਪਏ ਦਾ ਹਿਸਾਬ, ਨਹੀਂ ਤੇ ਤੇਰੀ ਨਿੱਕੀ ਨਿੱਕੀ ਚਾਲ ਚੱਲਣੀ ਬੰਦ ਕਰ ਦੂਗਾ ਖਾਲਸਾ ਪੰਥ। ਕਿੱਧਰ ਤੂੰ ਤੁਰਿਆ ਫਿਰਦਾ? ਕਿੱਥੇ ਤੁਰਿਆ ਫਿਰਦਾ? ਕਿਹੜੀ ਤੈਨੂੰ ਨਸ਼ਾ ਚੜ ਗਿਆ? ਅੱਜ ਮੈਂ ਸਵੇਰੇ ਥੋੜੀ ਜਿਹੀ ਖੇਡ ਜੀ ਖੇਡੀ, ਮੈਂ ਕਿਹਾ ਵੀ ਮੀਟਿੰਗ ਕਰਨੀ ਆ, ਤੇ ਐ ਫਨ ਚੱਕ ਲਈ ਵੀ ਆ ਗਿਆ ਵੀ ਮੀਟਿੰਗ ਕਰਨੀ। ਜਾ ਜਾ ਤੁਰਿਆ ਫਿਰ, ਤੇਰੇ ਨਾਲ ਮੀਟਿੰਗ ਨਹੀਂ ਹੋਣੀ। ਮੀਟਿੰਗ ਬੰਦਿਆਂ ਨਾਲ ਹੁੰਦੀ ਹੈ, ਮੀਟਿੰਗ ਉਹਨਾਂ ਦੀ ਜ਼ਬਾਨ। ਮੈਂ ਤਾਂ ਟੀਕਾ ਜਿਹਾ ਲਾ ਕੇ ਵੇਖਿਆ ਸੀ, 3 ਸਨੇ ਆ ਗਿਆ ਖਾਲਸਾ ਜੀ, 3 ਤੂੰ ਸਨੇਹ ਭੇਜੇਗਾ। ਅਸੀਂ ਨਹੀਂ ਕਰਦੇ ਤੇਰੇ ਨਾਲ ਮੀਟਿੰਗ, ਤੇਰੇ ਨਾਲ ਮੀਟਿੰਗ ਤੇ ਸੁੱਕਾ ਹੀ ਕਰੂਗਾ, ਕਿਉਂਕਿ ਉਹ ਵੀ ਟੈਟ ਆ ਤੇ ਤੂੰ ਵੀ ਟੈਟ ਹੈ। ਅਸੀਂ ਹੋਸਟ ਆ। ਪਹਿਲਾਂ ਤੁਸੀਂ ਖੋਸੇ ਦੀ ਵੀਡੀਓ ਜਾਰੀ ਕਰੋ ਜਿਹੜੀ ਕਹਿੰਦੇ ਨਸ਼ਾ ਕਰਕੇ ਕਰਦਾ ਫਿਰਦਾ। 25 ਸਾਲ ਦੇ ਰਿਕਾਰਡ ਵਿੱਚ ਜੇ ਚਾਹ ਨਿਕੋਟਿਨ ਵੀ ਇੱਕ ਵਾਰੀ ਆ ਗਈ ਸੈਂਪਲ ਵਿੱਚ, ਸੰਗਤ ਦੇ ਥੱਲੇ ਬਹਿ ਜਾਊਗਾ, ਜੁੱਤੀਆਂ ਸੰਗਤ ਦੀਆਂ ਤੇ ਸਿਰ ਖੋਸੇ ਦਾ ਹੋਊਗਾ। ਪਰੰਤੂ ਜੇ ਨਸ਼ਾ ਡੋਪ ਟੈਸਟ ਵਿੱਚ ਚਾਹ ਵੀ ਨਾ ਆਈ, ਫਿਰ ਹੈਪੀ ਕਿੱਥੇ ਜਾਓ? ਦੱਸ ਹੈਪੀ ਕਿੱਥੇ ਜਾਓਗੇ? ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਣਾ ਲਿਆ ਨਿੱਜੀ ਜਗੀਰ। ਸਵੇਰੇ ਮੈਂ ਗਿਆ ਦਰਬਾਰ ਸਾਹਿਬ, ਉੱਥੇ ਮੈਂ ਵੇਖਿਆ ਉੱਥੇ ਥੱਲਿਓਂ ਝੱਗਾ ਵੀ ਨਹੀਂ ਲਾਉਂਦੇ, ਉੱਪਰ ਦੀ ਲੀਲਾ ਕੋਲਾ ਪਾ ਲੈਂਦੇ ਆ। ਉਹ ਆ ਜਾਂਦੇ ਖੜ ਜਾਂਦੇ ਆ, ਚਲੋ ਠੀਕ ਆ, ਸੇਵਾ ਕਰਨੀ ਫਰਜ਼ ਬਣਦਾ, ਪਰੰਤੂ ਹਰ ਇੱਕ ਨੂੰ ਚੱਲ 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 ਚੱਲ। ਕਿਉਂ? ਤੁਹਾਡੇ ਪਿਓ ਦਾ ਨਹੀਂ ਦਰਬਾਰ ਸਾਹਿਬ, ਸੰਗਤਾਂ ਦੀ ਸ਼ਰਧਾ ਭਾਵਨਾ ਨਾਲ ਉਹਨਾਂ ਨੂੰ ਚੱਲ ਚੱਲ। ਤੇ ਜਦੋਂ ਆ ਮੀਟਕਣਾ ਜਿਹਾ, ਉਹ ਨਿੱਕਾ ਜਿਹਾ ਬੱਚਾ ਜਿਹਾ, ਇੱਕ ਉਹਨੂੰ ਕਿਰਪਾਨ ਲੈਤੀ, ਆ ਲੈ ਕੇ ਦਿਓ, ਏਡੀ ਕਿਰਪਾਨ ਲੈ ਕੇ ਦਿਓ, ਉਹਨੂੰ ਥੱਲੇ ਲੱਗ ਜਾ ਕਰਨੀ। ਛੋਟੀ ਜਿਹੀ ਕਿਰਪਾਨ ਨਿੱਕੀ ਜਿਹਾ ਚੱਕੀ ਦੋਹਾਂ ਸਾਲਾਂ ਫੜੀ ਘੁੱਟ ਕੇ ਉਹਨੂੰ ਪਾਸੇ ਕਰੀ ਜਾਣ। ਉਹ ਮੈਂ ਕਿਹਾ ਇਹ ਤਾਂ ਦੱਸ ਕੀ ਦੱਸ ਤੁਸੀਂ ਭਰਾ ਕੀ ਬਣਾਉਂਦੇ ਆ? ਇਹ ਤਾਂ ਵਿੱਚ ਦੀ ਲੰਘ ਜੂ, ਜਿੱਦਾਂ ਮਰਜ਼ੀ ਲੈ ਜਾਓ ਇਹਨੂੰ ਕਿਹੜਾ ਰੁਪਏਦਾਰ ਬਣਾ ਕੇ ਦੇਣ ਦੀ? ਉਹ ਕੌਮ ਦਾ ਹੋਵੇ ਜਥੇਦਾਰ ਤੇ ਦਰਬਾਰ ਸਾਹਿਬ ਜਾਣ ਨੂੰ ਰਾਹ ਬਣਾ ਕੇ ਦੇਣਾ ਪਵੇ। ਉਹ ਲੱਗੇ ਲਾਈਨ 'ਚ, ਉਹ ਖੜਾ ਹੋਵੇ ਤੇ ਲੋਕ ਵੇਖਣ ਬਈ ਸਾਡਾ ਜਥੇਦਾਰ ਖੜਾ ਹੋਵੇ, ਅਸੀਂ ਵੀ ਲਾਈਨ ਵਿੱਚ ਜਾਣਾ। ਹੱਦ ਹੋ ਗਈ। ਤੁਸੀਂ ਲੱਭਿਆ ਕੀ ਵੇਖਿਆ? PhD ਉਹ ਵੀ ਕਰਾਉਣ ਦੀ। ਦਰ ਫਿੱਟੇ ਮੂੰਹ ਤੁਹਾਡਾ। ਜੇ PhD ਕਰਾਉਣੀ ਸੀ ਗੁਰੂ ਗ੍ਰੰਥ ਸਾਹਿਬ ਦੀ PhD ਕਰ ਲੈਂਦੇ। ਤੇ ਜਿਹੜੀ ਭੈਣ ਕੋ ਲੇਖ ਬਣਾਉਂਦਾ ਉਹ ਵੀ ਮੈਨੂੰ ਚੰਗੀ ਤਰ੍ਹਾਂ ਜਾਣਦੀ ਹੈ। ਅਨੰਦਪੁਰ ਸਾਹਿਬ ਖੰਡ ਕੀਰਤਨੀ ਜਿਹਦੇ ਨਾਲ ਰਿਲੇਟਡ ਆ, ਸ਼ਾਇਦ ਉਹ ਵੀ ਗੁੱਸਾ ਕਰ ਜਾਵੇ। ਲੌਂਗੋਵਾਲ ਉਹਨੂੰ ਲੇਖ ਬਣਾ ਕੇ ਉਹ ਦਊ। ਉਹ ਤੁਹਾਨੂੰ ਤੇ ਬੋਲਣਾ ਨਹੀਂ ਆਉਂਦਾ। ਆ ਲੌਂਗੋਵਾਲ ਤੇ ਮੈਂ ਅੱਜ ਕਲੀਅਰ ਕਰਦਾ, ਮੈਂ ਇੱਕ ਕੇਸ ਕੀਤਾ ਸੀ। ਇਹਨੇ ਕਿਹਾ ਸੀਗਾ ਲਿਆ ਕਪਾਹ ਸੰਤੋਖ ਸੂਤ ਜੱਟ ਗੰਡੀ 7 ਵੱਟ, ਇਹ ਜਨੇਊ ਜਈ ਕਾ ਹੈ ਤਾਂ ਭਾਂਡੇ ਘੱਟ। ਇਹਨੇ ਬੋਲਿਆ ਸੀਗਾ ਨਾਨਕਾ ਇੱਥੇ ਰੱਖ। ਸਿਮਰਨ ਟੀਵੀ ਦੇ ਉੱਤੇ ਆ ਲੌਂਗੋਵਾਲ ਹਜੇ ਤੇ ਆਪਣਾ ਪੇਚਾ ਉੱਥੇ ਪੈਣਾ, ਮੈਂ ਹਾਈ ਕੋਰਟ ਜਾਣਾ। ਹਜੇ ਪੇਚਾ ਉੱਥੇ ਪੈਣਾ। ਤੁਹਾਨੂੰ ਬਾਣੀ ਦਾ ਇੱਕ ਅੱਖਰ ਨਾ ਪੜ੍ਹਨਾ ਆਵੇ, ਤੁਸੀਂ ਜਾਵੋ ਸੌਦੇ ਸਾਦੇ ਡੇਰੇ ਤੇ, ਤੁਸੀਂ ਜਾਵੋ ਅਸਾਈਆਂ ਦੇ। ਉਹ ਸਾਈਆਂ ਕਿਤੇ ਤੇ ਵਧਾਈਆਂ ਕਿਤੇ, ਆਂਡੇ ਕਿਤੇ ਤੇ ਕੁੜ ਕਿਤੇ। ਜੇ ਨਹੀਂ ਜੋਗੇ ਹੀ ਨਹੀਂ ਹੈ ਸੀਗੇ, ਫਿਰ ਤਖਤਾਂ ਤੇ ਕਿਉਂ ਆਉਣਾ ਸੀਗਾ? ਫਿਰ ਪ੍ਰਧਾਨਗੀਆਂ ਕਿਉਂ ਲੈਣਾ ਸੀ? ਮੈਂ ਤੈਨੂੰ ਕੱਲ ਵੀ ਬੇਨਤੀ ਕੀਤੀ ਸੀ ਲੌਂਗੋਵਾਲ ਸਾਹਿਬ, ਅੱਜ ਵੀ ਕਰਦਾ ਵੀ ਤੁਹਾਡਾ ਡੇਰਾ ਵਿਹਲਾ। ਤੁਹਾਡਾ ਡੇਰਾ ਵਿਹਲਾ ਕਿਹੜਾ? ਉਹ ਬਾਪੂ ਤੁਹਾਡਾ ਜਿਹੜਾ ਪਿਤਾ ਜੀ ਤੁਹਾਡਾ, ਤੇ ਉੱਥੇ ਬੀਬੀ ਵੀ ਵਿਹਲੀ ਤੁਹਾਡੇ ਉੱਥੇ। ਉਹ ਬੀਬੀ ਜਿਹੜੀ ਡੇਰੇ ਨੂੰ ਕੰਟਰੋਲ ਕਰਦੀ, ਤੇ ਤੂੰ ਵੀ ਵਿਹਲਾ।
ਕੱਚੇ ਹੋ ਜਾਓ ਭਰਾਵਾ, ਆਪਦਾ ਡੇਰਾ ਸੰਭਾਲ ਲਓ ਜਾ ਕੇ। ਸਾਡੇ ਗਲੋਂ ਲੈ ਜਾਓ, ਰੱਬ ਦਾ ਵਾਸਤਾ ਹੀ ਉੱਥੇ ਚਲੇ ਜਾਓ। ਹੁਣ ਉੱਥੇ ਤੁਹਾਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਹੈਗਾ। ਜਾਓ ਕੌਮ ਦੇ ਗਲੋਂ ਲੈ ਜਾਓ, ਜਾਓ ਜਾ ਕੇ ਆਪਦਾ ਡੇਰਾ ਸੰਭਾਲ ਲਓ। ਤਾਂ ਮੁੜ ਕੇ ਵੀ ਫੇਰ ਤੁਸੀਂ ਉੱਥੇ ਜਾਣਾ ਹੀ ਆ, ਫੇਰ ਅਕਾਲ ਤਖਤ ਸਾਹਿਬ ਤੇ ਜੁੱਤੀਆਂ ਝਾੜਦੇ ਆਣ ਕੇ ਫੇਰ ਤੁਸੀਂ ਸਪੋਰਟਸ ਤੇ ਬੂਟ ਪਾਲਿਸ਼ ਕਰੀ ਜਾਣੇ ਆ। ਹੁਣ ਜੇ ਅਖੇ ਦੀ ਤਨਖਾਹ ਰਾਤੀ ਲੈ ਵੇ ਨਵੀਂ ਤਨਖਾਹ ਵੇਖੀ ਕਿਹੜੀ, ਅਗੇ ਝਾੜੂ ਫੇਰਨਾ ਤੇ ਚੱਕ ਝਾੜੂ ਵਾਲਾ ਆਪਾਂ ਦੋਵੇਂ ਜਣੇ ਫੇਰਿਆ ਕਰੀਏ, ਗਲੀਏ ਲੱਭੀਏ ਨਾ ਵੇਖੀਆਂ ਭਲਾ ਫਿਰਦਾ ਝਾੜੂ। ਉਹ 50 ਜਾਣੇ ਨਾਲ ਦਾ ਫੁਰ ਕੇ ਲੈ ਲੈ 45 ਫੁਰ ਕਰਕੇ ਲੈ ਲੈ ਤੇ 100 ਲੈ ਲਿਆ ਮੀਡੀਆ ਲੱਗੇ ਜੀ ਝਾੜੂ ਫੇਰ। ਇਹ ਸਾਫ ਕਰੀਆਂ ਜੀ ਕਹਿੰਦੇ ਫਰੀ ਜਾਂਦੇ ਆ। ਇੱਥੇ ਟੱਲ ਰਹੇ ਕੁੱਤਿਆਂ ਦਾ ਸੀੜ ਪਿਆ ਜੀ, ਸਵੇਰੇ ਮੈਂ ਝੜਿਆ ਬਾਲਟੀ ਨਾਲ ਸੇਵਾ ਕਰੀ ਸਿੰਘਾਂ ਨੇ। ਆ ਜੀ ਸਵੇਰੇ ਇੱਥੇ ਹੋਰ ਲੱਭ ਦਿਆਂਗੇ ਤੈਨੂੰ ਬਹੁਤ ਆ ਗੰਦ, ਚੱਕੀਏ ਆ ਫਿਰ ਆ ਗੰਦਗੀ ਸਾਫ਼ ਕਰੀਏ। ਐ ਨਹੀਂ ਹੁੰਦਾ, ਏਦਾਂ ਨਹੀਂ। ਆਪੇ ਮੈਂ ਰੱਜੀ ਪੁੰਜੀ, ਆਪੇ ਮੇਰੇ ਬੱਚੇ ਜੀਣ, ਆਪੇ ਕਰੋ ਬੇਅਦਬੀਆਂ, ਆਪੇ ਸੇਵਾ ਨਿਸ਼ਚਿਤ ਕਰ ਲਓ। ਤੇ ਦੂਜਾ ਲੈਣਾ ਆ ਲਾਣਾ ਕੀ ਕਰੀਏ ਨਾ ਲਾੜਿਆਂ ਦਾ। ਆ ਜਿਹੜੇ ਸਾਡੇ ਛੋਟੇ ਮੁਲਾਜ਼ਮਾਂ ਵੀਰ ਇਹ ਲੋਕਾਂ ਨੂੰ ਕਹਿਣਗੇ ਵੀ ਰੇੜੀ ਰਹੇ ਸੋਈ ਸਿੱਖ ਮੇਰਾ, ਐਡਾ ਗਲ ਖੋਲ ਕੇ ਪ੍ਰਚਾਰ ਕਰਨਗੇ ਤੇ ਸਵੇਰ ਦੇ ਪੰਡਾਂ ਭਰੀ ਆਉਂਦੇ, ਭੱਜੇ ਜਾਂਦੇ, ਭੱਜੇ ਆਉਂਦੇ, ਭੱਜੇ ਜਾਂਦੇ, ਭੱਜੇ ਆਉਂਦੇ। ਕੀ ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਆ ਕਿ ਲੌਂਗੋਵਾਲ ਦੇ ਸਿੱਖ ਹੋਏ ਭਾਈ? ਕੀ ਹੋ ਜੂਗਾ? ਗੁਰੂ ਸਾਨੂੰ ਰੋਟੀ ਦਿੰਦਾ ਨਾਲੇ ਪੜ੍ਹਦੇ ਆ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਕਾ ਰਿਸ਼ਤਾ ਅੱਗੇ ਕਰ ਧਰਿਆ। ਫਿਰ ਦੂਜਿਆਂ ਵਾਸਤੇ ਕਿਉਂ? ਤੁਹਾਡੇ ਵਾਸਤੇ ਪੰਕਤੀਆਂ ਲਾਗੂ ਨਹੀਂ ਹੁੰਦੀਆਂ। ਉਹ ਜੇ ਛੱਡ ਕੇ ਘਰੇ ਬਹਿ ਜਾਓ ਤੇ ਸਾਡੇ ਨਾਲ ਹੀ ਆ ਖੰਡ ਪਾਠੀ ਵੀਰਾਂ ਦੀ ਭੇਡਾਂ ਨਾ ਵਧੀ। ਹਾਏ ਬੋੜੀ ਮਾਰ ਗਏ, ਲੁੱਟ ਲਿਆ, ਧਾੜਿਆ, ਸਾਡੇ ਨਾਲ ਧੱਕਾ ਹੋ ਗਿਆ, ਸਾਰੇ ਖੰਡ ਪਾਠੀ ਬਾਹਰ। ਆ ਮੇਰੇ ਕੀਰਤਨੀ ਵੀਰਾਂ ਨਾਲ ਥੋੜਾ ਜਿਹਾ ਹੋਇਆ, ਹਾਏ ਮਾਰੇ ਗਏ, ਹਾਏ ਲੁੱਟੇ ਗਏ, ਹਾਏ ਬਾਹਰ। ਉਹ ਜਿਹਦਾ ਕੀਰਤਨ ਕਰਦੇ ਤੇ ਜਿਹਦਾ ਖੰਡ ਪਾਠ ਕਰਦੇ ਆ, ਜੋ ਹੋਈ ਨਹੀਂ ਲਾਉਂਦਾ ਉਹ ਬੋੜੀ ਵਾਸਤਾ ਰੱਬ ਦਾ ਆਰੋ ਬਾਹਰ ਆਉਣਾ। ਹੁਣ ਕੌਣ ਬਾਹਰ ਆਊਗਾ? ਫਿਰ ਨਜ਼ਰੀ ਆਉਣੇ ਹੋ। ਆ ਸਾਰੇ ਕੀਰਤਨੀਏ, ਸਾਰੇ ਪਾਠੀ ਤੇ ਸਾਰੇ ਰਾਗੀ, ਆਪਣੇ ਰਾਗੀ ਢਾਡੀ ਗ੍ਰੰਥੀ ਸਾਰੇ ਜਵਾਬ ਦੇ ਦੇਣ ਵੀ ਅਸੀਂ ਨਹੀਂ ਆਣਾ, ਲਿਆਓ 328 ਸਰੂਪ। ਫਿਰ ਲੌਂਗੋਵਾਲ ਹਰਮੰਦਰ ਸਾਹਿਬ ਡਿਊਟੀ ਕਰ ਲੂਗਾ। ਚਲੋ ਹਰਮੰਦਰ ਸਾਹਿਬ ਦੀ ਤਾਂ ਮਰਿਆਦਾ ਚੱਲਦੀ ਰਹਿਣੀ ਚਾਹੀਦੀ ਆ। ਖੰਡ ਪਾਠਾਂ ਵਾਲੇ ਪਾਠੀ ਤੇ ਕੀਰਤਨੀਏ ਕਹਿ ਰਹੇ ਵੀ ਨਹੀਂ, ਦਰਬਾਰ ਸਾਹਿਬ ਨੂੰ ਛੱਡ ਕੇ ਬਾਕੀ ਸਭ ਖਲਾਸ, ਹੱਥ ਖੜੇ। ਇਹਨਾਂ ਦੀ ਨਾਨੀ ਯਾਦ ਆ ਗਈ। ਪਰ ਕਿੱਥੋਂ ਜੇ ਜੀਵੇ ਪੱਤ ਲੱਥੀ ਜਾਏ ਸਭ ਹੈਰਾਨ ਜੇ ਤੱਕ ਦਿਖਾਏ। ਲੋਕਾਂ ਨੂੰ ਕਹਾਈ ਜਾਂਦੇ ਹੋ, ਖੁਦ ਕਦੋਂ ਕਰਨਾ ਅਮਲ? ਖੁਦ ਅਮਲ ਕਰੀਏ। ਉੱਥੇ ਅਮਲਾਂ ਦੇ ਹੋਣਗੇ ਨਵੇੜੇ ਜਾਤ ਕਿਸੇ ਪੁੱਛਣੀ ਨਹੀਂ ਹੈਗੀ। ਤੇ ਸਾਨੂੰ ਵੀ ਲੋਕ ਵੇਖਦੇ ਆ, ਫਿਰ ਕਹਿੰਦੇ ਜੀ ਗਿਆਨੀ ਜਰਨੈਲ ਸਿੰਘ ਬੋਲਦਾ ਸੀ ਤੇ ਅੰਮ੍ਰਿਤ ਛਕ ਲੈਂਦੇ ਸੀ ਲੋਕ। ਉਹ ਆਪ ਅੰਮ੍ਰਿਤ ਚ ਪਰਨਾਇਆ ਸੀ ਭਾਈ ਤਾਂ ਛਕਦੇ ਸੀ। ਹੁਣ ਸਾਡੇ ਕਹਿਣੇ ਕੌਣ ਛਕੂ? ਉਹਨਾਂ ਨੂੰ ਪਤਾ ਵੀ ਕਿਤਾਬਾਂ ਤੇ ਲੌਂਗੋਵਾਲ ਦੀਆਂ ਚੱਕਣੀਆਂ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੀ ਨਹੀਂ ਕਰਦੇ। ਇਹਨਾਂ ਦੇ ਕਹਿਣੇ ਕੌਣ ਛਕੂਗਾ? ਕਿਉਂ ਦਲਵੇ ਜੱਟ ਬਣਦੇ ਆ? ਲੋਕਾਂ ਨੇ ਜੁੱਤੀ ਚੱਟ ਨਾ ਰੱਖਿਆ, ਜੁੱਤੀ ਚੱਟ। ਹੁਣ ਤਾਂ ਪਾਲਿਸ਼ ਕਰਾਉਣ ਦੀ ਵੀ ਲੌਂਗੋਵਾਲ ਨੂੰ ਲੋੜ ਪੈਂਦੀ, ਕਿਉਂਕਿ ਵੱਡੇ ਵੱਡੇ ਸਾਧ ਹੀ ਚੱਟ ਲੈਂਦੇ ਆ। ਉਹ ਇੰਨੀ ਸਾਫ਼ ਕਰੀ ਫਿਰਦੇ ਆ। ਮਰ ਗਈ ਸਾਡੀ ਜ਼ਮੀਰ, ਕਹਿੰਦੇ ਜੀ ਸਾਡੀ ਫਲਾਨੀ ਸੰਸਥਾ ਨਾਲ ਗੁਰੂ ਗ੍ਰੰਥ ਸਾਹਿਬ ਦਾ ਨਾਂ, ਗੁਟਕਿਆਂ ਦੇ ਆਪਦਾ ਨਾਂ। ਉਹ ਮਰ ਜਾਓ ਡੁੱਬ ਕੇ, ਜਦੋਂ 328 ਸਰੂਪ ਗਏ ਤੁਸੀਂ, ਤੁਹਾਡਾ ਨਾਮ ਆਇਆ ਹੀ ਨਹੀਂ ਬਾਹਰ। ਕਿੱਥੇ ਚਲੇ ਗਏ ਤੁਸੀਂ? ਕਿਹੜੇ ਖੁੱਡ ਚ ਵੜ ਗਏ, ਕਿਹੜੀ ਕੁੰਦਰ ਚ ਵੜ ਗਏ? ਤੇ ਕਹਿੰਦੇ ਅਰਦਾਸਾਂ ਪਤਾ ਕਿੱਦਾਂ ਕਰਦੇ? ਸੱਚਾ ਪਾਤਸ਼ਾਹ ਇਹਨਾਂ ਦੀ ਚੜ੍ਹਦੀ ਕਲਾ ਰੱਖੀ। ਮਰ ਜਾਓ ਡੁੱਬ ਕੇ, ਹੁਣ ਕਹਿ ਦਿਓ ਸੱਚਾ ਪਾਤਸ਼ਾਹ ਇਹਨਾਂ ਦੀ ਚੜ੍ਹਦੀ ਕਲਾ ਰੱਖੀ। ਤੈਨੂੰ ਏਦਾਂ ਬੋਲਦੇ ਰਹਿਣ, ਤੈਨੂੰ ਏਦਾਂ ਖਪਾਉਂਦੇ ਰਹਿਣ, ਤੈਨੂੰ ਏਦਾਂ ਵੇਚਦੇ ਰਹਿਣ। ਇਹੋ ਹੀ ਅਰਦਾਸ ਕਰਦੇ ਹੋ ਜੇ ਦੂਜੀ ਨਹੀਂ ਕਰ ਸਕਦੇ। ਕਦੋਂ ਬੋਲੋਗੇ? ਮਹਾਰਾਜ ਦੀ ਬਾਣੀ ਕਹਿੰਦੀ ਬੋਲ ਉਸ ਧਰਮੀ ਅੜਿਆ ਮੌਨ ਕੱਤ ਧਾਰੀ। ਕਿਉਂ ਮੌਨ ਧਾਰੀ ਹੈ? ਕਿਉਂ ਨਹੀਂ ਬੋਲਦੇ? ਅਸੀਂ ਹੁਣ ਕੀ ਕਰਨਾ? ਰੌਲਾ ਅਸੀਂ ਬਹੁਤ ਪਾ ਲਿਆ। ਅਸੀਂ ਕੀ ਕਰਨਾ? ਕਹਿੰਦੇ ਜੀ ਕੀ ਕਰੀਏ? ਕਦੇ ਕੋਈ ਮਾਇਆ ਦਾ ਪੁੱਛਦਾ ਕੀ ਕਰੀਏ? ਮਾਇਆ ਦਾ ਤੁਹਾਨੂੰ ਦੱਸਿਆ ਸੀ ਅੱਜ ਦਾ ਖਰਚਾ 7200 ਰੁਪਇਆ ਆ। ਜਿਹਨੇ ਦੇਣਾ ਪ੍ਰੈਸ ਵਾਲੇ ਨੂੰ ਦੇ ਦਿਓ। ਇਹਨਾਂ ਵਾਲੇ ਮੇਰੇ ਫੋਨ ਦੇ ਕੰਨ ਕਰਕੇ ਖਾਈ ਜਾਓ ਵੀ 7200 ਰੁਪਏ ਦੇ ਥਾਂ
ਤੇ ਮੈਨੂੰ 7200 ਡਾਕਟਰ ਨੂੰ ਦੇਣਾ ਪਵੇ ਨਾ, ਉੱਥੇ ਪ੍ਰੈਸ ਵਾਲੇ ਦਾ ਸਾਨੂੰ ਨੰਬਰ ਦੇ ਦਿਆਂਗੇ, ਜਾ ਕੇ ਦੇ ਆਓ ਮੈਨੂੰ। ਦੂਜੀ ਸਾਨੂੰ ਮਾਇਆ ਦੀ ਇੱਥੇ ਕੋਈ ਲੋੜ ਨਹੀਂ ਹੈਗੀ। ਆਓ ਬੈਠੋ, ਕੰਮ ਕੀ ਕਰਨ ਵਾਲਾ, ਪਿੰਡਾਂ ਵਿੱਚ ਜਾਓ। ਇੱਕ ਪੈਪਲੇਟ ਬਣਾਇਆ ਜੀ, ਤੁਹਾਨੂੰ ਇੱਥੋਂ ਸਮੱਗਰੀ ਦਿੰਦੇ ਆ, ਇਹਦੇ ਫਲੈਕਸ ਬਣਾਓ, ਇਹਦੀਆਂ ਦੂਜੇ ਪੋਸਟਰ ਬਣਾਓ, ਘਰਾਂ ਚ ਲਾਓ। ਜਿਹੜੇ ਆਪਾਂ ਵੰਡਨੇ ਹੈਗੇ ਆ, ਆਹ ਦੇਖੋ ਇਨਸਾਫ ਮੋਰਚਾ ਕਿਉਂ, ਇਹਦੇ ਵਿੱਚ 6ਵੀਂ ਮੱਦ ਕੱਟਣ ਵਾਲੀ ਹੈ, ਕਿਉਂਕਿ ਇਹਨਾਂ ਨੇ ਰਿਪੋਰਟ ਥੋੜੀ ਬਹੁਤੀ ਜਨਤਕ ਕੀਤੀ ਆ। ਆਪਾਂ ਜਿੰਨੀ ਗੱਲ ਇਹਨਾਂ ਨੇ ਕੀਤੀ ਆ ਉਹ ਕੱਟਣੀ ਆ। ਕੱਲ ਨੂੰ ਸਾਨੂੰ ਸੰਗਤ ਵਿੱਚ ਝੂਠੇ ਨਾ ਹੋਣਾ ਪਵੇ। ਜਿਹੜੀ 2-3-4 ਪੇਜ ਕੋਈ ਰਹਿੰਦੇ ਉਹ ਗੱਲ ਵੱਖਰੀ ਆ, ਕਿਉਂਕਿ ਥੋੜੀ ਜਿਹੀ ਕਾਹਲੀ ਹੋ ਗਈ ਗੱਲ। ਸੋ ਇਹ ਪਿੰਡ ਲਾਓ ਨੌਜਵਾਨ ਨੂੰ। ਤੇ ਤੁਸੀਂ ਨੈਣਾ ਦੇਵੀ ਦੇ ਬੜੇ ਮੋਟਰਸਾਈਕਲ ਲੈ ਕੇ ਜਾਂਦੇ, ਝੱਡੀਆਂ ਬੰਨ ਕੇ, ਚਿੰਤਪੁਰਨੀ ਦੇ ਬੜੇ ਜਾਂਦੇ ਹੋ, ਸ਼੍ਰੀ ਅਨੰਦਪੁਰ ਸਾਹਿਬ ਬਹੁਤ ਜਾਂਦੇ ਹੋ, ਪਰ ਹਰਮੰਦਰ ਸਾਹਿਬ ਤੁਹਾਨੂੰ ਕਿਉਂ ਦੂਰ ਹੋ ਗਿਆ? ਲਿਆਓ ਮੋਟਰਸਾਈਕਲ, ਉਹੀ ਲੰਡੇ ਲੁੰਡੇ ਕੱਢ ਕੇ ਬਾਹਰ, ਇੱਕ ਅੱਧਾ ਦੇ ਥੱਲੇ ਛੱਡ ਦਿਆ ਕਰੋ ਦੂਜੇ ਦੇ, ਵੀ ਸਾਡੀ ਗੱਡੀ ਤੇ ਚੜਾਤਾ ਹੀ ਮੋਟਰਸਾਈਕਲ ਨੇ। ਇਹਨਾਂ ਨੂੰ ਲਾਈਏ ਪਰਚੀਆਂ ਪੁਰਚੀਆਂ ਦੇ ਆਰੇ। ਇਹ ਤੇ ਵਿਹਲੇ ਰੋਜ਼ ਐਵੇਂ ਆ ਜਾਂਦੇ ਮੂੰਹ ਚੱਕ ਕੇ ਲੌਂਗੋਵਾਲ ਵਰਗੇ ਦਰਬਾਰ ਸਾਹਿਬ ਨੂੰ। ਤੇ ਦੂਜੀ ਬੇਨਤੀ ਜਿਹੜੇ ਆ ਇੱਧਰਲੇ ਪਾਸੇ ਪਾਰਕਿੰਗ ਤੇ ਬੈਠੇ ਸੇਵਾਦਾਰ, ਇਹਨਾਂ ਦੇ ਚਰਨਾਂ 'ਚ ਮੈਂ ਕਰਦੇ ਆ, ਅਸੀਂ ਬਹੁਤ ਖੁਸ਼ ਹਾਂ ਕਿ ਕੋਈ ਗੱਡੀ ਅੰਦਰ ਨਹੀਂ ਆਉਣੀ ਚਾਹੀਦੀ, ਪਰੰਤੂ ਆ ਜਿਹੜੀ PB 20001 ਏਦਾਂ ਕਈ ਨੰਬਰ ਜੇ ਲਾ ਕੇ ਦਿਲ ਨੂੰ ਖਿੱਚਵੇਂ ਜੇ ਨੰਬਰ ਲਾਏ ਤੁਹਾਡੇ ਤੇ ਵਿੱਚ ਬੈਠੇ ਮੂੰਹ ਬੰਨ ਕੇ, ਜੇ ਤਾਂ ਗੁਰੂ ਰਾਮਦਾਸ ਜੀ ਬੈਠੇ ਆ ਫਿਰ ਤੁਸੀਂ ਨਹੀਂ ਰੋਕ ਸਕਦੇ। ਤੇ ਜੇ ਤੁਹਾਡੇ ਸਕੱਤਰ ਬੈਠਿਆ ਫੇਰ ਨਾ ਆਖੋ ਜੁੱਤੀ ਤਣ ਹੋ ਜਾਊਗਾ, ਗੱਜ ਕੇ ਆਖੋ ਸਤਨਾਮ। ਪੂਰੀ ਜੁੱਤੀ ਫਿਰੂਗੀ। ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਆ। ਇਹ ਤੁਰ ਕੇ ਆਉਣ ਪਿੱਛੋਂ। ਤੁਹਾਨੂੰ ਦੱਸਦੀ ਗੱਲ, ਸਾਡਾ ਸੰਘਰਸ਼ ਇੱਥੇ ਸ਼ਾਂਤਮਈ ਆ। ਜੇ ਕੋਈ ਇੱਥੇ ਦੱਲਾ ਗੱਡੀ 'ਚ ਸਾਡੇ ਸਾਹਮਣੇ ਨਹੀਂ ਲੰਘਿਆ, ਜੁੱਤੀਆਂ ਫਿਰਾਂਗੇ। ਤੁਰ ਕੇ ਆਓ, ਤੁਰ ਕੇ, ਜਿੱਦਾਂ ਸੰਗਤ ਤੁਰ ਕੇ ਆਉਂਦੀ ਹੈ। ਇੱਥੇ ਗੱਡੀਆਂ ਚੜਾ ਕੇ, ਤੇ ਜੇ ਤੁਸੀਂ ਨਾ ਟਿਕੇ ਤੇ ਫਿਰ ਮਹਾਂਕਾਲ ਕੋਲ ਸੰਗਲ ਲਵਾਵਾਂਗੇ। ਦੋ ਡੇਰੇ ਤੁਹਾਡੇ ਆਪਣੇ ਨੂੰ ਖਾਲਸਾ ਪੰਥ ਲਾਊਗਾ ਸੰਗਲ, ਅਸੀਂ ਵਜਾਵਾਂਗੇ ਤਾੜੀਆਂ। ਕਿਉਂਕਿ ਜਦੋਂ ਦੋ ਤਕੜੇ ਲੜਨਗੇ ਫਿਰ ਮਾਰੇ ਤੇ ਫਿਰ ਤਾੜੀ ਮਾਰੇ ਸਕਦੇ ਹਾਂ, ਤਾਂ ਤਾੜੀ ਮਾਰਾਂਗੇ ਵੀ ਆਹ ਬਹੁਤ ਸੋਹਣਾ ਹੋਇਆ ਤੁਹਾਡੇ। ਸੋ ਇਸ ਕਰਕੇ ਬਾਜ ਆ ਜਾਓ। ਆ ਜਿਹੜੇ ਦੱਲੇ ਦੁੱਲੇ ਜੇ, ਆ ਜਿਹੜੇ ਚਿਤਰੇ ਪਿਤਰੇ ਜੇ ਤੁਰੇ ਫਿਰਦੇ ਆ 20 ਕਿਲੋ ਦਾਲ ਲੈਣ ਵਾਸਤੇ, ਬਾਬਾ ਰਾਜਾ ਰਾਜ ਸਿੰਘ ਤੁਹਾਡਾ ਮਹਿਕਮਾ ਹੈ, ਤੁਸੀਂ ਤਾਂ ਵੈਸੇ ਕੋਈ ਕਸਰ ਛੱਡੀ ਨਹੀਂ ਹੈਗੀ, ਪਰੰਤੂ ਫੇਰ ਵੀ ਇਹ ਜਿਹੜੇ ਦਾਲਾਂ ਦੇ ਭੁੱਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਨਾਰਾਜ਼ਗੀ ਪ੍ਰਗਟਾਉਂਦੇ ਹੋ, ਉਹ ਭਲਿਓ ਜੇ ਆਪਦੇ ਡੇਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਚੱਕਦਾ ਬੰਦੇ ਨੇ ਤਾਂ ਕੀ ਤੁਹਾਨੂੰ ਕੁੱਤੇ ਨੇ ਮੱਥਾ ਨਹੀਂ ਟੇਕਣਾ? ਬੰਦੇ ਨੇ ਤਾਂ ਕੀ ਤੁਹਾਨੂੰ ਕੁੱਤਿਆਂ ਨੇ ਵੀ ਮੱਥਾ ਨਹੀਂ ਟੇਕਣਾ। ਭੁੱਲ ਜਾਓ ਕਿਤੇ, ਤੁਹਾਡੇ ਕਰਕੇ ਗੁਰੂ ਗ੍ਰੰਥ ਸਾਹਿਬ ਨਹੀਂ ਹੈਗਾ, ਗੁਰੂ ਗ੍ਰੰਥ ਸਾਹਿਬ ਕਰਕੇ ਤੁਸੀਂ ਹੋ। ਗੁਰੂ ਗ੍ਰੰਥ ਸਾਹਿਬ ਕਰਕੇ ਤੁਸੀਂ ਹੋ, ਤੁਹਾਡੇ ਕਰਕੇ ਗੁਰੂ ਗ੍ਰੰਥ ਸਾਹਿਬ ਨਹੀਂ ਹੈਗਾ। ਤੇ ਤੁਸੀਂ ਚੰਦ ਛਿਲੜਾ ਦੀ ਲਾਲਚ ਚ ਬਦਾਵੇ ਲਈ ਫਿਰਦੇ ਗੁਰੂ ਨੂੰ। ਆਓ ਇਕੱਠੇ ਹੋਵੋ ਨੌਜਵਾਨੋ। ਆ ਜਿਹੜੇ ਮੇਰੇ ਨੌਜਵਾਨ ਕਲੀਨ ਸ਼ੇਰ ਸਵੇਰ ਦੇ ਆਏ ਆ, ਉਹਨਾਂ ਦਾ ਦਿਲ ਦੀਆਂ ਗਲਾਈਆਂ ਤੋਂ ਧੰਨਵਾਦ ਆ, ਕਿਉਂਕਿ ਅੰਮ੍ਰਿਤਧਾਰੀ ਦਾ ਤੇ ਫਰਜ਼ ਹੈ ਹੀ ਹੈ। ਪਰੰਤੂ ਜਿਹੜਾ ਮੇਰਾ ਨੌਜਵਾਨ ਵੀਰ ਅਜੇ ਪਤਦਿਆ ਜਿਹੜਾ ਉਹ ਆਇਆ, ਉਹ ਬੜਾ ਵੱਡਾ ਸਾਨ ਹੈ। ਤੁਸੀਂ ਨੌਜਵਾਨ ਵੀਰੋ ਔਰ ਚੱਕ ਵੀ ਤਖਤੀ ਨੌਜਵਾਨ ਵੀਰੋ, ਤੁਹਾਨੂੰ ਇੱਥੋਂ ਆਉਂਦਿਆਂ ਨੂੰ ਮਿਲੂਗਾ ਅੱਜ 400 ਤਖਤੀ ਇਹਦੇ ਨਾਲ ਦੀ ਛਪਾਲੀ ਹੈ। ਤੁਸੀਂ ਮਾਰਚ ਲੈ ਕੇ ਆਉਣੇ ਆ। ਫੋਨ ਨੰਬਰ ਵੀ ਲਿਖਿਆ ਹੋਇਆ ਉੱਪਰ 9873258113, ਨੋਟ ਕਰ ਲਓ ਬੇਸ਼ੱਕ। ਤੁਸੀਂ ਫੋਨ ਕਰਨਾ, ਅੰਮ੍ਰਿਤਸਰ ਦੇ ਕਿਸੇ ਕੋਨੇ 'ਚ ਵੀ ਹੋਵੇ, ਉੱਥੇ ਤੁਹਾਨੂੰ ਤਖਤੀਆਂ ਪਹੁੰਚਣਗੀਆਂ। ਮੋਟਰਸਾਈਕਲ ਕਰਨੇ ਉੱਥੇ ਖੜੇ, ਉੱਥੋਂ ਤੁਰ ਕੇ ਬਾਜ਼ਾਰਾਂ ਵਿੱਚ ਦੀ ਹੁੰਦੇ ਹੋਏ ਲੌਂਗੋਵਾਲ ਦੇ ਧੌਣ ਤੇ ਗੋਡਾ ਰੱਖਣਾ ਚਾਹੀਦਾ, ਕਿਉਂਕਿ ਲੌਂਗੋਵਾਲ ਦੀ ਧੌਣ ਤੇਜਾ ਸਿੰਘ ਸਮੁੰਦਰੀ ਹਾਲ ਆ। ਆ ਜਾਓ ਫਿਰ। ਮਹੀਨੇ ਦੇ ਨਾ ਦਿਨ ਆ 30 12,600 ਤੇ ਕੁਝ ਪਿੰਡ ਆ ਪੰਜਾਬ ਦਾ। ਤੇ ਜੇ
ਵੇਖ ਲਓ ਵੀ ਹੁਣ ਕਿੰਨੇ ਕਿੰਨੇ ਆਉਂਦੇ ਆ। ਜੇ 10 5 ਵੀ ਇੱਕ ਪਿੰਡੋਂ ਨਿਕਲੋ ਤੇ ਕੀ ਕਰ ਦਿਓਗੇ ਤੁਸੀਂ? ਖੌਰੂ ਪਾ ਦਿਓਗੇ। ਹੁਣ ਤੁਸੀਂ ਆ ਕੈਟਰੀਨਾ ਕੈਫ ਦੀਆਂ ਤੇ ਦੂਜੀਆਂ ਜਿਹੜੀਆਂ ਫੋਟੋਆਂ ਸ਼ੇਅਰ ਕਰਨੀਆਂ ਛੱਡ ਦਿਓ। ਹੁਣ 328 ਸਰੂਪ ਵਾਲੀ ਛਾਣ ਲਓ ਤੇ ਆ ਜਾਓ 10 20 ਦਾ ਕਾਫਲਾ ਲੈ ਕੇ 20 ਆਉਣੇ ਹੋ। ਮੰਨ ਲਓ ਤੁਸੀਂ 5 ਆਉਣੇ ਹੋ ਤੇ 13000 ਨੂੰ ਗੁਣਾ ਕਰਕੇ ਵੇਖ ਲਓ ਕਿੰਨਾ ਬਣਦਾ। ਜੇ 2 ਹੀ ਆਉਣੇ ਹੋ ਤੇ 26000 ਬਣਦਾ। ਤੇ ਜੇ ਹੈਗਾ ਪਿੰਡ ਚੋਂ ਆਉਣੇ 12000 ਬਣਦਾ। ਤੇ ਜਦੋਂ 12000 ਪ੍ਰਾਹੁਣਾ ਕਿਸੇ ਦੇ ਘਰੇ ਆ ਜਾਵੇ ਉਹਨੂੰ ਵਕਤ ਪੈ ਜਾਂਦਾ। ਗੁਰੂ ਰਾਮਦਾਸ ਮਹਾਰਾਜ ਦੇ ਘਰੇ ਅਸੀਂ ਸ਼ਰਨ ਚ ਆਉਣਾ, ਪਰ ਲੌਂਗੋਵਾਲ ਦੇ ਤੇ ਅਸੀਂ ਫਿਰ ਕੁਝ ਹੋਰ ਬਣ ਕੇ ਆਵਾਂਗੇ ਨਾ। ਨੌਜਵਾਨ ਕੀ ਹੁੰਦੇ ਆ? ਹਾਂ ਬਸ ਫਿਰ ਠੀਕ ਆ, ਆਓ ਫਿਰ ਸੱਜ ਧੱਜ ਕੇ ਆਓ ਤੇ ਨਾਲ ਰੱਖੋ ਕੇਸ ਤੇ ਦਾੜੇ, ਕਿਉਂਕਿ ਮੁੜ ਕੇ ਜਦੋਂ ਗੱਲ ਆਉਣੀ ਰਿਸ਼ਤੇ ਦੀ ਸਹੀ ਤੇ ਫਿਰ ਉਹ ਮਰਿਆਦਾ ਦਾ ਪੰਗਾ ਨਾ ਪਵੇ ਕਿਤੇ। ਆਪਾਂ ਸਾਬਤ ਸੂਰਤ ਹੋ ਕੇ ਆਨੰਦ ਕਾਰਜ ਕਰਾਉਣੇ ਆ ਤੇ ਫਿਰ ਜਿੱਥੇ ਮਰਜ਼ੀ ਹੋ ਜਾਣ, ਫਿਰ ਕੋਈ ਐਡਾ ਡਰ ਨਹੀਂ ਹੈ। ਤੁਸੀਂ ਸਮਝਦੇ ਮੈਂ ਕੀ ਕਹਿਣਾ ਚਾਹੁੰਦਾ? ਸਾਬਤ ਸੂਰਤ ਸਤਾਰ ਸਿਰਾ, ਸਾਬਤ ਸੂਰਤ ਹੋਵੋ। ਨਸ਼ਿਆਂ ਨੂੰ ਬੁਲਾਓ ਫਤਿਹ। ਨਸ਼ੇ ਸਾਡਾ ਲੱਕ ਤੋੜਦੇ ਆ, ਨਸ਼ੇ ਸਾਡੀ ਜੜ ਵੱਢਦੇ ਆ। ਨਸ਼ਿਆਂ ਤੋਂ ਕਰੀਏ ਕਿਨਾਰਾ, ਬਾਣੀ ਤੇ ਬਾਣਾ। ਕਿਉਂਕਿ ਸੰਤ ਗਿਆਨੀ ਜਰਨੈਲ ਸਿੰਘ ਦੀ ਤਸਵੀਰ ਤੁਹਾਨੂੰ ਬੜੀ ਪਿਆਰੀ ਲੱਗਦੀ ਆ। ਆ ਗੰਜੇ ਮੰਜਿਆਂ ਨੇ ਕੱਲ ਐਲਾਨ ਕੀਤਾ ਸੀ ਤੇ ਮੈਂ ਤੁਹਾਡੇ ਤੋਂ ਬਿਨਾਂ ਹੀ, ਤੁਹਾਡੀ ਪ੍ਰਵਾਨਗੀ ਤੋਂ ਬਿਨਾਂ ਹੀ ਕਿਹਾ ਸੀਗਾ ਵੀ ਤਸਵੀਰ ਰੱਖਾਂਗੇ ਇੱਥੇ। ਬਾਬੇ ਟਲ ਰਾਏ ਵਾਲੇ ਰਾਏ ਆਇਓ, ਲਾਉਣੀ ਟਿੱਕੀ ਉਂਗਲ ਕਰਕੇ ਦਿਖਾਓ ਜੇ ਗੁੱਟ ਨਾ ਝਾੜਿਆ ਤੇ। ਸੋ ਇਸ ਕਰਕੇ ਤੁਸੀਂ ਤਕੜੇ ਹੋਵੋ। ਸੰਤ ਗਿਆਨੀ ਜਰਨੈਲ ਸਿੰਘ ਦੀ ਤਸਵੀਰ ਜਿਹੜੀ ਅੱਜ ਵੈਰੀ ਨੂੰ ਡਰਾਉਂਦੀ ਕਿਉਂ ਹੈ? ਕਿਉਂਕਿ ਉਹ ਕਹਿੰਦਾ ਸੀਗਾ ਪੀਵੇ ਪੌਲ ਖੰਡੇ ਧਾਰ ਹੋਵੇ ਜਨਮ ਸਹੇਲਾ। ਤੇ ਆਓ ਆਪਾਂ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਵਹੀਰਾਂ ਘੱਟ ਕੇ ਗੁਰਦੁਆਰਾ ਮੰਜੀ ਸਾਹਿਬ ਵੱਲ ਨੂੰ ਆਈਏ ਤੇ ਨਾਲੇ ਹਰ ਐਤਵਾਰ ਤੇ ਬੁੱਧਵਾਰ ਇੱਥੇ ਅੰਮ੍ਰਿਤ ਹੁੰਦਾ ਤੇ ਬਾਟੇ ਛੋਟੇ ਪੈ ਜਾਣ। ਖਾਲਸਾ ਜੀ ਹੁਣ ਗੱਲਾਂ ਨਾਲ ਗੱਲ ਨਹੀਂ ਬਣਨ ਵਾਲੀ, ਹੁਣ ਕੁਰਬਾਨੀ ਮੰਗਦੀ ਆ ਕੌਮ। ਕੁਰਬਾਨੀ ਕਿਹੜੀ ਲੈਣੀ ਤੁਹਾਡੇ ਕੋਲੋਂ? ਕੁਰਬਾਨੀ ਲੈਣੀ ਆ ਵੀ ਨਾਈ ਦੇ ਨਹੀਂ ਜਾਣਾ, ਇਹ ਵੱਡੀ ਕੁਰਬਾਨੀ ਆ ਤੁਹਾਡੀ। ਨਾਈ ਦੇ ਨਹੀਂ ਜਾਣਾ ਆਪਾਂ, ਹੁਣ ਵੱਡੀ ਕੁਰਬਾਨੀ ਆ। ਤੇ ਸ਼ਰਾਬ ਨਹੀਂ ਪੀਣੀ, ਮਾਸ ਨਹੀਂ ਖਾਣਾ। ਇਹ 3 ਕੁਰਬਾਨੀਆਂ ਦੇ ਦਿਓ। ਜਿੱਦਣ ਤੁਸੀਂ 3 ਕੁਰਬਾਨੀਆਂ ਦੇਤੀਆਂ, ਕੇਸ ਰੱਖ ਲੈ ਨਾਈ ਦੇ ਜਦੋਂ ਪੈ ਹਾਥ, ਤੇ ਇਹ ਲੌਂਗੋਵਾਲ ਦੇ ਦਿਲ ਦੀ ਧੜਕਣ ਵੱਧ ਜੂ। ਕਿਉਂ? ਹਜੇ ਸੌਦੇ ਸਾਹ ਤੇ ਡੇਰੇ ਨੂੰ ਪਤਾ ਕਿਉਂ ਭੱਜ ਕੇ ਜਾਂਦੇ? ਕਹਿੰਦੇ ਉੱਥੇ ਵੋਟਾਂ ਜਾਣੀਆਂ। ਤੇ ਜਦੋਂ ਕੇਸਰੀ ਦਸਤਾਰਾਂ ਵਾਲੇ ਦਾੜੇ ਪ੍ਰਕਾਸ਼ ਵਾਲੇ ਸਾਬਤ ਸੂਰਤ ਨੌਜਵਾਨ ਹੋਏ ਫਿਰ ਤੁਹਾਡੇ ਮਗਰ ਆਉਣਗੇ ਤੇ ਫਿਰ ਜਿਹੜੀ ਮੈਂ ਰਿਸ਼ਤੇ ਵਾਲੀ ਗੱਲ ਕੀਤੀ ਸ਼ਾਇਦ ਉਹ ਵੀ ਤੁਹਾਨੂੰ ਇਹ ਲਾਭ ਪ੍ਰਾਪਤ ਹੋ ਜਾਏ, ਲਾਹਾ ਮਿਲ ਜਾਏ। ਕਿਉਂਕਿ ਸਾਬਤ ਸੂਰਤ ਦੇ ਘਰੇ ਰਿਸ਼ਤਾ ਕਰਨਾ ਇਹਨਾਂ ਨੇ, ਦੂਜੇ ਦੇ ਤੇ ਕਰਨਾ ਨਹੀਂ। ਹੁਣ ਭਾਵੇਂ ਇਹ ਦੂਜੇ ਹੀ ਕਹਿਣ ਵਿਖਾਉਣ ਨੂੰ ਤੇ ਗੱਲ ਆ, ਫਿਰ ਹੋਵੋ ਤਕੜੇ। ਅਸੀਂ ਬਾਦਸ਼ਾਹ ਦੇ ਪੁੱਤਾਂ, ਦਸ਼ਮੇਸ਼ ਪਿਤਾ ਦੇ, ਦਸ਼ਮੇਸ਼ ਪਿਤਾ ਦੇ ਪੁੱਤ ਫਿਰ ਚੰਗੇ ਘਰਾਂ ਦੀ ਢੁੱਕਦੇ ਹੁੰਦੇ ਆ ਤੇ ਢੁੱਕਦੇ ਕੇਸਾਧਾਰੀ ਹੋ ਕੇ ਹੁੰਦੇ। ਆਓ ਕੇਸਾਧਾਰੀ ਹੋਵੋ, ਗੁਰੂ ਕਿਰਪਾ ਕਰੇ, ਤੁਹਾਡੇ ਸੱਜ ਧੱਜ ਕੇ ਆਨੰਦ ਕਾਰਜ ਹੋਣਗੇ ਤੇ ਮੈਂ ਵੀ ਬਰਾਤ ਚ ਜਾਣ ਨੂੰ ਕਾਹਲਾ ਤੁਹਾਡੇ ਨਾਲ। ਫੇਰ ਹੀ ਪੁੱਛ ਪ੍ਰਤੀਤ ਹੋਊਗੀ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸੁਖਜੀਤ ਸਿੰਘ ਜੀ ਖੋਸਾ, ਜੋ ਕਿ 7 ਮੈਂਬਰੀ ਕਮੇਟੀ ਦੇ ਸੇਵਾਦਾਰ ਵੀ ਹਨ। ਆਪ ਸੰਗਤਾਂ ਨਾਲ ਆਪਣੇ ਵਿਚਾਰ ਰੱਖ ਰਹੇ ਸਨ। 7 ਮੈਂਬਰੀ ਕਮੇਟੀ ਦੇ ਸੇਵਾਦਾਰ ਆਵੇ ਸਾਰੇ ਹੀ ਹਾਜ਼ਰ ਨੇ। ਜਿਹੜੇ ਅੱਜ ਭਾਈ ਦਿਲਬਾਗ ਸਿੰਘ ਜੀ, ਭਾਈ ਮਨਜੀਤ ਸਿੰਘ ਜੀ ਝਬਾਲ, ਭਾਈ ਗੁਰਵੀਰ ਸਿੰਘ ਜੀ ਮੁੱਛਲ, ਭਾਈ ਤਲੋਚਨ ਸਿੰਘ ਸੋਲ, ਬਾਕੀ ਵੀ ਸਾਰੇ ਸਿੰਘ ਵੱਖ-ਵੱਖ ਸਮੇਂ ਤੇ ਲੱਗੀਆਂ ਡਿਊਟੀਆਂ ਨਿਭਾਉਂਦੇ ਨੇ। ਤੇ ਆਪ ਸੰਗਤਾਂ, ਨੌਜਵਾਨ ਜਥੇਬੰਦੀਆਂ, ਦਲ ਸੰਸਥਾਂ ਦੇ ਮਹਾਂਪੁਰਖ ਸਾਰੇ ਹੀ ਬੜੀ ਚੜ੍ਹਦੀ ਕਲਾ ਨਾਲ ਸੇਵਾਵਾਂ ਕਰ ਰਹੇ ਨੇ। ਸੋ ਅੱਜ ਜਿਹੜਾ ਇਹ ਮੋਰਚਾ ਲੱਗਿਆ ਹੋਇਆ, ਮੋਰਚੇ ਨੂੰ ਅੱਜ 27 ਦਿਨ ਹੋ ਗਏ ਨੇ, 27ਵਾਂ ਦਿਨ ਚੱਲ ਰਿਹਾ। 2:30 ਵੱਜ ਗਏ ਨੇ ਸਮਾਂ।
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਕਾਰ ਦੀ ਬਹਾਲੀ ਵਾਸਤੇ ਅਤੇ ਜਿਹੜੇ ਦੋਖੀ, ਜਿਹੜੇ ਉਹ ਮੁਜਰਮ ਜਿਨ੍ਹਾਂ ਨੇ ਜੁਰਮ ਕੀਤਾ, ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪਾਂ ਨੂੰ ਵੇਚਿਆ, ਮਾਇਆ ਜਿਹੜੀ ਆ ਗੁਰੂ ਦੀ ਗੋਲਕ ਦੀ ਤੇ ਸੰਗਤ ਦੀ ਖਾਧੀ ਜੇਬਾਂ 'ਚ ਪਾਈ, ਉਹਨਾਂ ਦੋਸ਼ੀਆਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਾਉਣ ਦੇ ਵਾਸਤੇ ਇਹ ਮੋਰਚਾ ਲੱਗਿਆ। ਮੋਰਚਾ ਲਾਉਣ ਵਾਲੇ ਸਾਰੇ ਹੀ ਸਿੰਘ, ਸਾਰੀਆਂ ਹੀ ਜਥੇਬੰਦੀਆਂ, ਕਿਰਤੀ ਸਿੱਖ ਨੇ ਜਥੇਬੰਦੀਆਂ ਸਾਰੀਆਂ ਹੀ ਉਹ ਨੇ ਜਿਹੜੀਆਂ ਲੰਮੇ ਸਮੇਂ ਤੋਂ ਪੰਥ ਵਿੱਚ ਸੇਵਾ ਨਿਭਾ ਰਹੀਆਂ ਨੇ। ਇਹ ਗੱਲ ਕਰਨ ਦਾ ਸਾਡਾ ਮਕਸਦ ਤੁਹਾਡੇ ਨਾਲ ਵਾਰ-ਵਾਰ ਇਹ ਹੁੰਦਾ ਵੀ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਕੁਝ ਲੋਕਾਂ ਦੇ ਵੱਲੋਂ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਜਾਂਦੇ ਨੇ, ਜਿਵੇਂ ਭਾਈ ਖੋਸਾ ਜੀ ਦੀ ਗੱਲ ਕਰ ਰਹੇ ਸੀ ਵੀ ਉਹਨਾਂ ਨੇ ਇੱਕ ਵੀਡੀਓ ਕਹਿੰਦੇ ਭਾਈ ਜੀ ਜਿਹਦੇ ਵਿੱਚ ਅੱਗੇ ਇਹਨਾਂ ਤੇ ਇਲਜ਼ਾਮ ਲਾਇਆ, ਅੱਗੇ ਜੀ ਨਸ਼ਾ ਕਰਦੇ, ਨਸ਼ਾ ਕੀਤਾ ਹੋਇਆ ਸੀ। ਕਹਿਣ ਦਾ ਭਾਵ ਵੀ ਤਰ੍ਹਾਂ ਤਰ੍ਹਾਂ ਤਰੀਕਿਆਂ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਹੁਣ ਕੋਈ ਹੋਰ ਹੀਲਾ, ਹੋਰ ਕੋਈ ਹਰਬਾ ਨਹੀਂ ਚੱਲਦਾ। ਕਿਉਂਕਿ ਜਿਹੜੇ ਇਹ ਬੈਠੇ ਨੇ ਅਰਦਾਸ ਬੇਨਤੀ ਕਰਕੇ ਬੈਠੇ ਨੇ ਮਹਾਰਾਜ ਦੇ ਚਰਨਾਂ 'ਚ, ਨਾ ਤਾਂ ਇਹ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਨੇ, ਨਾ ਕਿਸੇ ਸਿਆਸੀ ਪਾਰਟੀ ਵੱਲੋਂ ਬੈਠੇ ਹੋਏ ਨੇ, ਨਾ ਕਿਸੇ ਧਿਰ ਵੱਲੋਂ ਬੈਠੇ ਹੋਏ ਨੇ, ਤੇ ਨਾ ਇਹਨਾਂ ਦਾ ਮਕਸਦ ਕੋਈ ਚੌਧਰ ਲੈਣਾ, ਨਾ ਇਹਨਾਂ ਦਾ ਮਕਸਦ ਕੋਈ ਐਸਜੀਪੀਸੀ ਦੀ ਇਲੈਕਸ਼ਨ ਲੜਨੀ। ਇਹਨਾਂ ਦਾ ਮਕਸਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਬਹਾਲ ਕਰਨਾ। ਸਾਰੇ ਹੀ ਸਿੰਘ, ਮੈਂ ਕਿਸੇ ਇੱਕ ਦਾ ਨਾਮ ਨਹੀਂ ਲੈਣਾ ਇੱਥੇ, ਜਿੰਨੇ ਵੀ ਤੁਸੀਂ ਬੈਠੇ ਹੋ, ਜਿੰਨੇ ਵੀ ਹੁਣ ਤੱਕ ਆਏ ਹੋ, ਬੇਸ਼ੱਕ ਉਹ ਕਿਸੇ ਵੀ ਤਰੀਕੇ ਦੇ ਨਾਲ ਮੋਰਚੇ ਦੇ ਨਾਲ ਜੁੜੇ ਹੋਏ ਹੋ। ਜੇ ਅਕਾਲ ਚੈਨਲ ਦੀ ਆਪਾਂ ਮੰਨ ਲਓ ਗੱਲ ਕਰ ਲਈਏ, ਇਹ ਵੀ ਉਸ ਦਿਨ ਤੋਂ ਸੇਵਾ ਨਿਭਾ ਰਹੇ ਨੇ, ਬਿਨਾਂ ਕਿਸੇ ਪੈਸੇ ਦੇ, ਬਿਨਾਂ ਕਿਸੇ ਲਾਜ ਤੇ ਨਿਸ਼ਕਾਮ। ਸੋਚਿਆ ਜਾਵੇ ਤੇ ਇਹ ਸਿਸਟਮ ਦੇ ਉੱਤੇ ਬਿਲਡਅਪ ਕਰਦੇ ਨੇ, ਖਰਚੇ ਆਉਂਦੇ ਨੇ ਤਨਖਾਹਾਂ ਦੇ ਸਟਾਫ ਦੀਆਂ, ਪਰ ਇੱਕ ਮਨ ਦੇ ਵਿੱਚ ਦਰਦ ਆ ਵੀ ਨਹੀਂ, ਗੁਰੂ ਸਾਹਿਬ ਦੇ ਸਰਕਾਰ ਦੀ ਬਹਾਲੀ ਵਾਸਤੇ ਬੈਠੇ ਆ, ਗੁਰੂ ਸਾਹਿਬ ਦੇ ਸਰਕਾਰ ਨੂੰ ਬਹਾਲ ਕਰਾਉਣਾ। ਸੋ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅੱਜ ਮੋਰਚਾ 27ਵੇਂ ਦਿਨ ਵਿੱਚ ਚੱਲ ਰਿਹਾ। ਜਥੇਬੰਦੀਆਂ, ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਆਮ ਸਿੱਖ ਨੌਜਵਾਨ, ਜਿਵੇਂ ਕਿ ਭਾਈ ਸਾਹਿਬ ਜੀ ਗੱਲ ਕਰ ਰਹੇ ਕਿ ਪਤਕ ਨੌਜਵਾਨ, ਇਹ ਗੱਲ ਬਹੁਤ ਵੱਡੀ ਤੇ ਜ਼ਰੂਰੀ ਆ। ਬਹੁਤ ਹੁਣ ਤੱਕ ਸਾਡੇ ਕੋਲ ਨੌਜਵਾਨ ਆਏ ਨੇ ਜਿਹੜੇ ਕਿ ਪਤਕ ਨੌਜਵਾਨ ਨੇ, ਪਰ ਮਨ ਦੇ ਵਿੱਚ ਦਰਦ ਉਹਨਾਂ ਦੇ ਉਨਾ ਹੀ ਆ ਜਿੰਨਾ ਸਾਡਾ ਸ਼ਾਇਦ ਦਰਦ ਤੋਂ ਵੱਧ ਹੋਊਗਾ, ਕਿਉਂਕਿ ਗੁਰੂ ਸਾਹਿਬ ਦਾ ਸਤਿਕਾਰ ਉਹਨਾਂ ਦੇ ਮਨਾਂ ਵਿੱਚ ਵੀ ਉਨਾ ਹੀ ਆ। ਜਿਵੇਂ ਭਾਈ ਸਾਹਿਬ ਨੇ ਤਖਤੀਆਂ ਦੀ ਗੱਲ ਕੀਤੀ ਸੀ, ਉਹ ਬਣ ਕੇ ਆ ਗਈਆਂ ਨੇ। ਇਹ ਬਣਾਉਣ ਦਾ ਕਾਰਨ ਦੱਸ ਚੁੱਕਿਆ ਕਿ ਜਿਹੜੇ ਨੌਜਵਾਨ ਜਾਂ ਸੰਗਤਾਂ ਜਦੋਂ ਸੰਗਤ ਲੈ ਕੇ ਆਉਂਦੀਆਂ ਨੇ ਤੇ ਸਾਨੂੰ ਥੋੜਾ ਚਿਰ ਪਹਿਲਾਂ ਹੀ ਜਿਹੜਾ ਦੱਸ ਦਿੱਤਾ ਜਾਵੇ, ਜਿਹੜੇ ਅੱਜ ਇਸ਼ਤਿਹਾਰ ਵੰਡੇ ਜਾ ਰਹੇ ਨੇ ਉਹਨਾਂ ਦੇ 7 ਮੈਂਬਰੀ ਕਮੇਟੀ ਦੇ ਨੰਬਰ ਵੀ ਮੌਜੂਦ ਨੇ, ਨੈਟ ਦੇ ਉੱਤੇ ਵੀ ਅਸੀਂ ਉਹ ਪਾਇਆ ਹੋਇਆ। ਸੰਗਤ ਜਿਹੜੀ ਵੀ ਮਾਰਚਾਂ ਦੇ ਰੂਪ ਵਿੱਚ ਆਉਂਦੀ ਆ, ਉਹਨਾਂ ਦੇ ਵਾਸਤੇ ਹੱਥਾਂ 'ਚ ਫੜ ਲਈ ਤਖਤੀਆਂ ਜਿਹੜੀਆਂ ਨੇ ਉਹ ਇੱਥੇ ਤਿਆਰ ਕਰਵਾਈਆਂ ਗਈਆਂ ਨੇ। ਉਹਨਾਂ ਦੇ ਸੁਨੇਹਾ ਲਿਖੇ ਹੋਏ ਨੇ, ਉਹਨਾਂ ਦੇ ਉੱਤੇ ਉਹ ਮੰਗਾਂ ਨੇ ਜਿਹੜੀਆਂ ਆਪਾਂ ਮੰਗ ਰੱਖੀਆਂ ਹੋਈਆਂ ਨੇ। ਤੇ ਜਿਹੜੀਆਂ ਇਹ ਮੰਗਾਂ ਨੇ, ਇਹ ਮੰਗਾਂ ਕਿਸੇ ਤਰ੍ਹਾਂ ਦੀਆਂ ਕੋਈ ਸਿਆਸੀ ਨਹੀਂ, ਕੋਈ ਨਿੱਜੀ ਨਹੀਂ। ਇਹ ਮੰਗਾਂ ਉਹ ਨੇ ਜਿਹੜੀਆਂ ਮੰਗਾਂ ਸਿਰਫ ਤੇ ਸਿਰਫ ਗੁਰੂ ਸਾਹਿਬ ਦੇ ਸਤਿਕਾਰ ਨੂੰ ਬਹਾਲ ਕਰਾਉਣ ਦੇ ਵਾਸਤੇ ਨੇ। ਜਿਹੜੀਆਂ ਗੱਲਾਂ ਇਹਨਾਂ ਦੇ ਉੱਤੇ ਲਿਖੀਆਂ ਨੇ, ਇਹ ਗੱਲਾਂ ਕਿਸੇ ਸਿਆਸਤ ਤੋਂ ਪ੍ਰੇਰਿਤ ਨਹੀਂ ਕਿਹਾ, ਕਿਸੇ ਤਰ੍ਹਾਂ ਦੀ ਸਿਆਸਤ ਤੋਂ ਪ੍ਰੇਰਿਤ ਨਹੀਂ। ਇਹ ਇੱਕ ਤਰ੍ਹਾਂ ਦਾ ਮੈਸੇਜ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਕਿੱਥੇ ਨੇ, ਸੰਗਤ ਨੂੰ ਜਵਾਬ ਦਿਓ। ਇਹ ਜਵਾਬ ਮੰਗੇ ਜਾ ਰਹੇ ਨੇ। ਜਵਾਬ ਮੰਗਣ ਦਾ ਕਾਰਨ ਕੀ ਆ? ਇਹਨਾਂ ਦੇ ਵੱਲੋਂ ਉਹਨਾਂ ਦੋਸ਼ੀਆਂ ਦੇ ਉੱਤੇ ਕਾਨੂੰਨੀ ਕਾਰਵਾਈ ਨਹੀਂ ਕਰਾਈ ਜਾ ਰਹੀ। ਕਿਉਂ ਨਹੀਂ ਕਰਾਈ ਜਾ ਰਹੀ? ਜੇ ਸਪਸ਼ਟ ਹੋ ਗਿਆ ਕਿ ਇਹ ਮੰਨ ਲਓ ਜਿਵੇਂ ਕੋਈ ਸਪਸ਼ਟ ਹੋ ਜੇ ਵੀ ਚੋਰ ਨੇ ਚੋਰੀ ਕੀਤੀ ਆ, ਚੋਰ ਦਾ ਪਤਾ ਲੱਗ ਜੇ, ਸਾਰਾ ਕੁਝ ਸਾਹਮਣੇ ਆ ਜੇ, ਤੇ ਫਿਰ ਵੀ ਉੱਤੇ ਕਾਰਵਾਈ ਨਾ ਕਰਾਈ ਜਾਵੇ ਦਾ ਮਤਲਬ ਕੀ ਆ? ਕਿ ਫਿਰ ਰਲਗੱਡ ਹੋਈ ਪਈ ਆ, ਫਿਰ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਆ। ਤਾਂ ਬੜਾ ਮੰਦਭਾਗਾ। ਜੇ ਇਹ ਸੋਚਣ ਵੀ ਇਹ ਜਿਹੜੇ ਬੈਠੇ ਨੇ ਉੱਠ ਜਾਣਗੇ, ਇਹਨਾਂ ਦੀਆਂ ਵੀ ਮਜਬੂਰੀਆਂ ਨੇ, ਕਿਰਤੀ ਨੇ, ਪਰਿਵਾਰ ਨੇ, ਪਰ
ਜਦੋਂ ਗੱਲ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਆਉਂਦੀ ਹੈ ਨਾ, ਉਦੋਂ ਸਾਰਾ ਕੁਝ ਪਿੱਛੇ ਰਹਿ ਜਾਂਦਾ ਹੁੰਦਾ। ਉਦੋਂ ਆਪਾਂ ਜਾਣਦੇ ਇਤਿਹਾਸ ਸਿਰ ਦਿੱਤੇ ਨੇ, ਸਿਰ ਦਿੰਦੇ ਨੇ, ਹੁਣ ਤੱਕ ਦਿੱਤੇ ਗਏ ਨੇ ਤੇ ਦਿੱਤੇ ਜਾਣਗੇ ਵੀ ਪੰਥ ਵਾਸਤੇ। ਇਹਨਾਂ ਨੇ ਪਿੱਛੇ ਨਹੀਂ ਹਟਣਾ ਕੁਰਬਾਨੀ ਤੋਂ, ਨਾ ਕਦੀ ਕੌਮ ਹਟੀ ਆ। ਮਨ ਦੇ ਵਿੱਚ ਵਹਿਮ ਨਾ ਪਾਲੇ ਜਾਣ, ਧਮਕੀਆਂ, ਡਰਾਵੇ, ਲਾਲਚ, ਇਹ ਸਾਰਾ ਕੁਝ ਭੁੱਲ ਜਾਈਏ। ਇਹ ਜਿਹੜੇ ਬੈਠੇ ਨੇ ਇਹਨਾਂ ਦੇ ਮਨ ਦੀ ਜਿਹੜੀ ਇੱਕ ਭਾਵਨਾ ਵਾ, ਜੇ ਤੁਸੀਂ ਵੀ ਸੱਚੇ ਸਿੱਖ ਹੋ ਗੁਰੂ ਦੇ, ਤੇ ਤੁਹਾਡੇ ਮਨ 'ਚ ਵੀ ਸਤਿਕਾਰ ਅਦਬ ਹੈ ਗੁਰੂ ਸਾਹਿਬਾਨ ਦਾ, ਤੇ ਪਿਛਲੀਆਂ ਹੋਈਆਂ ਗਲਤੀਆਂ ਨੂੰ ਮੰਨ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਝੁਕ ਕਰਕੇ ਤੇ ਨਮਸਕਾਰ ਕਰਕੇ ਆਪਣੀਆਂ ਹੋਈਆਂ ਗਲਤੀਆਂ ਨੂੰ ਮੰਨ ਲਓ, ਤੇ ਗਲਤੀਆਂ ਮੰਨ ਕਰਕੇ ਗੁਰੂ ਸਾਹਿਬ ਦੇ ਸਤਿਕਾਰ ਨੂੰ ਬਹਾਲ ਕਰਨ ਦੇ ਵਿੱਚ ਸਹਿਯੋਗ ਕਰੋ। ਸੋ ਫਿਰ ਦੁਬਾਰਾ ਬੇਨਤੀ ਹੈ ਕਿ ਜਿਹੜਾ ਮੋਰਚਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਰਕਾਰ ਦੀ ਬਹਾਲੀ ਵਾਸਤੇ ਲੱਗਾ, ਉਸ ਮੋਰਚੇ ਨੂੰ ਅੱਜ 27 ਦਿਨ ਹੋ ਗਏ ਨੇ। ਨਿਰੰਤਰ ਮੋਰਚਾ ਜਾਰੀ ਆ। ਮੋਰਚੇ ਨੂੰ ਵੱਖ-ਵੱਖ ਜਥੇਬੰਦੀਆਂ, ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਆਮ ਸਿੱਖ ਸੰਗਤਾਂ ਦੇ ਵੱਲੋਂ ਭਰਵਾਂ ਹੁੰਗਾਰਾ, ਭਰਵਾਂ ਸਾਥ ਦਿੱਤਾ ਜਾ ਰਿਹਾ। ਕੱਲ ਨੂੰ ਵੀ ਇੱਥੇ ਮਾਰਚ ਨਵਾਂ ਸ਼ਹਿਰ ਤੋਂ ਨੌਜਵਾਨ ਜਥੇਬੰਦੀ ਸਿੱਖ ਯੂਥ ਪਾਵਰ ਆਫ ਪੰਜਾਬ ਦੇ ਵੱਲੋਂ ਲਿਆਂਦਾ ਜਾਣਾ। ਹੋਰ ਵੀ ਸੰਗਤਾਂ ਕੰਟੈਕਟ ਕਰਦੀਆਂ ਨੇ, ਸੰਪਰਕ ਕਰਦੀਆਂ ਨੇ। ਬੇਸ਼ੱਕ ਕਿਸਾਨਾਂ ਦਾ ਮੁੱਦਾ ਮਸਲਾ ਆਪਾਂ ਜਾਣਦੇ, ਕਿਉਂਕਿ ਆਪਣੇ ਸਿੱਖ ਭਰਾ ਬੈਠੇ ਨੇ ਉੱਥੇ, ਬੜਾ ਉਲਝਿਆ ਹੋਇਆ ਵਾ, ਪਰ ਫਿਰ ਵੀ ਉਹਦੇ ਵਿੱਚੋਂ ਸਮਾਂ ਕੱਢ ਕੇ ਤੇ ਪ੍ਰਬੰਧ ਬਣਾ ਕੇ ਸੰਗਤਾਂ ਇੱਥੇ ਹਾਜ਼ਰੀਆਂ ਭਰ ਰਹੀਆਂ ਨੇ। ਸੋ ਮੈਂ ਪਹਿਲਾਂ ਬੇਨਤੀ ਕਰਾਂਗਾ ਕਿ ਜਿਹੜੇ ਮੈਂਬਰ ਸਾਹਿਬਾਨ ਨੇ ਸਾਡੇ, ਉਹ ਵਾਰੀ-ਵਾਰੀ ਹਾਜ਼ਰੀ ਭਰਨ। ਫਿਰ ਹੋਰ ਜਿਹੜੇ ਬੁਲਾਰੇ, ਮੈਂ ਬੇਨਤੀ ਕਰਦਾ ਜਿੰਨੇ ਵੀ ਆਪ ਜੀ ਬੈਠੇ ਹੋ, ਤੁਸੀਂ ਸਾਰੇ ਹੀ ਸੇਵਾਦਾਰ ਹੋ, ਸਾਰੇ ਹੀ ਬੁਲਾਰੇ ਹੋ। ਜਿਹੜਾ ਵੀ ਕੋਈ ਵੀਰ, ਕੋਈ ਸਾਡੀ ਭੈਣ, ਕੋਈ ਸਾਡੀ ਮਾਤਾ ਆਪਣੇ ਦਿਲ ਦੇ ਵਲਵਲੇ ਸਾਂਝੇ ਕਰਨਾ ਚਾਹਵੇ, ਕੋਈ ਵਿਚਾਰ ਕਰਨਾ ਚਾਹਵੇ, ਉਹ ਸਾਨੂੰ ਨਾਮ ਇੱਥੇ ਲਿਖਾਏ, ਦਾਸ ਇੱਥੇ ਬੈਠਾ ਹੋਇਆ, ਉਹ ਆ ਕੇ ਤੇ ਆਪਣੇ ਵਿਚਾਰ ਮਾਈਕ ਦੇ ਵਿੱਚ ਸੰਗਤ ਨਾਲ ਕਰ ਸਕਦਾ। ਕਿਸੇ ਵੀ ਤਰ੍ਹਾਂ ਦਾ ਕੋਈ ਮਨ ਦੇ ਵਿੱਚ ਵਿਚਾਰ ਹੋਵੇ, ਤੇ ਵਿਚਾਰ ਜਿਹੜੇ ਆਪਾਂ ਕਰਨੇ, ਮੈਂ ਪਹਿਲਾਂ ਬੇਨਤੀ ਕਰਦਿਆਂ ਕਿ ਸਿਰਫ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਬਹਾਲੀ ਵਾਸਤੇ ਲੱਗੇ ਮੋਰਚੇ ਬਾਰੇ ਕਰਨੇ ਆ। ਆਪਾਂ ਕੋਈ ਸਿਆਸਤ ਨਹੀਂ ਕਰਨੀ, ਕੋਈ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ, ਕਿਸੇ ਤਰ੍ਹਾਂ ਦਾ ਆਪਾਂ ਉਹ ਵਚਨ ਨਹੀਂ ਕਰਨਾ ਜਿਹਦੇ ਨਾਲ ਮੋਰਚੇ ਨੂੰ ਢਾਹ ਲੱਗੇ, ਕੋਈ ਆਪਣੇ ਤੇ ਉਂਗਲ ਚੁੱਕੇ। ਮਨ ਦੇ ਜਿਹੜੇ ਵਲਵਲੇ ਦੇ ਜਜ਼ਬਾਤ ਨੇ ਸਾਂਝੇ ਕਰਦੇ ਨੇ। ਮੈਨੂੰ ਪਹਿਲਾਂ ਹੁਕਮ ਆਇਆ ਕਿ ਭਾਈ ਦਿਲਬਾਗ ਸਿੰਘ ਜੀ ਉਹ ਆਪ ਸੰਗਤਾਂ ਨਾਲ 2-4 ਮਿੰਟ ਵਿਚਾਰ ਸਾਂਝੇ ਕਰਨਗੇ, ਉਸ ਤੋਂ ਬਾਅਦ ਬਾਕੀ ਜਿਹੜੇ ਮੈਂਬਰ ਸਾਹਿਬਾਨ ਨੇ ਵਾਰੀ-ਵਾਰੀ ਹਾਜ਼ਰੀਆਂ ਭਰਨਗੇ। ਹੋਰ ਕੋਈ ਬੁਲਾਰਾ ਬੋਲਣਾ ਚਾਹਵੇ ਤੇ ਆਪਣੇ ਨਾਮ ਇੱਥੇ ਲਿਖਾ ਸਕਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਜਿਹੜਾ ਬੁਲਾਓ ਗੱਜ ਕੇ ਫਤਿਹ, ਉਹਨੂੰ ਮਿਲੂ ਭੱਜ ਕੇ ਫਤਿਹ। ਜਿੰਨੇ ਬੁਲਾਈ ਢਿੱਲੀ ਫਤਿਹ, ਉਹਨੂੰ ਨਹੀਂ ਕਦੀ ਮਿਲੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਨੇ ਜਦੋਂ ਆਪਣੇ ਸਾਹਿਬਜ਼ਾਦੇ ਸ਼ਹੀਦ ਕਰਵਾਏ ਤਾਂ ਕਿੰਨਾ ਇਹਨੂੰ ਹੱਥ ਕਰਕੇ ਕਿਹਾ ਕਿ ਇਨ ਪੁੱਤਰਨ ਕੇ, ਕਿਨ ਪੁੱਤਰਨ ਕੇ। ਇਸ਼ਾਰਾ ਤਾਂ ਸਾਡੇ ਵੱਲੋਂ ਕੀਤਾ ਨਾ ਵੀ ਇਨ ਪੁੱਤਰਨ ਕੇ ਵਾਰ ਦੀਏ ਸਤਿਕਾਰ, ਬਾਅਦ ਚ ਜੀਵਤ ਕਈ ਹਜ਼ਾਰ, ਤੇ ਕਿਹੜੇ ਹਜ਼ਾਰ। ਇਹਨਾਂ ਪੁੱਤਰਾਂ ਨੇ ਤਾਂ ਝੱਜੀਆਂ ਡਾ ਕੇ ਰੱਖਦੀਆਂ ਗੁਰੂ ਸਾਹਿਬ ਦੀਆਂ। ਅੱਜ ਖੜੇ ਆ ਤਾਂ ਕਿੰਨਾ ਕਰਕੇ, ਅੱਜ ਇੱਥੇ ਬੈਠੇ ਆ ਤਾਂ ਕਿੰਨਾ ਪਾਇਆ, ਜਿਨ੍ਹਾਂ ਨੂੰ ਹੱਥ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਭਰਾ ਮਾਰੂ ਜੰਗ ਨਾ ਚਾਲੂ ਪਰਿਵਾਰ ਦੇ ਸਾਡੇ। ਅੱਜ ਵੀ ਮੁਸ਼ਕਲਾਂ 'ਚ ਹੱਸਦੇ ਆ, ਕਿਤੇ ਭੋਰਾ ਜਿੰਨੇ ਇਹਨਾਂ ਨੂੰ ਸ਼ਰਮ ਨਹੀਂ ਕਿ ਅਸੀਂ ਕਰਤੂਤ ਕੀ ਕੀਤੀ। ਤੇ ਹਾਸੇ ਸਾਡੇ ਜਦੋਂ ਅੰਦਰੋਂ ਨਿਕਲਦੇ ਮੁਲਾਜ਼ਮ ਤੇ ਬੜਾ ਇੱਕ ਦੂਜੇ ਨਾਲ ਹੱਸ ਕੇ ਤੇ ਮੁਸ਼ਕਲਾਂ ਨਾਲ ਲੰਘਦੇ, ਤਾਂ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ। ਤੇ ਐਡਾ ਤਗੜਾ
ਤੁਸੀਂ ਗੁਨਾਹ ਕੀਤਾ ਤੇ ਦੰਦ ਤੁਹਾਡੇ ਫੇਰ ਵੀ ਨਿਕਲਦੇ ਆ। ਕੰਮ ਤਾਂ ਕਰਦੇ ਆ ਛਿੱਤਰਾਂ ਵਾਲੇ, ਪਰ ਵਿਚਾਰ ਇਹ ਕਰਕੇ ਹੋਈ ਜਾਂਦਾ ਕਿ ਸਾਡੇ ਜਿਹੜੇ ਪਿਆਰ ਵਾਲੇ ਸਿੰਘ ਆ ਨਾ, ਉਹ ਇਹੋ ਗੱਲ ਕਹਿੰਦੇ ਆ ਕਿ ਆਪਾਂ ਹੱਥੋਂ ਪਾਈ ਸਿੱਖਾਂ ਨੇ ਨਹੀਂ ਹੋਣਾ, ਸਿੱਖ ਸਿੱਖ ਦੀ ਪੱਗ ਨਾ ਲਾਵੇ। ਗੱਲ ਬਾਰ-ਬਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪਾਂ ਦੀ ਹੁੰਦੀ ਆ ਤੇ 328 ਸਰੂਪਾਂ ਦੀ ਗੱਲ ਹੁੰਦੀ ਆ, ਪਰ ਹੁਣ ਪਤਾ ਲੱਗਾ ਕਿ 328 ਨੇ ਤਾਂ ਬਹੁਤ ਜ਼ਿਆਦੇ ਜਿਹੜੇ ਮਹਾਰਾਜ ਦੇ ਸਰੂਪਾਂ ਦਾ ਨਾ ਹੁਣ ਮੂੰਹੋਂ ਲਫ਼ਜ਼ ਨਹੀਂ ਨਿਕਲਦੇ ਵੀ ਕੀ ਆਖੀਏ। ਆਤਮਾ ਕੰਮ ਦੀ ਆ, ਇਹਨਾਂ ਬੰਦਿਆਂ ਨੂੰ ਕਿਤੇ ਭੋਰਾ ਜਿੰਨੀ ਸ਼ਰਮ ਨਹੀਂ ਅਜੇ ਵੀ, ਅੱਜ ਵੀ ਖੜਦੇ ਆ ਜਾਂ ਲੰਘਦੇ ਆ। ਤੇ ਜਿੱਦਾਂ ਭਾਈ ਸਾਹਿਬ ਆਖਣ ਦੇ ਵੀ ਗੱਡੀਆਂ ਲੈ ਕੇ ਟੋਰਨਾ ਅੰਦਰ ਦਫ਼ਤਰਾਂ ਚ ਆਉਂਦੇ ਆ, ਸੰਗਤ ਦੇ ਨਾਲ ਇਹਨਾਂ ਕੋਲ ਤੁਰ ਕੇ ਨਹੀਂ ਆਇਆ ਜਾਂਦਾ, ਇਹਨਾਂ ਦੇ ਪੈਰ ਦਰਦ ਹੁੰਦੇ ਆ। ਜ਼ਿਆਦਾ ਚਿਰ ਬਾਰ-ਬਾਰ ਇਹੀ ਅਪੀਲ ਕਰੀਦੀ ਆ ਕਿ ਜ਼ਿਆਦਾ ਚਿਰ ਵੀਰ ਸਾਡੇ ਕੋਲ ਬਰਦਾਸ਼ਤ ਨਹੀਂ ਹੋਣਾ। ਸਾਡੇ ਕੋਲ ਦੋ ਹੀ ਫੈਸਲੇ ਹੁੰਦੇ ਆ, ਜਾਰ ਜਾਂ ਪਾਰ। ਆ ਬਹਿਣ ਵਾਲੇ ਕੰਮ ਨੇ ਪਤਾ ਨਹੀਂ ਆ ਪਹਿਲੀ ਵਾਰੀ ਸਾਡੇ ਕੋਲ ਹੋਏ, ਅੱਗੇ ਤਾਂ ਨਹੀਂ ਅੱਗੇ ਕੀਤੇ। ਇਸ ਕਰਕੇ ਤੁਸੀਂ ਸਾਡੇ ਆਪਣੇ ਵੀਰ ਜੋ ਜੇ ਤਾਂ ਜਿਸ ਤਰ੍ਹਾਂ ਰਿਪੋਰਟ ਜਨਤਕ ਕੀਤੀ ਆ, ਇਸ ਤਰ੍ਹਾਂ ਦੋਸ਼ੀਆਂ ਦੇ ਵੀ ਪਰਚੇ ਕਰ ਦੋਗੇ ਤੇ ਚੰਗੀ ਗੱਲ ਆ। ਨਹੀਂ ਤੇ ਜਿਹੜਾ ਤੁਸੀਂ ਆਂਦੇ ਭਰਾ ਮਾਰੂ ਜੰਗ ਜਿਹੜਾ ਹੋ ਜਾਣਾ ਨਾ, ਉਹ ਫਿਰ ਕਰ ਹੀ ਲਾਂਗੇ। ਸਾਨੂੰ ਕੋਈ ਪਰਵਾਹ ਨਹੀਂ ਜਾਣ ਦੀ, ਜੇ ਗੁਰੂ ਸਾਹਿਬ ਖਾਤਰ ਸਾਡੀ ਜਾਨ ਵੀ ਚਲ ਜੇ ਤੇ ਅਸੀਂ ਤਾਂ ਅੱਗੇ ਹੀ ਪਿੱਛੇ ਅਰਦਾਸ ਬੇਨਤੀ ਕਰਕੇ ਤੁਰੇ ਆ। ਹੁਣ ਜਾਨ ਦੇਣੀ ਆ ਜਾਂ ਜਾਨ ਲੈਣੀ ਆ, ਉਹਨੇ ਗੁਰੂ ਸਾਹਿਬ ਜਾਣਦਾ ਜਾਂ ਮੌਕਾ ਜਾਣਗਾ ਵੀ ਜਾਨ ਦਿੰਦਾ ਕੌਣ ਜਾਂ ਲੈਂਦਾ ਕੌਣ। ਬਾਕੀ ਬੜੀਆਂ ਗੱਲਾਂ ਬੜੀਆਂ ਸਿਆਸਤਾਂ ਸਾਡੇ 7 ਮੈਂਬਰੀ ਕਮੇਟੀ ਨਾਲ ਹੋਣ ਡੀਆਂ। ਕੋਈ ਵੀਰ ਕੋਈ ਗੱਲ ਕਰਦਾ, ਕੋਈ ਵੀ ਗੱਲ ਕਰਦਾ ਕਿ 7 ਮੈਂਬਰੀ ਕਮੇਟੀ ਜਿਹੜੀ ਦਿਹਾੜੀ ਡੰਗ ਦੀ ਪੁਰਾਣੀ ਹੈ, ਕੋਈ ਉਹਨੂੰ ਚੱਲ ਜਾਣਾ, ਕੋਈ ਉਹਨੂੰ ਚੱਲ ਜਾਣਾ। ਇਹ ਅੜੀਅਲ ਸਿੰਘ ਆ, ਇਹ ਤੁਹਾਡੀਆਂ ਖਵੇਸ਼ਾਂ ਪੂਰੀਆਂ ਨਹੀਂ ਹੋਣੀਆਂ ਵੀਰ। ਇਹ ਪੰਥ ਗ੍ਰੰਥ ਦੇ ਦਰਦੀ ਬੈਠੇ ਨੇ ਇੱਥੇ ਆ ਗਏ। ਹਾਂ ਥੋੜਾ ਬਹੁਤਾ ਕਿਸੇ ਦਾ ਹੋ ਸਕਦਾ ਇੱਕ ਦੂਜੇ ਦਾ ਵਿਚਾਰ ਨਾ ਰਲਣਾ, ਪਰ ਪਿਆਰ ਤੇ ਗੁਰੂ ਸਾਹਿਬ ਨੇ ਹੀ ਕਰਦੇ ਆ ਨਾ। ਇਸ ਕਰਕੇ ਇੱਕ ਦੁੱਕੇ ਦਾ ਹਿਸਾਬ ਤੁਹਾਡੇ ਕੋਲ ਲੈ ਕੇ ਜਾਣਾ ਜੋ, ਚਾਹੇ ਮਹੀਨੇ 'ਚ ਦੇ ਦਿਓ, ਚਾਹੇ 2 ਮਹੀਨੇ 'ਚ ਦੇ ਦਿਓ, ਚਾਹੇ ਸਾਲ ਲਾ ਦਿਓ, ਤੇ ਪੈਸੇ ਦੀ ਸਾਨੂੰ ਉਦਾਂ ਨਹੀਂ ਲੋੜ। ਪ੍ਰਸ਼ਾਦਾ ਪਾਣੀ ਗੁਰੂ ਘਰੋਂ ਆ ਜਾਂਦਾ, ਸਾਨੂੰ ਚਾਹ ਪਾਣੀ ਵੀ ਇੱਥੋਂ ਛਕ ਲਈਦਾ। ਆਕਾਸ਼ ਚੈਨਲ ਵਾਲੇ ਫਰੀ ਸਾਡੀ ਜਿਹੜੀ ਆਵਾਜ਼ ਆ ਵਰਲਡ ਦੇ ਵਿੱਚ ਪਹੁੰਚਾ ਰਹੇ ਨੇ, ਧੰਨਵਾਦ ਇਹਨਾਂ ਵੀਰਾਂ ਦਾ। ਤੇ ਤੁਹਾਡੇ ਜਿਹੜੇ ਢਿੱਡ ਪੀੜ ਵੱਖਰੀ ਹੋਈ ਜਿਹੜੀ ਹੁਣ ਬਾਕੀ ਚੈਨਲਾਂ ਨੂੰ ਤਾਂ ਤੁਸੀਂ ਸੱਦ ਕੇ ਬੁਲਾਇਆ ਵੀ ਆ, ਪਤਾ ਨਹੀਂ ਉਹਨਾਂ ਵੀਰਾਂ ਨੂੰ ਕੀ ਆਖਿਆ ਜਾਂ ਕੀ ਨਹੀਂ ਆਖਿਆ, ਸਾਨੂੰ ਨਹੀਂ ਪਤਾ। ਜਾਂ ਹੋ ਸਕਦਾ ਉਹਨਾਂ ਦੀ ਕੋਈ ਮਜਬੂਰੀ ਵੀ ਹੋਵੇ, ਅਸੀਂ ਇਹ ਗੱਲ ਨਹੀਂ ਕਰਦੇ। ਪਰ ਧੰਨਵਾਦ ਇਸ ਆਕਾਸ਼ ਚੈਨਲ ਵਾਲੇ ਵੀਰਾਂ ਦਾ ਕਿ ਜਿਹੜਾ ਇਹਨਾਂ ਗੁਰੂ ਸਾਹਿਬ ਨਾਲ ਪਿਆਰ ਕਰਦੇ ਆ, ਤੇ ਜਿਹੜੀ ਸੰਗਤ ਦੀ ਆਵਾਜ਼ ਆ, ਪੰਥ ਦੀ ਆਵਾਜ਼ ਆ, ਉਹ ਬੜੇ ਜ਼ੋਰ ਨਾਲ ਵਰਲਡ ਦੇ ਵਿੱਚ ਪਹੁੰਚਾਉਂਦੇ ਨੇ। ਤੇ ਬਾਕੀ ਗੱਲ ਕੁਝ ਕੱਲ ਦੀ ਪਰਸੋਂ ਦੀ ਭਾਈ ਖੋਸਾ ਸਾਹਿਬ ਨੇ ਆਖਿਆ ਕਿ ਸੰਤਾਂ ਦੀ ਫੋਟੋ ਲਾਉਣ ਦੀ ਗੱਲ ਹੋਈ ਆ। ਭਾਈ ਪਰਮਜੀਤ ਸਿੰਘ ਕਾਲੀ ਤੇ ਦਾਸ ਦੋਵਾਂ ਨੇ ਵੀਡੀਓ ਪਾਈ ਉਹਨਾਂ ਤੇ ਕਿ ਭਾਈ ਸਾਹਿਬ ਫੋਟੋ ਲਾਉਣ ਦੀ ਤੇ ਗੱਲ ਤੁਸੀਂ ਗੁਰੂ ਘਰ ਦੀ ਕਰਦੇ ਜੋ, ਗੁਰੂ ਘਰ ਦੀ ਤੇ ਗੱਲ ਹੀ ਦੂਰ ਦੀ ਆ।
ਅਸੀਂ ਤੁਹਾਡੇ ਘਰ ਦੇ ਬੂਹੇ ਅੱਗੇ ਲਾ ਦਿੰਦੇ ਦੋਵੇਂ ਜਣੇ ਆ ਕੇ ਫੋਟੋ ਤੇ ਹਸਤੀ ਆ ਕਿਸੇ ਦੀ ਤੇ ਲਾ ਕੇ ਵਿਖਾ ਦਿਓ। ਇਹ ਜਿਹੜੀਆਂ ਟਾਰਾਂ ਮਾਰਦੇ ਨੇ ਨਾ ਇਹ ਫੇਸਬੁੱਕੀਏ ਤੇ ਵਟਸਐਪੀਏ ਆ, ਇੰਨੇ ਜਿਗਰੇ ਨਹੀਂ ਇਹਨਾਂ ਦੇ ਕੋਲ ਹੈਗੇ। ਜੇ ਮੂਤ ਪੀੜੀਆਂ ਜਾਤਾਂ ਸ਼ੇਰਾਂ ਦਾ ਮੁਕਾਬਲਾ ਕਰ ਲੈਣਾ ਤੇ ਸ਼ੇਰਾਂ ਨੂੰ ਕਿਹਨੇ ਪੁੱਛਣਾ? ਉਹ ਸਾਡੇ ਅੱਜ ਦੇ ਨਹੀਂ ਪੁਰਾਣੇ ਇਤਿਹਾਸ ਬੋਲਦੇ ਆ। ਅਸੀਂ ਸ਼ੇਰ ਜਵਾੜਿਆ ਫੜ ਪਾੜੇ ਨੇ, ਅਸੀਂ ਦੁਸ਼ਮਣ ਦੀਆਂ ਹਿੱਕਾਂ ਪਾੜੀਆਂ ਨੇ, ਦੁਸ਼ਮਣ ਦੀ ਹਿੱਕ ਤੇ ਪੈਰ ਰੱਖ ਕੇ ਹੱਕ ਲਏ ਨੇ। ਸਾਡੀਆਂ ਰਿਸਾਂ ਕਿੱਥੋਂ ਹੋਣੀਆਂ? ਸਾਡਾ ਤਾਂ ਇਤਿਹਾਸ ਹੀ ਕੁਰਬਾਨੀਆਂ ਤੇ ਆ। ਬਾਕੀ ਸਾਰੀ ਸੰਗਤ ਦੇ ਸਿੱਖ ਜਥੇਬੰਦੀਆਂ ਦੇ ਚਰਨਾਂ 'ਚ ਬੇਨਤੀ ਆ ਕਿ ਮੇਰੇ ਵੀਰੋ, ਇਹ ਗੱਲ ਗੁਰੂ ਸਾਹਿਬ ਦੀ ਆ, ਗੱਲ ਕਿਸੇ ਇਕੱਲੇ ਮੈਂਬਰ ਦੀ ਨਹੀਂ, ਕਿਸੇ ਇਕੱਲੇ ਜਥੇਬੰਦੀ ਦੀ ਨਹੀਂ। ਇਹ ਗੁਰੂ ਸਾਹਿਬ ਦੀ ਗੱਲ ਆ ਤੇ ਹਮ ਆ ਕੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਇੱਥੇ ਪਹੁੰਚੋ ਜ਼ਰੂਰ, ਆਪਣੀਆਂ ਹਾਜ਼ਰੀਆਂ ਜ਼ਰੂਰ ਲਵਾਓ, ਕਿਉਂਕਿ ਇਹਨਾਂ ਜਿਹੜੇ ਬੰਦੇ ਆ ਇਹਨਾਂ ਦੇ ਵਿੱਚ ਚੰਦ ਬੰਦੇ ਕੁਝ ਮਸੰਦ ਵੀ ਆ। ਜੇ ਚੰਗੇ ਬੰਦੇ ਆ ਨਾ ਤੇ ਚੰਦ ਮਸੰਦ ਵੀ ਆ। ਉਹਨਾਂ ਬੰਦਿਆਂ ਨੂੰ ਇਸ ਗੱਲ ਦੀ ਸਮਝ ਲੱਗ ਜੇ ਕਿ ਪੰਥ ਜਿਹੜਾ ਇਕੱਠਾ ਹੋ ਗਿਆ, ਇਹ ਹਿਸਾਬ ਹੁਣ ਸਾਨੂੰ ਦੇਣੇ ਪੈਣੇ ਆ, ਪਰਚੇ ਸਾਨੂੰ ਕਰਨੇ ਪੈਣੇ ਆ। ਉਹ ਵੀ ਇਹ ਗੱਲਾਂ ਦਾਸ ਨਹੀਂ ਕਰਦਾ, ਕੋਈ ਵੱਧ ਘੱਟ ਗੱਲ ਦਾਸ ਕੋ ਨਿਰੂਗੀ ਹੋਵੇ ਤੇ ਸੰਗਤ ਬਖਸ਼ਣ ਚ ਹੋ ਗਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਦਿਲਬਾਗ ਸਿੰਘ ਜੀ ਜੋ 7 ਮੈਂਬਰੀ ਕਮੇਟੀ ਦੇ ਮੈਂਬਰ ਨੇ। ਇਹ ਗੱਲ ਕਰ ਰਹੇ ਸਨ ਕਿ ਕੱਲ ਖੋਸਾ ਜੀ ਨੇ ਵੀ ਗੱਲ ਕੀਤੀ ਕਿ ਜਿਹੜੀ ਗੱਲ ਸੰਤ ਜਰਨੈਲ ਸਿੰਘ ਦੀ ਫੋਟੋ ਦੀ ਗੱਲ ਕਰਦੇ ਆ, ਇਹਨਾਂ ਨਾਲ ਭਾਈ ਦਿਲਬਾਗ ਸਿੰਘ ਜੀ ਪਹਿਲੀ ਵਾਰੀ ਨਹੀਂ, ਤੁਸੀਂ ਵੀ ਬੜੀ ਵਾਰੀ ਪੰਗੇ ਲਏ ਇੱਥੇ। ਇਹ ਗੱਲ ਕਰਕੇ ਤੇ ਇਹ ਉਸ ਗੱਲ ਤੇ ਕਦੀ ਪੂਰੇ ਨਹੀਂ ਉਤਰੇ। ਇੱਕ ਵਾਰੀ ਪੁਰਾਣੀ ਗੱਲ ਹੈ ਥੋੜੀ ਜੀ, ਇਹਦਾ ਸਾਨੂੰ ਨੀਲੋਂ ਵਾਲੀਆਂ ਨਹਿਰਾਂ ਦੇ ਟਾਈਮ ਦੇ ਦਿੱਤਾ ਤੇ ਅਸੀਂ ਬੜੇ ਜੋਸ਼ ਦੇ ਨਾਲ ਗਏ ਕਿ ਇਹਨਾਂ ਨੇ ਸਾਨੂੰ ਵਿਗਾੜਿਆ ਕਿ ਜੇ ਤੁਸੀਂ ਹੈ ਤੁਹਾਡੇ ਵਿੱਚ ਕੋਈ ਗੱਲ ਕਿ ਇੱਥੇ ਆਓ। ਜਿਹੜੇ ਵਾਏ ਅਸੀਂ ਜਾਣਾ ਸੀ ਉਸ ਵਾਏ ਦੇ ਵਿੱਚ ਪ੍ਰਸ਼ਾਸਨ ਨੇ ਬੜੇ ਜ਼ਿਆਦਾ ਪ੍ਰਬੰਧ ਸਖਤ ਕੀਤੇ ਤੇ ਅਸੀਂ ਤਰਨਤਾਰਨ ਤੋਂ ਮੋਗਾ ਦੇ ਮੋਗੇ ਤੇ ਹੁੰਦੇ ਹੋਏ ਅਸੀਂ ਉੱਥੇ ਪਹੁੰਚ ਗਏ ਨੀਲੋਂ ਵਾਲੀਆਂ ਨਹਿਰਾਂ ਤੇ। ਪਰ ਇਹਨਾਂ ਨੇ ਉੱਥੇ ਉਹ ਕਰਤੂਤ ਕੀਤੀ ਵੀ ਉੱਥੇ ਇਹ ਪਹੁੰਚਿਆ ਹੀ ਕੋਈ ਨਹੀਂ। ਇਹ ਗੱਲ ਦਰਬਾਰ ਸਾਹਿਬ ਦੇ ਵਿੱਚ ਕਰਦੇ ਆ, ਫੋਟੋ ਲਾਉਣ ਦੀ ਇਹਨਾਂ ਦੇ ਪੱਲੇ ਇੰਨੀਆਂ ਕਰਤੂਤਾਂ ਨਹੀਂ ਹੈਗੀਆਂ ਕਿ ਇਦਾਂ ਕਰ ਦੇਣਾ। ਭਾਈ ਸਰਜੀਤ ਸਿੰਘ ਖੋਸਾ ਜੀ ਨੇ ਕਹੀ ਸੀ ਅਸੀਂ ਇਸ ਤਰ੍ਹਾਂ ਇਹ ਆਉਣ ਕਿ ਜੇ ਇਹਨਾਂ ਦੀ ਹਿੰਮਤ ਹੈਗੀ ਆ। ਇਹ ਸਿਰਫ ਇੱਕ ਅਖਬਾਰੀ ਬਿਆਨ ਹੈ ਇਹਨਾਂ ਦੇ ਤੇ ਧਮਕੀਆਂ ਉਹਨਾਂ ਦੀਆਂ ਜਿਹੋ ਜਿਹੀਆਂ ਹੁੰਦੀਆਂ, ਬਸ ਪੱਲੇ ਕਰਤੂਤ ਨਹੀਂ ਹੁੰਦੀ ਇਹਨਾਂ ਦੇ। ਹੁਣ ਮੈਂ ਬੇਨਤੀ ਕਰੂੰਗਾ ਵੀਰ ਛੋਟਾ ਜਿਹਾ ਬੱਚਾ ਸਾਡਾ ਹਰਮਨਦੀਪ ਸਿੰਘ, ਉਹ ਸੰਗਤਾਂ ਦੇ ਨਾਲ ਕੁਝ ਸਮੇਂ ਵਾਸਤੇ ਵਿਚਾਰ ਸਾਂਝੇ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सारी संगत गज के फतेह बुलाओ जी। आखो जी वाहिगुरू जी का खालसा, वाहिगुरू जी की फतेह। ध्यान नाल सुनियो, मैं जो कि पढ़ के ते सुन के बड़े विचार नाल आया हाँ। श्रोमणी गुरुद्वारा प्रबंधक कमेटी मंगदी है कानून कि कानून के हिसाब नाल साडे उत्ते पर्चा दर्ज होवे। साडे कमेटी साहिबान सारे ध्यान नाल सुनन। असी इन्हां उत्ते कानूनी तौर ते पर्चा दर्ज करा सकते हाँ। सच गल जी, 2015 दे विच बाबा गुरदित्ता जी गुरुद्वारा हैगा आनंदपुर साहब हलके विच, सच गल हैगी आ 2015 विच 21/7
2015 21/7 ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੀ ਤੇ ਉੱਥੇ ਦੇ ਜਿੰਨੇ ਮੈਂਬਰ ਸਨ ਉਹਨਾਂ ਨੇ ਪਹਿਲਾਂ ਰੱਜ ਕੇ ਸ਼ਰਾਬ ਪੀਤੀ ਫਿਰ ਉਹਨਾਂ ਵਿੱਚੋਂ ਇੱਕ ਮੈਂਬਰ ਚੱਲ ਗਿਆ ਡਿਊਟੀ ਲਾਉਣ। ਸ਼ਰਾਬ ਪੀ ਕੇ ਇੱਕ ਮੈਂਬਰ ਚੱਲ ਗਿਆ ਡਿਊਟੀ ਲਾਉਣ ਚੱਲ ਗਿਆ ਤੇ ਉਸ ਨੂੰ ਆ ਗਈ ਉਲਟੀ ਤੇ ਉਸਨੇ ਮਹਾਰਾਜ ਦੇ ਤਾਬਿਆਂ ਦੇ ਹੀ ਉਲਟੀ ਕਰਤੀ। ਸੱਚ ਗੱਲ ਜੇ ਪੜ੍ਹ ਲਿਓ, ਉਲਟੀ ਕਰਤੀ। ਇਹ ਬੇਅਦਬੀ ਦੇ ਸੰਬੰਧ ਵਿੱਚ ਭਾਈ ਸਾਡੇ ਬਲਦੇਵ ਸਿੰਘ ਬਟਾਲਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਉਹਨਾਂ ਨੇ ਪਰਚਾ ਕਰਾਇਆ, ਉਹਨਾਂ ਦੇ ਉੱਤੇ ਮੁਕੱਦਮਾ ਚੱਲਿਆ। ਪਰ ਅਫਸੋਸ ਕੁੱਤੀ ਤੇ ਚੋਰ ਰਲ ਜੇ ਨਾ ਤੇ ਸਾਡੇ ਘਰ ਦਾ ਬੇੜਾ ਗਰਕ ਕਰ ਦਿੰਦੀ ਹੈ। ਸੱਚ ਹੈ ਜੀ? ਹਾਂਜੀ। ਉਹ ਮੁਕੱਦਮਾ ਚੱਲਦਾ ਰਿਹਾ ਪਰ ਕੁੱਤੀ ਤੇ ਚੋਰ ਰਲ ਗਏ, ਇਸੇ ਕਰਕੇ ਮੁਕੱਦਮਾ ਬੰਦ ਹੋ ਗਿਆ। ਉਸ ਟਾਈਮ ਤੇ ਇਹਨਾਂ ਦੇ ਉੱਤੇ ਧਾਰਾਂ ਲੱਗੀਆਂ ਜਿਹੜੀਆਂ ਮੁਕੱਦਮੇ ਦੇ ਹਿਸਾਬ ਨਾਲ 1987 ਸੁਪਰੀਮ ਕੋਰਟ ਨੇ ਇੱਕ ਬਿਆਨ ਦਿੱਤਾ ਸੀਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਲਿਵਿੰਗ ਗੁਰੂ ਦਾ ਅਰਥ ਆ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ, ਜਾਗਤ ਜੋਤ ਜਿਹੜੇ ਜਾਗਦੇ ਨੇ। ਕਹਿੰਦੇ ਲਿਵਿੰਗ ਗੁਰੂ ਨੇ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਲਿਵਿੰਗ ਗੁਰੂ ਦਾ ਦਰਜਾ ਦਿੱਤਾ। ਉਹਨਾਂ ਨੇ 2008 ਐਕਟ ਵਿੱਚ ਪੜ੍ਹ ਲਿਓ, ਐਕਟ 2008 ਉਹਦੇ ਵਿੱਚ ਪੜ੍ਹ ਲਿਓ। ਤੇ ਸ੍ਰੀ ਅਨੰਦਪੁਰ ਸਾਹਿਬ ਦਾ ਜਿਹੜਾ ਮਸਲਾ ਸੀਗਾ, ਜਿਹੜਾ ਉੱਥੇ ਬੇਅਦਬੀ, ਉਹਨਾਂ ਉੱਤੇ ਧਾਰਾਂ ਲੱਗੀਆਂ। ਧਾਰਾਂ ਮੈਂ ਪੜ੍ਹ ਕੇ ਦੱਸ ਦਿੰਦਾ ਤੁਹਾਨੂੰ, ਮੈਂ ਸਾਰਾ ਲਿਖ ਕੇ ਤੇ ਮੈਂ ਪੜ੍ਹ ਕੇ ਆਇਆ। ਧਾਰਾ 2015 A 120B VC RPC IPC DV ਭਾਗ 320 307 420 ਦੇ ਤਹਿਤ ਉਹਨਾਂ ਦੇ ਉੱਤੇ ਪਰਚਾ ਦਰਜ ਹੋਇਆ। ਸੱਚ ਗੱਲ ਜੀ, 420 ਦੇ ਤਹਿਤ ਉਹਨਾਂ ਦੇ ਪਰਚਾ ਦਰਜ ਹੋਇਆ। ਹੁਣ ਮੈਂ ਤੁਹਾਨੂੰ ਦੱਸਦਾ, ਇਹਨਾਂ ਨੇ ਕਿਹਾ ਅਸੀਂ ਪ੍ਰਧਾਨ ਜੀ ਸਾਡੇ ਕਹਿੰਦੇ ਨੇ ਕਿ ਸਾਡਾ ਇਹਦੇ ਵਿੱਚ ਕੋਈ ਕੰਮ, ਮਤਲਬ ਸਾਡਾ ਇਹਦੇ ਵਿੱਚ ਕੋਈ ਰੋਲ ਹੀ ਨਹੀਂ ਹੈਗਾ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੁਣ 328 ਰੁਪਏ ਦੀ। ਮੈਂ ਦੱਸਾਂ ਕਿਵੇਂ, ਸੁਣੋ। ਸੈਕਟਰੀ ਡਿਪਟੀ ਸੈਕਟਰੀ, ਚੀਫ ਸੈਕਟਰੀ ਅਤੇ ਸਕੱਤਰ ਰੂਪ ਸਿੰਘ ਤੇ ਪ੍ਰਧਾਨ, ਇਹਨਾਂ ਦੇ ਅੰਡਰ ਵਿੱਚ ਹੀ ਆਉਂਦਾ ਹੈ। ਜਦੋਂ ਕੋਈ ਅੰਗ ਹੁੰਦੇ ਨਾ, ਅੰਗ ਜਦੋਂ ਕਿੱਥੋਂ ਕਾਗਜ਼ ਲੈ ਕੇ ਆਉਂਦੇ ਨੇ, ਇਹ ਸਾਰੇ ਇਹਨਾਂ ਦੇ ਲਿਖਤੀ ਵਿੱਚ ਹੁੰਦਾ ਹੈ। ਜਿਹੜੇ ਸੈਕਟਰੀ ਨੇ, ਚੀਫ ਸੈਕਟਰੀ, ਇਹਨਾਂ ਪੰਜਾਂ ਦੇ ਅੰਗ ਇਹ ਲਿਖ ਕੇ ਦਿੰਦੇ ਨੇ ਕਿ ਲਓ ਭਾਈ ਇੱਥੋਂ ਆਰਡਰ ਲੈ ਕੇ ਆਓ। ਇਹਨਾਂ ਦੇ ਲਿਖਤੀ ਰੂਪ ਵਿੱਚ ਹੀ ਉਹ ਉੱਥੋਂ ਵਾਪਸ ਆਉਂਦਾ ਹੈ। ਦੂਜੀ ਗੱਲ, ਇੱਥੇ ਆਪਣਾ ਡਿਪਟੀ ਕਮਿਸ਼ਨਰ ਉਸ ਟਾਈਮ ਤੇ 1927 ਵਿੱਚ ਇੱਕ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪੰਜਾਬ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਹੁੰਦੀ ਨਾ, ਡਿਪਟੀ ਕਮਿਸ਼ਨਰ ਨੂੰ ਉਹ ਜਾ ਕੇ ਕਹਿਣ ਕਿ ਅਸੀਂ ਇੰਨੇ ਸਰੂਪਾਂ ਦੀ ਛਪਾਈ ਕਰਨ ਲੱਗੇ ਆ, ਇੱਥੇ ਜਿਲਦ ਪਾਉਣ ਵਾਸਤੇ ਭੇਜਣ ਲੱਗੇ ਆ ਤੇ ਇੱਥੇ ਲਿਖਾਈ ਕਰਨ ਵਾਸਤੇ ਭੇਜਣ। ਇਹ ਇਹਨਾਂ ਦਾ ਫਰਜ਼ ਬਣਦਾ ਹੈ ਡਿਪਟੀ ਕਮਿਸ਼ਨਰ ਨੂੰ ਦੱਸਣ ਦਾ। ਇਹਨਾਂ ਨੇ ਦੱਸਿਆ ਨਹੀਂ। ਹਾਂਜੀ, ਡਿਪਟੀ ਕਮਿਸ਼ਨਰ DC ਨੂੰ ਇਹਨਾਂ ਦਾ ਫਰਜ਼ ਬਣਦਾ, ਇਹਨਾਂ ਨੇ ਦੱਸਿਆ ਨਹੀਂ। ਸਭ ਤੋਂ ਵੱਡੀ ਗਲਤੀ ਇਹ। ਦੂਜੀ ਗਲਤੀ ਡਿਪਟੀ ਕਮਿਸ਼ਨਰ ਦੀ ਵੀ ਕਿ ਇਹਨੇ ਪੁੱਛਿਆ ਕਿਉਂ ਨਹੀਂ। ਇਹਦੇ ਵਿੱਚ ਡਿਪਟੀ ਕਮਿਸ਼ਨਰ ਦੀ ਵੀ ਉਹਨਾਂ ਨੇ ਪੁੱਛਿਆ ਕਿਉਂ ਨਹੀਂ। ਇਹਨਾਂ ਨੂੰ ਪੁੱਛਣਾ ਚਾਹੀਦਾ ਸੀ ਕਿ ਬਾਬਾ ਜੀ ਤੁਸੀਂ ਇੱਕ ਅੰਗ ਵੀ ਇੱਧਰ ਉੱਧਰ ਹੁੰਦਾ ਵਾ ਨਾ, ਤੇ ਇਹਨਾਂ ਨੂੰ ਪੁੱਛਣਾ ਚਾਹੀਦਾ ਕੀ ਉਹਦੀ ਸੰਭਾਲ ਹੁੰਦੀ ਹੈ ਜਾਂ ਨਹੀਂ ਹੁੰਦੀ। ਇਹਨਾਂ ਨੇ ਬਾਅਦ 450 ਸਰੂਪ ਸਤਨਾਮ ਟਰਸਟ ਵਿੱਚ ਇਹਨਾਂ ਨੇ ਖੁਰਦ-ਬੁਰਦ ਕੀਤੇ। ਮੈਂ ਗੱਲ ਸੱਚ ਕਹੀ ਜੇ, ਇਹ ਸਾਰੇ ਪਰ ਇੱਕ ਗੱਲ ਹੈਗੀ ਆ ਕਿ ਪਰਚਾ ਇਹਨਾਂ ਉੱਤੇ ਉਹੀ ਦਰਜ ਕਰਾ ਸਕਦਾ ਵਾ ਜੋ ਕਿ ਕਮੇਟੀ ਹੈ ਜਿਨ੍ਹਾਂ ਦੀ। ਕੋਈ ਇੱਕ ਬੰਦਾ ਪਰਚਾ ਨਹੀਂ ਦਰਜ ਕਰਾ ਸਕਦਾ, ਕਮੇਟੀ ਹੀ ਪਰਚਾ ਦਰਜ ਕਰਾ ਸਕਦੀ। ਇਸੇ ਕਰਕੇ ਮੈਂ ਆਪਣੇ ਕਮੇਟੀ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਉੱਤੇ ਉਹਨਾਂ ਦਾ ਨਾਮ ਹੈਗਾ ਵਾ ਅਤਿੰਦਰ ਸਿੰਘ ਖਾਲਿਸਤਾਨੀ, ਉਹਨਾਂ ਦੀ ਇੱਕ ਵਾਰੀ ਸਪੀਚ ਸੁਣ ਲਿਓ।
उन्होंने ये सारी गल रिपोर्ट कट के उन्होंने सारी दसी कि किवें किवें उन्होंने परचा दर्ज हो सकता। हुण साडे को हक हैगा वा 15 दिनों का, सिर्फ ओनली 15 दिनों का। हुण तुसीं 15 दिनों में परचा दर्ज करा सकते हो। इन्नियां बेनतियां करके एक सूआ दा जज कहां। वाहिगुरू जी का खालसा, वाहिगुरू जी की वाहिगुरू जी का खालसा, वाहिगुरू जी की फतेह। गल परचे दर्ज दी जी, परचा दर्ज दे ਜਦੋਂ ਇਹਨਾਂ ਨੇ ਸੋਨੇ ਦੇ ਕਈਆਂ ਦੇ ਬਾਲ ਤੇ ਗਾਇਬ ਕੀਤੇ ਸੀ ਉਦੋਂ ਪ੍ਰਧਾਨ ਸੀ ਰਵਿੰਦਰਪਾਲ ਸਿੰਘ ਪੱਖੋਗੇ। ਜਦੋਂ ਡਾਕੂਮੈਂਟ ਆਇਆ, ਵੇਖੋ ਅਸੀਂ ਇਸ ਪਰਚੇ ਤੋਂ ਇਹਨਾਂ ਨੂੰ ਕਿਉਂ ਕਹਿ ਰਹੇ ਹਾਂ ਕਿ ਤੁਸੀਂ ਦਰਜ ਕਰਾਓ, ਕਿਉਂਕਿ ਇਹਨਾਂ ਦੀ ਆਪ ਦੀ ਜਿਹੜੀ ਅੰਤਿਮ ਕਮੇਟੀ ਆ ਉਹ ਆਪਣੇ ਬਿਆਨਾਂ ਦੇ ਵਿੱਚ ਕਹਿ ਰਹੀ ਆ, ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਹਰਪ੍ਰੀਤ ਸਿੰਘ ਜੀ ਆ ਉਹ ਕਹਿ ਰਹੇ ਆ ਕਿ ਅਸੀਂ ਇਹਨਾਂ ਦੇ ਜਿਹੜਾ ਉਹ ਬੰਦਾ ਜਿਹੜਾ ਫੌਜਦਾਰੀ ਕੇਸ ਜਿਹੜੇ ਦਰਜ ਕੀਤੇ ਜਾਣ ਤੇ ਕਮੇਟੀ ਜਿਹੜੀ ਆ ਜੋ ਕਰਨ ਲੈਂਦੀ ਆ ਤੇ ਨਹੀਂ ਕਰਦੀ। ਉਹ ਕਈਆਂ ਬਾਜਾਂ ਵਾਲਾ ਕੇਸ ਵੀ ਜਿਹੜਾ ਚੱਲਿਆ ਸੀ ਇਹਨਾਂ ਤੇ ਉਹਦੇ ਵਿੱਚ 10 ਦੀ ਵੀ ਗਵਾਹੀ ਸੀ ਤੇ ਉਹ ਜਿਹੜੇ ਕਈ ਤੇ ਬਾਲਦੇ ਸੀ ਸੋਨੇ ਦੇ ਇਹਨਾਂ ਨੂੰ ਬਣਾ ਕੇ ਤੇ ਰੱਖਣੇ ਪਏ ਸੀ। ਸਵਾਲ ਪਰਚਾ ਹੋਣ ਦਾ ਜਾਂ ਨਾ ਕਰਨ ਦਾ ਨਹੀਂਗਾ, ਸਵਾਲ ਇਹ ਆ ਕਿ ਇਹਨਾਂ ਲੋਕਾਂ ਨੇ ਬਿਆਨ ਦਿੱਤਾ ਹੋਇਆ ਹੈ ਆਪਣਾ ਸਾਰਾ, ਇਹਨਾਂ ਦੇ ਅਮਲੇ ਨੇ ਔਰ ਇਹਨਾਂ ਦੇ ਜਥੇਦਾਰ ਚੁਣੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਨੇ ਵੀ ਇਹ ਆਪਣਾ ਬਿਆਨ ਦੇ ਵਿੱਚ ਕਿਹਾ ਕਿ ਇਹਨਾਂ ਤੇ ਫੌਜਦਾਰੀ ਕੇਸ ਬਣਨੇ ਚਾਹੀਦੇ ਆ। ਕੇਸ ਦੇ ਸਾਥ ਸੰਗਤ ਜੋ ਇਹਨਾਂ ਤੇ ਜਿਹੜੀ ਆ ਕਾਰਵਾਈ ਕਰਾ ਕੇ ਤੇ ਅਸੀਂ ਕੇਸ ਦਰਜ ਕਰਾਉਣੇ ਆ। ਸਤਿਗੁਰੂ ਜੀ ਕਿਰਪਾ ਕਰਨਗੇ, ਸੰਗਤਾਂ ਦੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਨੂੰ ਠੇਸ ਨਾ ਪਹੁੰਚਾਈ ਜਾਵੇ, ਇਸ ਕਰਕੇ ਪਰਚਾ ਦਰਜ ਕਰਨ ਤੋਂ ਬਿਨਾਂ ਨਾ ਇਹਨਾਂ ਦਾ ਛੁਟਕਾਰਾ ਹੋਣਾ ਨਾ ਸਾਡਾ ਹੋਣਾ, ਉਹ ਕਰਨਾ ਹੀ ਪੈਣਾ ਵਾ। ਚੜ੍ਹਦੀ ਕਲਾ ਦੇ ਨਾਲ ਹੋਊਗਾ, ਕੋਈ ਗੱਲ ਨਹੀਂ। ਪੰਥ ਸਾਡੇ ਨਾਲ ਖੜਾ ਹੈ, ਪੰਥ ਦੇ ਗ੍ਰੰਥ ਦੀ ਗੱਲ ਹੈ। ਹੁਣ ਮੈਂ ਬੇਨਤੀ ਕਰਦਾ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਮੁਸ਼ਲ ਉਹ ਕੁਝ ਮਿੰਟਾਂ ਵਾਸਤੇ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕੌਣ ਦੇ ਨਾਲੋਂ ਨਾਮ ਜਪ ਲਈਏ। ਵਾਹਿਗੁਰੂ 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 ਵਾਹਿਗੁਰੂ। ਕਿਤੇ ਵੀ ਕੋਈ ਮਸਲਾ ਬਣ ਜਾਵੇ ਆ ਹੌਲੀ ਜਿਹਨੂੰ ਪੁੱਛ ਲਿਆ ਕਰੋ। ਭਗਤ ਕਬੀਰ ਜੀ ਤੁਸੀਂ ਤਾਂ ਕੱਪੜਾ ਵੇਚਣ ਵਾਸਤੇ ਗਏ ਸੀ ਤੇ ਰਸਤੇ 'ਚ ਭਗਵਾਨ ਪਰਮੇਸ਼ਰ ਸਾਧੂ ਦਾ ਰੂਪ ਧਾਰ ਕੇ ਸਾਰਾ ਕੱਪੜਾ ਉਹਨਾਂ ਨੂੰ ਦੇ ਦਿੱਤਾ ਸੀ। ਘਰ ਤਾਂ ਲੜਕੀ ਦੇ ਆਨੰਦ ਕਾਰਜ ਸਨ ਤੇ ਤੁਸੀਂ ਕਿਸੇ ਦੇ ਗਾੜੀ ਹੱਥ ਨਹੀਂ ਅੱਡੇ, ਕਿਸੇ ਕੋਲ ਉਧਾਰ ਸੌਦਾ ਲੈਣ ਵਾਸਤੇ ਨਹੀਂ ਗਏ। ਤੇ ਕਿਵੇਂ ਕਾਰਜ ਹੋਏ, ਕਿਵੇਂ ਕਾਰਜ ਹੋਏ, ਸਾਰੇ ਕਿਵੇਂ ਕਾਰਜ ਹੋਏ? ਕਿਉਂਕਿ ਆਪਾਂ ਪੜ੍ਹਦੇ ਹਾਂ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ, ਉਹਦੇ ਸਾਰੇ ਅੰਗੀਕਾਰ ਕੱਪੜੇ ਆਪਾਂ ਬਚਨ ਭੇਟਾ ਕਰਦੇ ਹਾਂ ਸਤਿਗੁਰਾਂ ਨੂੰ ਤੇ ਨਾਮ ਜਪਣ ਲੱਗ ਪਏ ਸਨ। ਕਬੀਰ ਜੀ ਬਹਿ ਕੇ ਜੰਗਲ ਵਿੱਚ ਕਾਂਤ ਨਾਮ ਆਪਾਂ ਉਹ ਨਾਮ ਜਪੀਏ। ਛੇਤੀ ਕਿਰਪਾ ਕਰ ਦੇਣ ਸਤਿਗੁਰੂ ਜੀ, ਸਾਨੂੰ ਕਹਿੰਦਾ ਪਰਚੇ ਦੇ ਨਾਲ ਨਹੀਂ ਜੇ ਹੈਗਾ ਕਿ ਪਰਚਾ ਕਰ ਦੇਣ ਤੇ ਅਸੀਂ ਉੱਠ ਕੇ ਚੱਲ ਜਾਈਏ। ਸਾਡੇ 9 ਮੰਗਾਂ 9 ਆਂਦੇ 8 ਤੁਹਾਡੀਆਂ ਮੰਗ ਲੀਆਂ ਜੀ। ਜਿਹੜੀ ਪ੍ਰੈਸ ਵਾ ਆਰਾਮਸਰ ਲੱਗੀ ਹੋਈ ਉਹ ਤੇ ਬੰਦ ਕਰ ਦਿੱਤੀ ਹੈ, ਅੰਗੀਠੇ ਬੰਦ ਕਰ ਦਿੱਤੇ ਨੇ। ਪਰ ਅਸੀਂ
ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਕਹਿੰਦੇ ਕਿ ਦੇ ਦਿੱਤਾ ਲਿਖਤੀ, ਉਹਨਾਂ ਦੇ ਕੰਮ 3-4 ਉਹਨਾਂ ਨੇ ਕਰਨੇ ਨੇ, ਕਿਹੜੇ ਆ ਪਤਾ ਨਹੀਂ। ਜਥੇਦਾਰ ਕੈਨੇਡਾ ਗਏ ਜਾਂ ਆਪਦੇ ਕਿ ਇੱਥੇ ਹੀ ਦਰਬਾਰ ਸਿੰਘ ਕੈਨੇਡਾ ਨਹੀਂ ਗਏ ਕਿਤੇ, ਮੈਂ ਪੁੱਛਿਆ ਇੱਥੇ ਹੀ ਜਾਂਦੇ ਕਿ ਕੈਨੇਡਾ ਗਏ ਆ। ਮੈਨੂੰ ਤੇ ਜਾਪਦੇ ਜਿੱਦਾਂ ਬਾਹਰਲੇ ਦੇਸ਼ ਗਏ ਹੁੰਦੇ, ਉੱਧਰੋਂ ਜਹਾਜ਼ ਬੰਦ ਹੋਏ ਹੁਣ ਕਰੋਨਾ ਕਰਕੇ, ਆ ਨਾ ਸਕਣ, ਇਸ ਕਰਕੇ ਮੋਰਚੇ ਨਹੀਂ ਆਏ। ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਜ਼ਦੀਕ ਅਸੀਂ ਮੰਗਾਂ ਕੀਤੀਆਂ ਕਿ ਜਿਹੜੀਆਂ ਪ੍ਰਾਈਵੇਟ ਪ੍ਰੈਸਾਂ ਨੇ ਉੱਥੇ ਜਿਹੜੀਆਂ ਪਾਵਨ ਪਵਿੱਤਰ ਗੁਰਬਾਣੀ ਦੀਆਂ ਪੋਥੀਆਂ ਛਪ ਰਹੀਆਂ ਨੇ, ਉਹਨਾਂ ਦੇ ਪੂਰਨ ਤੌਰ ਤੇ ਪਾਬੰਦੀ ਲਾਈ ਜਾਵੇ। ਤੁਸੀਂ ਥੋੜੇ ਦਿਨ ਮਸਲਾ ਇੱਕ ਵੇਖਿਆ ਸੀ ਕਿ ਇੱਕ ਫਿਰੋਜ਼ਪੁਰ ਏਰੀਏ ਦੇ ਵਿੱਚ ਕੋਈ ਗੁਟਕੇ ਸਾਹਿਬ ਗੁਰੂ ਘਰ ਵਿੱਚ ਦੇ ਗਿਆ, ਉਹਦੇ ਵਿੱਚ ਹਿੰਦੂ ਮੁਸਲਮਾਨ ਧਰਮ ਦੇ ਕੁਝ ਗੀਤਾਂ ਦਾ ਲਿਖਿਆ ਹੋਇਆ ਸੀ। ਇਦਾਂ ਦੀਆਂ ਗੱਲਾਂ ਮਨਮਤ ਵਾਲੀਆਂ ਉਸ ਗੁਟਕਾ ਸਾਹਿਬ ਵਿੱਚ ਭਾਗ ਲੈ ਆਓ ਇਹਨਾਂ ਦੇ ਕੋਲੋਂ ਜਾ ਕੇ। ਜਿਹੜਾ ਸਾਲ ਦਾ ਸਿੰਘ ਜਿਹਨੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕੀਤੀ ਹੈ, ਜਿਨ੍ਹਾਂ ਨੂੰ ਗੁਰਬਾਣੀ ਕੰਠ ਹੈ, ਉਹ ਉਸੇ ਵੇਲੇ ਨਾਲ ਪੜ੍ਹੀ ਜਾਵੇਗਾ ਤੇ ਨਾਲ ਦੱਸੀ ਜਾਵੇਗਾ ਕਿ ਇਹਦੇ ਵਿੱਚ ਇੰਨੀਆਂ ਗਲਤੀਆਂ ਨੇ, ਕਿਉਂਕਿ ਉਹ ਇੱਕ ਭਰਾਵਾ ਉਹਦਾ ਸਿੱਖਾਂ ਵਾਲਾ ਹੈ। ਭਰਾਵਾ ਉਹਦਾ ਜੀਵਨ ਸਿੰਘ ਚਿੱਤਰ ਸਿੰਘ ਦੇ ਜਿਹੜੇ ਕੰਮ ਹੁੰਦੇ ਨੇ, ਭਰਾਵਾ ਉਹਨਾਂ ਦਾ ਸਿੱਖਾਂ ਵਾਲਾ ਹੈ। ਪਰ ਜੇਕਰ ਤੁਸੀਂ ਉਹਨਾਂ ਦੇ ਮੋਬਾਈਲ, ਉਹਨਾਂ ਦੇ ਹੱਥਾਂ ਦੇ ਉੱਤੇ ਜਾ ਕੇ ਗੁੱਟ ਵੇਖੋ ਤੇ ਉਹਨਾਂ ਦੇ ਹੱਥਾਂ ਦੇ ਗੁੱਟਾਂ ਦੇ ਮੋਲੀਆਂ ਵੱਜੀਆਂ ਨੇ, ਹੱਥਾਂ 'ਚ ਛਾਪਾਂ ਪਾਈਆਂ ਹੋਈਆਂ ਨੇ ਨਗਾਂ ਵਾਲੀਆਂ। ਮੋਬਾਈਲਾਂ ਦੇ ਉੱਤੇ ਉਹਨਾਂ ਨੇ ਮਾਤਾ ਦੀਆਂ, ਦੇਵੀ ਦੇਵਤੇ ਦੀਆਂ ਫੋਟੋਆਂ ਲਾਈਆਂ ਨੇ, ਗੁਰੂ ਦੀ ਨਹੀਂ ਲਾਈ, ਜਿਸ ਗੁਰੂ ਦਾ ਦਿੱਤਾ ਖਾ ਰਹੇ ਨੇ। ਇਹਦੇ ਜੋ ਮਰਜ਼ੀ ਕਰ ਸਕਦੇ ਨੇ। ਅਸੀਂ ਇਹ ਮੰਗ ਕੀਤੀ ਸੀ ਕਿ ਜੇਕਰ ਕੈਨੇਡਾ ਵਾਲੀ ਪ੍ਰੈਸ ਜਥੇਦਾਰ ਦੇ ਕਹਿਣ ਤੇ ਸੰਦੇਸ਼ ਜਾਰੀ ਹੋਇਆ, ਉਧਰ ਦੇ ਸੰਗਤ ਨੇ ਪ੍ਰਵਾਨ ਕੀਤਾ, ਮੱਥੇ ਤੇ ਲਾ ਕੇ ਕਿਹਾ ਜੋ ਬਚਨ ਸਾਨੂੰ ਆਏ ਨੇ, ਸੰਦੇਸ਼ ਆਇਆ ਹੈ, ਅਸੀਂ ਪ੍ਰਵਾਨ ਕਰਦੇ ਹਾਂ। ਪ੍ਰੈਸ ਬੰਦ ਕਰ ਦਿੱਤੀ ਗਈ, ਮਸ਼ੀਨ ਜ਼ਬਤ ਕਰ ਦਿੱਤੀ ਗਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਕੇ ਸੁਭਾਏਮਾਨ ਕਰ ਦਿੱਤੇ। ਜਥੇਦਾਰ ਜੀ, ਤੁਸੀਂ ਬੜੇ ਵੱਡੇ ਅਹੁਦੇ ਤੇ ਬੈਠੇ, ਬੜੇ ਵੱਡੇ ਸਤਿਕਾਰਯੋਗ ਜਿਹੜਾ ਤਖਤ ਹੈ, ਜਿਹਦੇ ਗਾੜੀ ਵੱਡੇ ਵੱਡੇ ਰਾਜੇ ਮਹਾਰਾਜੇ ਆਣ ਕੇ ਝੁਕਦੇ ਨੇ, ਉਸ ਤਖਤ ਤੇ ਤੁਸੀਂ ਬੈਠੇ ਹੋ, ਪਰ ਉਸ ਤਖਤ ਦਾ ਨਾਂ ਉੱਚਾ ਕਰੋ, ਨੀਵਾਂ ਨਾ ਕਰੋ। ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਇੱਥੋਂ ਕੈਨੇਡਾ ਵਿੱਚ ਲੈ ਕੇ ਜਾ ਰਹੇ ਨੇ, ਉਹ ਕੰਟੇਨਰਾਂ ਰਾਹੀਂ ਭੇਜ ਰਹੇ ਨੇ। ਉਸ ਵੇਲੇ ਦੇ ਮਤੇ ਕੱਢੋ, ਜਿਹੜਾ ਜਿਹੜਾ ਦੋਸ਼ੀ ਪਾਇਆ ਜਾਵੇਗਾ ਉਹਨਾਂ ਨੂੰ ਵੀ, ਭਾਵੇਂ ਜਥੇਦਾਰ ਗੁਰਬਚਨ ਸਿੰਘ ਹੈ, ਉਹਨਾਂ ਨੂੰ ਵੀ ਸਾਹਮਣੇ ਖਿਲਾਰੋ ਲਿਆ ਕੇ ਕਿ ਇਸ ਸਮੇਂ ਤੇ ਆ ਜਥੇਦਾਰ ਸੀ, ਇਹਨਾਂ ਨੇ ਮਤੇ ਲਿਖ ਕੇ ਦੇ ਦਿੱਤੇ ਸਨ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੰਟੇਨਰ ਰਾਹੀਂ ਲਿਜਾ ਸਕਦੇ ਨੇ। ਤੇ ਲਾਗੇ ਪ੍ਰੈਸ ਹੈ ਜੀਵਨ ਸਿੰਘ ਚਿੱਤਰ ਸਿੰਘ ਦੀ ਅੰਮ੍ਰਿਤਸਰ ਤੇ ਹੋਰ ਵੀ ਨੇ, ਲੁਧਿਆਣੇ ਵੀ ਲੱਗੀਆਂ ਨੇ, ਜਿੱਥੇ ਧਾਰਮਿਕ ਲਿਟਰੇਚਰ ਛਪਦਾ ਹੈ। ਅਸੀਂ ਕਿਸੇ ਦੇ ਦੋਖੀ ਨਹੀਂ, ਸਿੱਖੀ ਦਾ ਪ੍ਰਚਾਰ ਹੋਣਾ ਚਾਹੀਦਾ ਨੇ, ਹੋਣਾ ਚਾਹੀਦਾ ਹੈ। ਕਈ ਕਹਿੰਦੇ ਹੋਣਗੇ ਕਿਉਂ ਪ੍ਰੈਸਾਂ ਬੰਦ ਕਰਵਾਈ ਜਾ ਰਹੇ ਨੇ। ਪ੍ਰਵੀਰ ਸਿੰਘ ਮੁਸ਼ਕਲ ਦਾ ਆ 7 ਮੈਂਬਰ ਦੀ ਭੂਮਿਕਾ ਹੈ। ਅਸੀਂ ਚਾਹੁੰਦੇ ਹਾਂ ਇੱਕ ਥਾਂ ਛੁਪਾਈ ਹੋਵੇ, ਜਿਹੜਾ ਅੱਜ ਇਤਿਹਾਸ ਨੂੰ ਕਰੋੜਿਆ ਜਾ ਰਿਹਾ ਹੈ, ਵਾਦ ਘਾਟ ਕਰਕੇ ਪੇਸ਼ ਕੀਤਾ ਜਾ ਰਿਹਾ ਹੈ। ਉੱਥੇ ਵਿਦਵਾਨ ਬੈਠਣ, ਬੜੀਆਂ ਸੰਪਰਦਾਵਾਂ ਦੇ ਜਿਨ੍ਹਾਂ ਦੇ ਵਿਦਵਾਨ ਨੇ, ਉਹਨਾਂ ਵਿਦਵਾਨਾਂ ਨੂੰ ਨਾਲ ਲੈ ਕਰਕੇ ਜੇਕਰ ਉਹ ਪਾਸ ਕਰਦੇ ਫਿਰ ਸੰਗਤਾਂ ਤੱਕ ਭੇਜਿਆ ਜਾਵੇ। ਕੋਈ ਕੁਝ ਲਿਖ ਰਿਹਾ ਹੈ, ਕੋਈ ਕੁਝ ਲਿਖ ਰਿਹਾ ਹੈ। ਦਾਸ ਕਰਤਾਰਪੁਰ ਗਿਆ, ਪਤਾ ਲੱਗਾ ਕਿ ਇਹਦੇ ਕੋਲ ਨੂਰੀ ਦੇ ਨਾਂ ਵੱਡਾ ਹੋਵੇਗਾ, ਲਿਖਾਰੀ ਹੈ। ਕਿਸੇ ਨੇ ਕਿਹਾ ਕਿ 2 ਪਾਵਨ ਸਰੂਪ ਉਹਦੇ ਕੋਲ ਨੇ,
ਉਹਨੇ ਲੋਹੇ ਦੇ ਰੈਕ ਸਨ, ਰੈਕਾਂ 'ਚ ਰੱਖੇ ਸਨ ਤੇ ਨਾਲ ਕਿਤਾਬ ਲਿਖ ਰਿਹਾ ਹੈ ਸੁਰ ਨਰ ਮੰਜਨ ਅੰਮ੍ਰਿਤ ਖੋਜਦੇ। ਪਾਵਨ ਪਵਿੱਤਰ ਗੁਰਬਾਣੀ ਅੰਮ੍ਰਿਤ ਬਾਰੇ ਕਿਤਾਬ ਲਿਖ ਰਿਹਾ ਹੈ ਤੇ ਆਪ ਅੰਮ੍ਰਿਤ ਨਹੀਂ ਛਕਿਆ ਤੇ ਸ਼ਰਾਬ ਪੀਂਦਾ ਸੀ। ਆਪ ਤੇ ਜਥੇਦਾਰ ਗੁਰਬਚਨ ਸਿੰਘ ਉਹਦੇ ਘਰ ਗਿਆ। ਉਹਨੇ ਕਿਹਾ ਸਾਡੇ ਕੋਲ ਜਥੇਦਾਰ ਆਉਂਦੇ ਨੇ, ਆਵੇਂ ਫੋਟੋਆਂ ਮਿੰਟੋ ਮਿੰਟੀ ਲਾ ਲੈਂਦੇ ਨੇ ਮੋਬਾਈਲਾਂ ਤੇ ਦਾ ਫਲਾਣਾ ਜਥੇਦਾਰ ਵੀ ਸਾਡੇ ਕੋਲ ਆਇਆ, ਉਹ ਵੀ ਪ੍ਰਵਾਨਗੀ ਸੀ ਕਿ ਤੁਸੀਂ ਕੌਣ ਆਏ? ਅਸੀਂ ਗੁਰੂ ਦੇ ਸਿੱਖ। ਧੰਨ ਗੁਰੂ ਗ੍ਰੰਥ ਸਾਹਿਬ ਜਿਹੜੇ ਲੋਹੇ ਦੇ ਬਣੇ ਸਨ ਖਾਨੇ, ਉਹਨਾਂ ਤੋਂ ਲੈ ਕਰਕੇ ਗੁਰਦੁਆਰਾ ਸਾਹਿਬ ਕਰਤਾਰਪੁਰ ਵਿਖੇ ਸੁਭਾਏਮਾਨ ਕੀਤੇ ਗਏ। ਘਰੋਂ ਸ਼ਰਾਬ ਫੜੀ ਗਈ। ਇੱਥੇ ਆਇਆ, ਇਹਨਾਂ ਨੇ ਬੜਾ ਰੌਲਾ ਪਾਇਆ ਕਿ ਉਹ ਸਾਰਾ ਲਿਖਤੀਚਰ ਚੁੱਕ ਕੇ ਲੈ ਆਇਆ। ਹੁਣ ਉਹ ਲੇਖਕ ਅੰਮ੍ਰਿਤ ਤੇ ਡਿਆ ਵਾ ਪਰ ਉਹਨੇ ਅੰਮ੍ਰਿਤ ਨਹੀਂ ਛਕਿਆ। ਮੈਂ ਇਹ ਕੋਲੋਂ ਨਹੀਂ ਜੀ ਕਹਿ ਰਿਹਾ। ਪਰਿਵਾਰ ਬੇਅਮਰਧਾਰੀ ਹੈ, ਫ੍ਰਿਜ ਵਿੱਚ ਆਂਡੇ ਪਏ ਨੇ। ਸੰਗਤ ਜੀ, ਅੱਜ ਸਾਨੂੰ ਜਾਗਣ ਦੀ ਲੋੜ ਹੈ। ਜਾਗਣ ਦੀ ਮੈਂ ਇਹ ਕੋਲੋਂ ਨਹੀਂ ਜੇ ਕਹਿ ਰਿਹਾ। ਜਥੇਦਾਰ ਨੇ ਕੈਨੇਡਾ ਦੇ ਵਿੱਚ ਪ੍ਰੈਸ ਬੰਦ ਕਰਵਾ ਦਿੱਤੀ, ਵਿਚਾਰਿਆ ਨਹੀਂ ਕਿ ਜਿਹੜੇ ਇਥੋਂ ਪਾਵਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੈਨੇਡਾ ਘੱਲੀ ਦੇ, ਅਮਰੀਕਾ ਭੇਜੀ ਦੇ ਨੇ, ਇਟਲੀ ਭੇਜੀ ਦੇ ਨੇ, ਉਹ ਇਥੋਂ ਦਿੱਲੀ ਦੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਸਾਡੀ ਜਿਹੜੀ ਆ ਉਹ ਕੰਟੇਨਰਾਂ ਰਾਹੀਂ ਭੇਜਦੀ ਹੈ। ਜੇਕਰ ਉੱਥੇ ਉਹਨਾਂ ਦੇਸ਼ਾਂ 'ਚ ਜੇ ਲੋੜ ਵਾ ਤੇ ਲੋੜ ਨਹੀਂ। ਲੋੜ ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕੀਤੀ ਜਾ ਰਹੀ। ਅੱਜ ਕਿਸੇ ਬਾਬੇ ਦੇ ਬਾਰੇ ਤੁਸੀਂ ਕੋਈ ਮੋਬਾਈਲ ਤੇ ਫੇਸਬੁੱਕ ਤੇ ਕੋਈ ਫੋਟੋ ਲਾ ਕੇ ਥੱਲੇ ਕੋਈ ਮਾੜਾ ਜਿਹਾ ਲਿਖ ਦਿਓ, ਕਿਸੇ ਬਾਬੇ ਦੇ ਜਿਹੜੇ ਮਹਾਂਪੁਰਸ਼ ਨੇ ਲਿਖ ਦਿਓ, ਤੁਹਾਨੂੰ ਧਮਕੀਆਂ ਆਉਣਗੀਆਂ ਮਾਰਨ ਦੀਆਂ ਉਹਨਾਂ ਦੇ ਚੇਲਿਆਂ ਵੱਲੋਂ, ਉਹਨਾਂ ਦੇ ਸੇਵਾਦਾਰਾਂ ਵੱਲੋਂ ਤੁਹਾਨੂੰ ਧਮਕੀਆਂ ਆਉਣਗੀਆਂ। ਤੁਸੀਂ ਮਾੜਾ ਕੁ ਮੋਬਾਈਲ ਤੇ ਬੋਲ ਕੇ ਤਾਂ ਵੇਖੋ ਕਿਸੇ ਬਾਬੇ ਦੇ। ਮੈਂ ਕਿਸੇ ਨੂੰ ਪੁੱਛ ਰਿਹਾ ਸੀ, ਨਾਨਕਸਰ ਕਿੰਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ? ਨਾਨਕਸਰ ਘੱਟੋ ਘੱਟ 300 ਦੇ ਕਰੀਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ, ਕਿਉਂਕਿ ਬਾਬਾ ਲੱਖਾ ਸਿੰਘ ਜੀ ਵੱਖਰੇ ਨੇ, ਬਾਬਾ ਸਾਧੂ ਸਿੰਘ ਉਹਨਾਂ ਦੀ ਜਗ੍ਹਾ ਤੇ ਉਹ ਨੇ, ਬਾਬਾ ਹਰਭਜਨ ਸਿੰਘ ਦੀ ਜਗ੍ਹਾ ਤੇ ਬਾਬਾ ਸੁਰਜੀਤ ਸਿੰਘ ਹੈ, ਉਹਨਾਂ ਕੋਲ ਅਲੱਗ ਨੇ, ਬਾਬਾ ਨਰਾਇਣ ਸਿੰਘ ਦੀ ਥਾਂ ਤੇ ਬਾਬਾ ਘਾਲਾ ਸਿੰਘ ਦੀ ਥਾਂ ਤੇ ਨਰਾਇਣ ਸਿੰਘ ਆ, ਏਦਾਂ ਉਹਨਾਂ ਕੋਲ ਅਲੱਗ ਨੇ। ਬਾਬਾ ਗੇਜਾ ਸਿੰਘ ਜਿਹੜੇ ਅੰਮ੍ਰਿਤ ਸੰਚਾਰ ਕਰਦੇ ਨੇ, ਉਹਨਾਂ ਕੋਲ ਅਲੱਗ ਨੇ। ਆਪੋ ਆਪਣੀਆਂ ਸੰਗਤਾਂ ਦੇ ਕੋਲੋਂ ਫਿਰ ਬਾਬਾ ਨਾਨਕ ਸਿੰਘ ਦੀ ਬਰਸੀ ਦੇ ਸ੍ਰੀ ਅਖੰਡ ਪਾਠ ਸਾਹਿਬ ਕਰਾਉਂਦੇ ਨੇ। ਭੇਟਾਂ ਤੋਂ ਬਗੈਰ ਨਹੀਂ ਕਰਾਉਂਦੇ। ਫਿਰ ਭੇਟਾਂ ਲੈ ਕੇ ਜਿਹੜੇ ਪਰਿਵਾਰ ਬਾਹਰਲੇ ਦੇਸ਼ਾਂ ਜਿੱਦਾਂ ਜੁੜੇ ਆਉਂਦੇ, ਤੁਹਾਡੇ ਨਾਂ ਦੇ ਪਰਿਵਾਰ ਦਾ ਸ੍ਰੀ ਅਖੰਡ ਪਾਠ ਸਾਹਿਬ ਕਰਾਉਣਾ ਹੈ। ਚੰਗੀ ਮਾਇਆ ਉਹ ਬਰਸੀ ਤੇ ਇਕੱਠੀ ਕੀਤੀ ਜਾਂਦੀ ਹੈ। ਅੱਜ ਸੰਗਤ ਜੀ, ਸਾਡੀ ਮੰਗ ਇਹ ਹੈ ਕਿ ਇਹਨਾਂ ਡੇਰਿਆਂ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਆਂਦੇ ਜਾਣ, ਭਾਵੇਂ ਰਾਮਸਰ ਸੁਭਾਏਮਾਨ ਕੀਤੇ ਜਾਣ। ਦਾਸ ਇੱਕ ਦਿਨ ਦਰਸ਼ਨੀ ਡੋਰੀ ਜਿਹੜੀ ਲੰਗਰ ਵਾਲੀ ਸਾਈਡ ਤੇ ਹੈ, ਉੱਪਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਸਨ। ਕੋਈ ਸਵਾਬ ਬਣ ਗਿਆ, ਦਰਸ਼ਨ ਕਰਨ ਗਿਆ, 1 2 3 ਮੰਜ਼ਲੀ ਸੀ, ਤਿੰਨ ਮੰਜ਼ਲਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਏਮਾਨ ਸਨ, 2 ਜਾਂ 3। ਤੇ ਦਾਸ ਨੇ ਜਦੋਂ ਦਰਸ਼ਨ ਕੀਤੇ ਤੇ ਪਹਿਲੀ ਮੰਜ਼ਿਲ ਤੇ ਵੀ ਜਦੋਂ ਨਮਸਕਾਰ ਕਰਕੇ ਦਰਸ਼ਨ ਕੀਤੇ ਤੇ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਸਨ, ਲੜੀਵਾਰ। ਤੇ ਮੈਂ ਏਦਾਂ ਕਰੋ, ਉਹਨਾਂ ਬਾਬਿਆਂ ਕੋਲੋਂ ਲੈ ਆਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਡੇਰਿਆਂ 'ਚ। ਆਪ ਜੀ ਨੇ ਸਾਰੇ ਸ਼੍ਰੋਮਣੀ ਕਮੇਟੀ ਜਿੰਨੇ ਸ੍ਰੀ ਅਖੰਡ ਪਾਠ ਸਾਹਿਬ ਦਰਬਾਰ ਸਾਹਿਬ ਦੀਆਂ ਮੁਕਾਮਾਂ 'ਚ ਹੋ ਰਹੇ ਨੇ, ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਤੇ ਇਹਨਾਂ ਡੇਰਿਆਂ ਦੇ ਵਿੱਚ ਵੀ ਲੜੀਵਾਰ ਦਿਓ। ਕਿਉਂ ਪਾਤਸ਼ਾਹ ਦੇ ਰਹੇ ਨੇ? ਜਦੋਂ ਦਾ ਗੁਰੂ ਸਾਹਿਬ ਦੇ ਸ਼ਬਦ ਕੱਲੇ ਕੱਲੇ ਕੀਤੇ ਗਏ ਨੇ, ਉਸ ਦਿਨ ਤੋਂ ਸਿੱਖ ਕੱਲਾ ਕੱਲਾ ਹੋ ਗਿਆ ਹੈ। ਜਦੋਂ ਲੜੀਵਾਰ ਪ੍ਰਕਾਸ਼ ਹੋ ਜਾਣਗੇ, ਮਹਾਂਪੁਰਸ਼ਾਂ ਦੇ ਬਚਨ ਸਨ, ਉਸ ਦਿਨ ਸਿੱਖ ਇੱਕ ਲੜੀ ਵਿੱਚ ਪਰੋਏ ਜਾਣਗੇ।
ਤੇ ਜਿਹੜਾ ਫਿਰ ਐਵੇਂ ਨਹੀਂ ਮੇਰੇ ਵਰਗਾ ਉੱਠ ਕੇ ਘਰ ਕੰਮ ਨਹੀਂ ਕੋਈ ਦੇ ਸ੍ਰੀ ਖੰਡਪੜ ਸਾਹਿਬ ਭਾਈ ਸੁਰਜੀਤ ਸਿੰਘ ਨੇ ਫੋਨ ਕੀਤਾ ਸੀ ਇਹਨਾਂ ਦੇ ਏਰੀਏ 'ਚ ਕਿਹੜਾ ਨਗਰੀ ਪਿੰਡ ਮੱਖੀ ਚੇਤਾ ਹੈ ਕੋਈ ਬੀਬੀ ਖੂਹੀ ਵਾਲਾ ਨੇ ਡੇਰਾ ਬਣਾਇਆ ਸੀ ਤੇ ਸ੍ਰੀ ਖੰਡਪੜ ਸਾਹਿਬ ਪ੍ਰਾਰੰਭ ਹੋਣੇ ਸਨ ਤੇ ਅਸੀਂ ਸੌਤੇ ਚੱਲ ਗਏ ਤੇ ਉਹਨਾਂ ਦੇ ਵਿੱਚੋਂ ਹੀ ਗ੍ਰੰਥੀ ਜਿਹੜੇ ਪਾਠੀ ਸਿੰਘ ਉਹਨਾਂ ਵਿੱਚੋਂ ਹੀ ਪਾਠੀ ਲਿਆ। ਇੱਕ ਦੀ ਉਮਰ ਮੇਰੇ ਸਾਲ 17 ਸਾਲ ਹੋਏਗੀ, ਉਹਨੇ ਕਿਸੇ ਸੰਪਰਦਾ ਦੇ ਵਿੱਚ ਰਹਿ ਕੇ ਸੰਥਿਆ ਪ੍ਰਾਪਤ ਕੀਤੀ ਸੀ। ਇੱਕ ਹੋਰ ਸੀ, ਅਸੀਂ 2 ਜਾਣੇ ਉਹਨਾਂ ਦੇ ਵਿੱਚੋਂ ਹੀ ਪਾਠੀ ਸਿੰਘ ਲੱਲੇ। ਅਸੀਂ ਕਿਹਾ ਕਿ ਅਸੀਂ ਨਹੀਂ, ਭਾਈ ਸੁਰਜੀਤ ਸਿੰਘ ਕੋਸਾ ਨਹੀਂ ਪਾਠ ਸੁਣੇਗਾ, ਗੁਰਬਾਣੀ ਨਹੀਂ ਸੁਣੇਗਾ, ਅਸੀਂ ਨਹੀਂ ਸੁਣਾਂਗੇ, ਇਹੋ ਹੀ ਪਾਠੀ ਸਿੰਘ ਉਹਨਾਂ ਦੇ ਕੋਲੋਂ ਜਿਹੜੇ ਗ੍ਰੰਥੀ ਪਾਠੀ ਹੋਰ ਆਏ ਨੇ ਉਹਨਾਂ ਦੇ ਕੋਲੋਂ ਸਰਵਣ ਕਰਨਗੇ। ਜਦੋਂ ਜਪਜੀ ਸਾਹਿਬ ਸੁਣਿਆ ਮੇਰੇ ਵਰਗਿਆਂ ਕੋ ਜਪਜੀ ਸਾਹਿਬ ਨਹੀਂ ਸ਼ੁੱਧ ਆਇਆ। ਉਹਨਾਂ ਨੇ ਆ ਮੂੰਹ ਮੋੜ ਬੋਲ ਕੇ ਕਿਹਾ ਮੈਂ ਤੇ ਲੱਕੜ ਦਾ ਕੰਮ, ਮੇਰੇ ਮੂੰਹ ਕਹਿੰਦਾ ਮੈਂ ਤੇ ਲੱਕੜ ਦਾ ਕੰਮ ਕਰਦਾ ਸੀ, ਮੈਨੂੰ ਬਦੋ ਬਦੀ ਲਾਇਆ। ਇਹ ਨਰਾਦਰ ਜੇ ਨਰਾਦਰ ਪਾਪ ਜੇ। ਬੇਨਤੀ ਹੱਥ ਜੋੜ ਕਰਕੇ, ਇਹ ਕਿੰਨਾ ਨੇ ਕੰਮ ਕਰਨੇ ਸਨ, ਇਹ ਕਿੰਨਾ ਨੇ ਸੇਵਾ ਲੁੱਟਣੀ ਸੀ। ਆ ਜਿਹੜੇ ਦਫ਼ਤਰ ਦੇ ਵਿੱਚ ਵੱਡੇ ਵੱਡੀਆਂ ਤਨਖਾਹਾਂ ਲੈ ਰਹੇ ਸਨ, ਇਹਨਾਂ ਨੇ ਇਹ ਕਰਨੇ ਸਨ। ਜਾਂ ਜਥੇਦਾਰ ਜਿਹੜੇ ਰਹਿ ਕੇ ਗਏ ਉਹਨਾਂ ਨੇ, ਜਿਹੜੇ ਹੁਣ ਨੇ, ਤੇ ਮੈਂ ਇੱਕ ਜਥੇਦਾਰ ਨੂੰ ਬੇਨਤੀ ਕਰਦਾ ਵਾਂ, ਚੰਗੀ ਲੱਗੇ ਤੇ ਪ੍ਰਵਾਨ ਕਰ ਹੀ ਲਵੇ ਕਿਰਦਾ ਇਹ ਐਲਾਨ ਕਰ ਦੇਵੇ ਕਿ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਗੁਰਬਾਣੀ ਦਾ ਨਰਾਦਰ ਕਰਨਗੇ ਉਹਨਾਂ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ, ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ। ਐਲਾਨ ਕਰ ਦੇਣਾ, ਜੇ ਸੰਦੇਸ਼ ਜਾਰੀ ਕਰ ਦੇਣਾ, ਜਦੋਂ ਮਰਜ਼ੀ ਜੋ ਮਰਜ਼ੀ ਕਰ ਲੈਣ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਥੱਲੋਂ ਛੋਟੇ ਮੁਲਾਜ਼ਮ ਤੋਂ ਲੈ ਕੇ ਵੱਡੇ ਅਹੁਦਿਆਂ ਤੱਕ ਜਿਹੜੀ ਮਰਜ਼ੀ ਗਲਤੀ ਕਰ ਲੈਣ, ਜਿਹੜੀ ਮਰਜ਼ੀ ਮਰਜ਼ਾਦਾ ਦੀ ਉਲੰਘਣਾ ਕਰ ਦੇਣ, ਇਹਨਾਂ ਦੇ ਉੱਪਰ ਕੋਈ ਤਖਤ ਵੱਲੋਂ ਕਾਰਵਾਈ ਨਹੀਂ ਕੀਤੀ ਜਾਏਗੀ। ਤੇ ਜਿਹੜਾ ਪਿੰਡਾਂ ਦੇ ਵਿੱਚ ਲੋਕ ਗਰੀਬ ਗੁਰਬਾ ਰਹਿ ਰਿਹਾ ਹੈ, ਜੇਕਰ ਉਹ ਗਲਤੀ ਕਰੇ ਤੇ ਉਹਦੇ ਪਰਿਵਾਰ ਨੂੰ ਫਾਂਸੀ ਲਾ ਦੇਣੀ ਚਾਹੀਦੀ ਹੈ। ਇਹ ਜਥੇਦਾਰ ਨੂੰ ਆ ਸੰਦੇਸ਼ ਕਰ ਦੇਣਾ ਚਾਹੀਦਾ ਜਾਰੀ। ਜੇ ਤੇ ਜਥੇਦਾਰ ਤੱਕ ਵੀਡੀਓ ਚੱਲਗੀ ਕਿ ਇਹਦਾ ਕਰ ਹੀ ਦੇਵੇ, ਉਹ ਇਹੋ ਜਿਹੇ ਕੰਮ ਨੂੰ ਕਰ ਲੈਂਦੇ ਨੇ। ਭੁੱਲਾਂ ਚੁੱਕਾਂ ਨਾਲ ਜਿਤਾ ਰਹੇ ਹੋ, ਤਕੜੇ ਹੋ ਕਰਕੇ ਮੋਰਚਾ ਨਿਰੰਤਰ ਜਾਰੀ ਹੈ। ਤੇ ਜਿਹੜੀਆਂ ਪਿੰਡਾਂ ਵਿੱਚ ਸੰਗਤਾਂ, ਉਹਨਾਂ ਨੂੰ ਬੇਨਤੀ ਹੈ ਕਿ ਸਾਧਨ ਕਰਕੇ ਟਰੈਕਟਰ ਟਰਾਲੀਆਂ ਨਾਲੇ ਦਰਬਾਰ ਸਾਹਿਬ ਦਰਸ਼ਨ ਕਰ ਜਿਓ ਤੇ ਨਾਲ ਦੀ ਨਾਲ ਮੋਰਚੇ ਵਿੱਚ ਆਣ ਕੇ ਜ਼ਰੂਰ ਹਾਜ਼ਰੀਆਂ ਭਰ ਕੇ ਜਾਇਓ। ਤੁਹਾਡਾ ਇੱਕ ਇੱਕ ਆਇਆ ਇੱਥੇ ਇਤਿਹਾਸ ਵਿੱਚ ਲਿਖਿਆ ਜਾਣਾ ਹੈ। ਆ ਜਿਹੜੀ ਵੀਡੀਓ ਬਣ ਕੇ ਫੇਸਬੁੱਕ ਤੇ ਪਾਈ ਜਾ ਰਹੀ ਹੈ, ਸਮਝ ਲਓ ਇਤਿਹਾਸ ਨਾਲ ਹੀ ਲਿਖਿਆ ਜਾ ਰਿਹਾ ਹੈ। ਭੁੱਲਾਂ ਚੁੱਕਾਂ ਨਾ ਦੱਸਦੀਆਂ ਜਿਤਾ ਰਿਓ, ਨਾਮ ਜਪ ਕੇ ਅਰਦਾਸ ਜ਼ਰੂਰ ਕਰਿਓ ਕਿ ਸਤਿਗੁਰੂ ਜੀ ਤੁਹਾਡੇ ਕਰਕੇ ਸਾਡਾ ਸਤਿਕਾਰ ਸੀ, ਜੇ ਤੁਹਾਡਾ ਸਤਿਕਾਰ ਨਹੀਂ ਤੇ ਸਾਡਾ ਵੀ ਨਹੀਂ ਜੀ। ਸਤਿਗੁਰਾਂ ਦੇ ਕਰਕੇ ਸਾਡਾ ਸਤਿਕਾਰ ਸੀ, ਜੇ ਸਤਿਗੁਰਾਂ ਦਾ ਸਤਿਕਾਰ ਨਹੀਂ ਤੇ ਸਾਡਾ ਕੋਈ ਇੱਥੇ ਸਤਿਕਾਰ ਨਹੀਂ। ਐਵੇਂ ਨਾ ਅਸੀਂ ਅਹੁਦਿਆਂ ਤੇ ਬਹਿ ਕੇ ਵੱਡੀਆਂ ਵੱਡੀਆਂ ਗੱਡੀਆਂ ਦੇ ਕਹੀਏ ਸਾਡੇ ਥੱਲੇ ਇੰਨੇ ਸੇਵਾਦਾਰ ਨੇ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਹੜੇ ਭਾਵ ਵਾਪਰਦੀ ਹੈ। ਜਿਹੜਾ ਕੀਤਾ ਤੁਸੀਂ ਪਾਉਣਾ ਜੇ, ਭੁੱਲਾ ਚੁੱਕਾ ਨਾ ਜਿਤਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਮੁੱਛਲ, ਜੋ 7 ਮੈਂਬਰੀ ਕਮੇਟੀ ਦੇ ਵਿੱਚ ਵੀ ਨੇ। ਗੱਲ ਕਰ ਰਹੇ ਸੀ ਸਰੂਪਾਂ ਦੀ, ਤੇ ਵਾਰ-ਵਾਰ ਅਸੀਂ ਬੜੀ ਇਹਨਾਂ ਸਕੱਤਰਾਂ ਨੂੰ, ਪ੍ਰਧਾਨ ਸਾਹਿਬ ਨੂੰ ਵੀ ਮਿਲ ਕੇ ਬੜੀ ਸੁਝਾਅ ਦਿੱਤੇ ਆ, ਤੇ ਇਹਨਾਂ ਸੁਝਾਅ ਸਾਡੇ ਜਿਹੜੇ ਉਹ ਮੰਨੇ ਨਹੀਂ। ਜੇ ਮੰਨੇ ਨੇ ਤੇ ਅੱਜ ਸਾਨੂੰ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਡੇਰਿਆਂ ਦੇ ਵਿੱਚ ਸਰੂਪ ਨੇ, ਅੱਜ ਵੀ ਕਿਤੇ ਐਸੀ ਸੈੱਟ ਬਣਾਈ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਤੇ ਜਿਵੇਂ ਸਰੂਪ ਜਿਹੜੇ ਸਾਰੇ ਇਕੱਤਰ ਕੀਤੇ ਜਾਂਦੇ, ਅਸੀਂ ਵਾਅਦੇ ਨਾਲ ਕਹਿੰਦੇ ਆ ਕਿ ਸਾਲ 2 ਸਾਲ ਪ੍ਰੈਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਆ, ਸਾਨੂੰ ਕਰਨ ਦੀ ਲੋੜ ਨਹੀਂ ਪਵੇਗੀ। ਇਹਨਾਂ ਗੱਲਾਂ ਤੇ ਗੌਰ ਕਰਨੀ ਚਾਹੀਦੀ ਆ, ਕਿਉਂਕਿ ਇਹਨਾਂ ਦਾ ਫਰਜ਼ ਬਣਦਾ, ਪਰ ਇਹ ਆਪਣੇ ਫਰਜ਼ਾਂ ਤੋਂ ਭੱਜ ਰਹੇ ਨੇ, ਜਿਹਦੇ ਕਾਰਨ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਭੁੱਚਰ, ਜਿਨ੍ਹਾਂ ਵੱਲੋਂ
तख्तियां की सेवा की गई तकरीबन 10,000 रुपये की। ਤੇ ਕੁਝ ਸੱਜਣ ਸਾਡੇ ਸੀ ਉਹ ਪੈਪਲੇਟ ਛਪਾਏ ਆਪਾਂ ਛੋਟੇ ਛੋਟੇ ਸਵੇਰੇ ਉਹਨਾਂ ਨੇ ਵੀ ਸੇਵਾਵਾਂ ਨਿਭਾਈਆਂ ਜਿਹੜੀਆਂ ਆਈ ਗਈ ਸੰਗਤ ਨੂੰ ਅਸੀਂ ਛੋਟੇ ਜਿਹੇ ਪੈਪਲੇਟ ਦੇ ਵਿੱਚ ਇੱਕ ਉਹ ਸੰਦੇਸ਼ ਸੁਨੇਹਾ ਇੱਥੋਂ ਜਾ ਰਿਹਾ ਕਿ ਅਸੀਂ ਬੈਠੇ ਕਿਹਦੇ ਕਾਰਨ ਆ ਆਹ ਵਾਲੇ ਨੈਟ ਦੇ ਪਾਸ ਪੀਡੀਐਫ ਫਾਈਲ ਔਰ ਦੂਜੀ ਗੱਲ ਸਾਡੇ ਜਿਹੜਾ ਛੋਟਾ ਜਿਹਾ ਪੈਪਲੇਟ ਅਸੀਂ ਆ ਛਪਾਇਆ ਹੈ ਨੈਟ ਤੇ ਵੀ ਪਾਇਆ ਇਹ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਭੇਜਿਆ ਜਾਣਾ ਇੱਥੋਂ ਜਿਸ ਗੁਰਮੁਖ ਪਿਆਰੇ ਨੇ ਇਸ ਪੈਪਲੇਟ ਦੀ ਸੇਵਾ ਕਰਨੀ ਹੋਵੇ ਉਹ ਸਾਡੇ ਕਿਸੇ ਵੀ ਮੈਂਬਰ ਦੇ ਨਾਲ ਸੰਪਰਕ ਕਰ ਸਕਦਾ ਹੈ ਤੇ ਉਹ ਜਿਹੜੀ ਸੇਵਾਵਾਂ ਕੋਈ ਵੀ ਕਰ ਸਕਦਾ ਰੱਖਿਓ। ਸੋ ਕਿਉਂਕਿ ਅਸੀਂ ਪੈਸੇ ਦੀ ਜਿਹੜੀ ਹੈ ਇੱਥੇ ਇਸ ਮੋਰਚੇ ਦੇ ਵਿੱਚ ਅਸੀਂ ਮਨਾਹੀ ਕੀਤੀ ਹੋਈ ਹੈ ਕਿ ਸਾਡੇ ਮੈਂਬਰ ਨੂੰ ਕਿਸੇ ਨੇ ਨਹੀਂ ਇਸ ਮੋਰਚੇ ਸੰਬੰਧੀ ਜਿਹੜਾ ਸਾਨੂੰ ਮਾਇਆ ਨਾ ਦਿੱਤੀ ਜਾਵੇ। ਇਹ ਪੈਪਲੇਟ ਜਿਹੜਾ ਸੀ ਸਵੇਰੇ ਸਾਨੂੰ ਕੁਝ ਗੁਰਸਿੱਖ ਵੀਰ ਜਿਨ੍ਹਾਂ ਨੇ ਆਪ ਖਰਚਾ ਕਰਕੇ ਇਹ ਛਪਾ ਦਿੱਤਾ ਤੇ ਜਿਹੜੀਆਂ ਤਖਤੀਆਂ ਛਪਾਈਆਂ ਅਸੀਂ ਉਹ ਭਾਈ ਰਘਵੀਰ ਸਿੰਘ ਜੀ ਭੁੱਚਰ ਸਾਹਿਬ ਨੇ ਕੀਤੀਆਂ ਸੇਵਾਵਾਂ। ਸੋ ਅੱਜ ਦੀ ਸਟੇਜ ਜਿਹੜੀ ਆ ਟਾਈਮ ਸਮਾਂ ਹੋ ਚੁੱਕਾ ਕਿਉਂਕਿ ਮੰਜੀ ਸਾਹਿਬ ਤੋਂ ਕਥਾ ਦਾ ਟਾਈਮ ਹੈ ਇਸ ਕਰਕੇ ਇਸ ਸਟੇਜ ਦੀ ਜਿਹੜੀ ਇੱਥੇ ਸਮਾਪਤੀ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।